ਐਵੇਂ ਵਿੱਚ ਖੜ ਖੜ ਬੋਲਦਾ ਜਿੱਦਾਂ ਰਵਨੀਤ ਸਿੰਘ ਬਿੱਟੂ ਨੇ ਬਿਆਨ ਦਿੱਤਾ ਇੱਕ ਦਿਨ ਵੀ ਲਾਸ਼ਾਂ ਦਾ ਢੇਰ ਲਾ ਦਾਂਗੇ ਤੇ ਬਾਅਦ ਚ ਕਹਿੰਦਾ ਮੈਂ ਅਸੀਂ ਤਾਂ ਆਪਣੀਆਂ ਗੱਲ ਕੀਤੀ, ਮਤਲਬ ਝੂਠਬਾਜੀ ਕਿਉਂ ਕਿਤੇ ਦਾ। ਪਾਜੀ ਨੇ ਜਦੋਂ ਇੱਕ ਸਾਡੀ ਛੋਟੀ ਭੈਣ ਤੇ ਹਮਲਾ ਕੀਤਾ ਉਦੋਂ ਬਿੱਟੂ ਜੀ ਦਾ ਜਵਾਬ ਬਿਆਨ ਕਿਉਂ ਨਹੀਂ ਆਇਆ? ਬਿੱਟੂ ਜੀ ਦਾ ਜਵਾਬ ਜਦੋਂ ਬਿੱਟੂ ਜੀ ਦਾ ਜਵਾਬ ਦਿੱਤਾ ਇਦਾਂ ਦਾ ਬਿਆਨ ਦੇਣਾ ਡਿੱਪੇ ਦੇ ਉੱਤੇ ਬਿਆਨ ਦੇਣਾ ਬਣਦਾ ਸੀ ਕਿ ਨਹੀਂ ਬਣਦਾ ਸੀ? ਸ੍ਰੀ ਬਰਾੜ ਜਿਨੇ ਨੇ ਕਿਸਾਨ ਐਂਥਮ ਗੀਤ ਗਾਇਆ ਉੱਤੇ ਦੇਸ਼ ਦਰੋਹ ਦਾ ਮਾਮਲਾ ਨੂੰ ਫੜ ਕੇ ਥਾਣੇ 'ਚ ਕੁੱਟਿਆ ਗਿਆ, ਉਦੋਂ ਉਹ ਕੀ ਗ੍ਰਹਿ ਮੰਤਰੀ ਆ ਕੇ ਕੁੱਟਣ ਆਇਆ ਸੀਗਾ? ਬਿੱਟੂ ਜੀ ਦਾ ਉੱਥੇ ਜਾ ਕੇ ਬਹਿਣਾ ਸਿਰਫ ਤੇ ਸਿਰਫ ਪੋਲੀਟੀਕਲ ਮਾਈਲੇਜ ਲੈਣਾ। ਬੀਜੇਪੀ ਦੇ ਵਿੱਚ ਜੁਰਤ ਹੈ ਕਿ ਉਹ ਸਿੰਘੂ ਬਾਰਡਰ ਤੇ ਜਾ ਕੇ ਕਿਸਾਨਾਂ ਦੀ ਸਟੇਜ ਤੋਂ ਕਿਸਾਨਾਂ ਨੂੰ ਸਮਝਾ ਸਕੇ। ਕਿਸਾਨਾਂ ਦੀ ਸਟੇਜ ਦੇ ਉੱਤੇ ਪਹਿਲੇ ਦਿਨ ਤੋਂ ਤੈਅ ਕੀਤਾ ਹੋਇਆ ਵਾ, ਉਹਨਾਂ ਨੇ ਕਿਸੇ ਵੀ ਲੀਡਰ ਨੂੰ ਵੜਨ ਨਹੀਂ ਦਿੱਤਾ। ਆਮ ਆਦਮੀ ਪਾਰਟੀ ਵਾਲੇ ਫ੍ਰੀ ਵਾਈਫਾਈ ਦੇ ਦਿੱਤਾ ਜੀ, ਫਲਾਣਾ ਢਮਕਾਣਾ ਕਰਤਾ। ਇਹਨਾਂ ਦਾ ਕਿਹੜਾ ਲੀਡਰ ਪਹੁੰਚਿਆ ਉੱਥੇ ਸਟੇਜ ਤੇ? ਇਹਨਾਂ ਨੇ ਸਭ ਤੋਂ ਪਹਿਲੇ ਹੁਣ ਅੱਜ ਫਿਰ ਮੋਹਰ ਵੀ ਲਾਈ ਹੈ ਕਿ ਉੱਥੇ ਖਾਲਿਸਤਾਨੀ ਹੈਗੇ ਨੇ। ਇਹ ਤਾਂ ਹੁਣ 2022 ਦੀ ਇਲੈਕਸ਼ਨਾਂ ਦੇ ਵਿੱਚ ਜਵਾਬ ਦੇਣਗੇ। ਲੋਕਾਂ ਦੀ ਆਵਾਜ਼ ਪਹੁੰਚ ਨਹੀਂ ਰਹੀ। ਲੋਕਾਂ ਦੀ ਮੰਗ ਇਹੀ ਹੈ ਕਿ ਕਾਨੂੰਨ ਰੱਦ ਹੋਣ। ਕੀ ਇਹਦੇ ਵਿੱਚ ਹੈਗਾ ਤੁਹਾਨੂੰ ਵੀ ਤੁਸੀਂ ਇਹ ਰੱਦ ਨਹੀਂ ਕਰ ਸਕਦੇ? 2000 ਤੋਂ ਵੱਧ ਕਾਨੂੰਨ ਬਣੇ ਨੇ, ਮਤਲਬ ਰੱਦ ਕੀਤੇ ਗਏ ਨੇ, ਇਹ ਕਿਉਂ ਨਹੀਂ ਕਰ ਸਕਦੇ? ਦੇਖੋ ਜੇ ਤੁਸੀਂ ਕਹਿੰਦੇ ਆਵਾਜ਼ ਸੁਣ ਨਹੀਂ ਰਹੀ ਤੇ 9 ਦੌਰ ਦੀ ਬਾਤਚੀਤ ਹੋ ਰਹੀ ਹੈ। ਅੱਜ ਵੀ ਕਿਸਾਨਾਂ ਦੀ ਔਰ ਸਰਕਾਰ ਦੇ ਵਿੱਚ ਵਿਚਾਲੇ ਗੱਲਬਾਤ ਹੋ ਰਹੀ ਹੈ। ਸੋ ਗੱਲ ਸੁਣ ਨਹੀਂ ਰਹੀ ਹੈ, ਐਜੂਕੇਸ਼ਨ ਵਾਲਾ ਤਾਂ ਸਰਾਸਰ ਝੂਠ ਹੈ। ਵਾਜਪੇਈ ਦੇ ਜਨਮ ਦਿਨ ਦੇ ਪ੍ਰੋਗਰਾਮ ਕੀਤੇ ਤੇ ਕਾਂਗਰਸ ਦੀ ਸਰਕਾਰ ਦੇ ਸ਼ੈਲਟਰ ਦੇ ਵਿੱਚ ਪੁਲਿਸ ਦੇ ਕੋਲ ਖੜ ਕੇ ਬੀਜੇਪੀ ਦੇ ਪ੍ਰੋਗਰਾਮਾਂ ਦੇ ਟੈਂਟ ਪੜਾ ਤੇ ਕੁਰਸੀਆਂ ਚਕਾ ਲਿਬੜੀ ਹੋਈ ਮੱਝ ਲੁਧਿਆਣੇ 'ਚ ਇੱਕ ਐਮਐਲਏ ਸਿਮਰਜੀਤ ਸਿੰਘ ਬੈਂਸ ਹੈ, ਲਿਬੜੀ ਹੋਈ ਮੱਝ ਨੂੰ ਆਪਣੇ ਨਾਲ ਸਮਝੌਤਾ ਨਹੀਂ ਕੀਤਾ, ਉਹਦੇ ਤੇ ਅੱਜ ਤੇ ਪਰਚਾ ਕਿਉਂ ਨਹੀਂ ਆ? ਦੂਜੇ ਦੇ ਬਲਤਕਾਰਾਂ ਤੇ ਸਿਆਸਤ ਕਰਨ ਵਾਲਿਓ, ਤੁਹਾਡੀ ਸਰਕਾਰ ਵੀ ਇੱਥੋਂ ਪੰਜਾਬ ਜਿੱਦਾਂ ਹੀ ਜਾਣੀ ਹੈ। ਖਾਨ ਕੱਲਾ ਖੁਸ਼ਹਾਲ ਕਿਵੇਂ ਰਹਿ ਗਿਆ? ਅਸੀਂ ਉਹਨੂੰ ਵੀ ਥੱਲੇ ਸਿੱਟੀਏ। ਉਹੀ ਅੰਬਾਨੀ ਜਿਹੜਾ ਨਹੀਂ ਰੁੱਸਦੇ ਆ। ਤੁਸੀਂ ਦਿਖਾਓਗੇ ਭੱਬੂ ਤੇ ਸਿੱਟੋਗੇ ਦੁੱਕੀ। ਇਹ ਜਿਹੜੇ ਮੇਰੇ ਕਿਸਾਨ ਵੀਰ ਬੈਠੇ ਉੱਥੇ ਸਮਝ ਜਾਣਗੇ। ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ 2 ਘਰਾਂ ਦਾ ਮੁੰਡੂ ਬਣ ਜਾਏ ਮੁੰਡੂ, ਤਾਂ ਇਹੀ ਕੁਝ ਹੋਣਾ ਹੈ। ਉਹ ਉਹਨਾਂ ਦੀ ਨੌਕਰੀ ਤੇ ਲੱਗਿਆ ਹੋਇਆ ਹੈ। ਮਨਪ੍ਰੀਤ ਬਾਦਲ ਤੋਂ ਕੀ ਹੈ ਇਹ ਝੂਠ ਨਾ ਕਰਨ। ਅੱਜ ਉੱਚੀ ਸਾਰੀ ਕਹਿ ਕੇ ਕਿਸਾਨ ਜਿੰਦਾਬਾਦ ਜਾਓ ਤਾਂ ਸਹੀ ਕਿਸਾਨਾਂ 'ਚ। ਅੱਜ ਤੱਕ ਕਿਸਾਨਾਂ 'ਚ ਰੋਜ਼ ਜਾਂਦੇ ਆ, ਤੁਸੀਂ ਤਾਂ ਜਾ ਹੀ ਨਹੀਂ ਸਕਦੇ। ਪਹਿਲਾਂ ਕਾਂਗਰਸ ਦੀ ਗੋਸ਼ਾ ਜੀ ਤੁਸੀਂ ਭਾਈਵਾਲ ਸੀ, ਸੈਂਟਰ 'ਚ ਭਾਈਵਾਲ ਸੀਗੇ ਗੋਸ਼ਾ ਜੀ। ਬਿੱਲ ਉਹਨੇ ਪਾਸ ਕਰ ਲਿਆ, ਤੁਸੀਂ ਰਲੀ ਮਿਲੀ ਸੀ ਨਾ, ਗੱਲ ਤਾਂ ਹੀ ਪਾਸ ਹੋ ਗਿਆ। ਮੈਂ ਤਾਂ ਕਹਿੰਦਾ ਨਾ ਸਿੱਟਣ ਨਾ, ਫਿਰ ਸਾਰੇ ਸਾਫ ਕਰਕੇ ਖੜੇ। ਗੱਲ ਸੁਣ ਲੈ, ਗੱਲ ਬੋਲਣ ਦਿਓ। 70 ਤੋਂ ਇਹ ਗਿਣਤੀ ਵਧੇ ਨਾ, ਸਭ ਤੋਂ ਪਹਿਲਾਂ ਤਾਂ ਅਸੀਂ ਚਾਹਾਂਗੇ। ਸਭ ਤੋਂ ਪਹਿਲਾਂ ਮੋਦੀ ਸਾਹਿਬ ਜੀ ਦੇਸ਼ ਦੇ ਪ੍ਰਧਾਨ ਮੰਤਰੀ ਆ, ਹੋਰ ਵੀ ਮਸਲੇ ਆ। ਤੁਸੀਂ ਕਿਹਾ ਅਮਰੀਕਾ 'ਚ ਹਿੰਸਾ ਹੋਈ ਉੱਥੇ ਦੁੱਖ ਪ੍ਰਗਟਾਉਣਾ ਬਣਦਾ ਸੀ, ਪਰ ਪਹਿਲਾਂ ਆਪਣੀ ਦੇਸ਼ ਦਾ ਵੀ ਤਾਂ ਦੁੱਖ ਪ੍ਰਗਟਾ ਲਓ ਨਾ। ਆਪਣਾ ਭੇਸ ਬਦਲ ਕੇ ਸੜਕਾਂ ਤੇ ਜਾਣ, ਭੇਸ ਬਦਲ ਕੇ ਜਾਣ, ਇਹਨਾਂ ਨੂੰ ਪਤਾ ਲੱਗੇ ਕਿੰਨਾ ਬੱਚੇ ਬੈਠੇ ਆ। ਇੱਟ ਲਾਣ ਤਾਂ ਯਾਰ ਪੰਜਾਬੀ 'ਚ ਫੁੱਦੂ ਬਣਾਉਣਾ ਛੱਡ ਦੋ। ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਦਿੱਲੀ 'ਚ ਕਿਸਾਨ ਸੰਘਰਸ਼ ਕਰ ਰਹੇ ਨੇ। 9 ਦੌਰ ਦੀ ਮੀਟਿੰਗ ਅੱਜ ਹੋਣ ਜਾ ਰਹੀ ਹੈ। ਉਹਦਾ ਹਜੇ ਬਾਅਦ 'ਚ ਪਤਾ ਲੱਗਾ ਕਿ ਉਹ ਨਿਕਲ ਕੇ ਆਉਂਦਾ ਮੀਟਿੰਗ 'ਚੋਂ ਸਾਹਮਣੇ। ਪਰ ਸਿਆਸਤ ਜਿਹੜੀ ਹੈ ਖੇਤੀਬਾੜੀ ਕਾਨੂੰਨਾਂ ਤੇ ਲਗਾਤਾਰ ਜਾਰੀ ਹੈ। ਬੀਜੇਪੀ ਵੱਲੋਂ ਲਗਾਤਾਰ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਕਿਸਾਨ ਸੰਘਰਸ਼ ਦੇ ਵਿੱਚ ਜੋ ਦਿੱਲੀ ਦੇ ਦਰਵਾਜ਼ੇ ਤੇ ਬੈਠਾ ਕਿ ਉੱਤੇ ਸ਼ਰਾਰਤੀ ਅੰਸਰ ਆ ਚੁੱਕੇ ਨੇ, ਖਾਲਿਸਤਾਨ ਦੇ ਨਾਅਰੇ ਲੱਗ ਰਹੇ ਨੇ ਜਾਂ ਖਾਲਿਸਤਾਨੀ ਲੋਕ ਉਸ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ। ਲਗਾਤਾਰ ਇਹ ਗੱਲਾਂ ਉੱਠ ਰਹੀਆਂ ਨੇ ਬੀਜੇਪੀ ਦੇ ਵੱਲੋਂ ਕਿ ਉਸ ਦੇ ਵਿੱਚ ਖਾਲਿਸਤਾਨੀਆਂ ਨੇ ਸ਼ਮੂਲੀਅਤ ਕਰ ਲਈ ਹੈ। ਕਾਫੀ ਲੋਕਾਂ ਨੂੰ ਨੋਟਿਸ ਵੀ NIA ਦੇ ਆਉਣੇ ਸ਼ੁਰੂ ਹੋ ਗਏ ਨੇ। ਲੁਧਿਆਣੇ ਦੇ ਵਿੱਚ ਅੱਜ ਹੀ 3 ਟਰਾਂਸਪੋਰਟਰਾਂ ਨੂੰ NIA ਨੇ ਨੋਟਿਸ ਭੇਜੇ ਨੇ, ਜਿਨ੍ਹਾਂ ਨੇ ਦਿੱਲੀ 'ਚ ਫ੍ਰੀ ਬੱਸਾਂ ਚਲਾਈਆਂ ਸੀਗੀਆਂ, ਜਿਨ੍ਹਾਂ ਨੇ ਕਿਸਾਨ ਜਿੱਤ 'ਚ ਬੈਠ ਕੇ ਦਿੱਲੀ ਗਏ ਸੀਗੇ, ਅਤੇ NIA ਨੇ ਨੋਟਿਸ ਭੇਜੇ ਨੇ ਉਹਨਾਂ ਨੂੰ। ਤਾਂ ਇਸ 'ਤੇ ਜੋ ਸਿਆਸਤ ਹੋ ਰਹੀ ਹੈ, ਚਾਹੇ ਉਹ ਕਾਂਗਰਸ ਕਰ ਰਹੀ ਹੋਵੇ, ਚਾਹੇ ਆਮ ਆਦਮੀ ਪਾਰਟੀ, ਚਾਹੇ BJP, ਅੱਜ ਹਰੇਕ ਤੇ ਗੱਲਬਾਤ ਕਰਾਂਗੇ ਕਿ ਜੋ ਸਿਆਸਤ ਹੋ ਰਹੀ ਹੈ ਉਹ ਕਿਸ ਤਰ੍ਹਾਂ ਅੱਗੇ ਇਹਨਾਂ ਦਾ ਫਾਇਦੇਮੰਦ ਲਈ ਹੈ ਕਿ ਕਿਸ ਤਰ੍ਹਾਂ ਸਾਰਾ ਕੁਝ ਹੈ। ਸਾਡੇ ਨਾਲ ਇੱਥੇ ਕਾਂਗਰਸ ਤੋਂ, ਅਕਾਲੀ ਦਲ ਤੋਂ, ਆਮ ਆਦਮੀ ਪਾਰਟੀ ਤੋਂ, BJP ਦੇ ਆਗੂ ਮੌਜੂਦ ਨੇ। ਇਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ। ਤਾਂ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਆਮ ਆਦਮੀ ਪਾਰਟੀ ਤੋਂ ਸਾਡੇ ਨਾਲ ਐਡਵੋਕੇਟ ਜਸਮਨ ਗਿੱਲ, ਅਕਾਲੀ ਦਲ ਤੋਂ ਗੁਰਦੀਪ ਸਿੰਘ ਗੋਸ਼ਾ ਤੇ BJP ਤੋਂ ਐਡਵੋਕੇਟ ਹਰਸ਼, ਅਤੇ ਸਾਡੇ ਨਾਲ ਇੱਕ ਸੀਨੀਅਰ ਪੱਤਰਕਾਰ ਵੀ ਅਮਰਪ੍ਰੀਤ ਸਿੰਘ ਮੱਕੜ ਮੌਜੂਦ ਨੇ। ਸ਼ੁਰੂਆਤ ਕਰਾਂਗੇ ਆਪਾਂ BJP ਤੋਂ। ਸਰ, ਲਗਾਤਾਰ ਕਿਸਾਨ ਅੰਦੋਲਨ ਜਾਰੀ ਹੈ। ਪਹਿਲੇ ਦਿਨ ਤੋਂ BJP ਵੱਲੋਂ ਕਿਹਾ ਜਾ ਰਿਹਾ ਕਿ ਇਸ ਦੇ ਵਿੱਚ ਖਾਲਿਸਤਾਨੀਆਂ ਦੀ ਸ਼ਮੂਲੀਅਤ ਹੋ ਚੁੱਕੀ ਹੈ। ਅੱਜ ਵੀ ਸਟੈਂਡ ਉਹੀ ਹੈ। ਅਟਾਰਨੀ ਜਨਰਲ ਨੇ ਸੁਪਰੀਮ ਕੋਰਟ ਦੇ ਵਿੱਚ ਵੀ ਇਹੀ ਕਿਹਾ ਕਿ ਖਾਲਿਸਤਾਨ ਦੇ ਵਿੱਚ ਨਾਅਰੇ ਲੱਗ ਰਹੇ ਨੇ, ਖਾਲਿਸਤਾਨੀ ਲੋਕ ਇਹ ਸ਼ਾਮਲ ਹੋ ਚੁੱਕੇ ਨੇ। 6 ਫॉर ਜਸਟਿਸ ਨੂੰ ਫੰਡਿੰਗ ਕਰ ਰਿਹਾ ਹੈ। NIA ਨੇ ਵੀ ਨੋਟਿਸ ਭੇਜਣੇ ਸ਼ੁਰੂ ਕਰ ਦਿੱਤੇ ਨੇ। ਕਿ ਤੁਹਾਨੂੰ ਹਜੇ ਵੀ ਯਕੀਨ ਨਹੀਂ ਹੋਇਆ ਕਿ ਉੱਥੇ ਕਿਸਾਨ ਨਹੀਂ ਬੈਠੇ? ਇਸ ਤਰ੍ਹਾਂ ਜਿਹੜੀ ਗੱਲ ਤੁਸੀਂ ਕਹੀ ਹੈ, ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੇ, ਉਹ ਸੈਂਟਰ ਦੀ ਲੀਡਰਸ਼ਿਪ ਨੇ ਗੱਲ ਦਾ ਖਦਸ਼ਾ ਜਤਾਇਆ ਸੀ ਵੀ ਉੱਥੇ ਐਂਟੀ ਸੋਸ਼ਲ ਐਲੀਮੈਂਟ ਕਿਸੇ ਵੀ ਰੂਪ ਦੇ ਵਿੱਚ ਐਂਟਰ ਕਰ ਸਕਦੇ ਆ, ਉਹ ਹੋ ਰਹੇ ਆ। ਔਰ ਸਾਡੇ ਸਟੈਂਡ ਨੂੰ ਜਦੋਂ ਕੱਲ ਰਾਜੇਵਾਲ ਸਾਹਿਬ ਨੇ ਬਿਆਨ ਦਿੱਤਾ ਹੈ, ਮੈਂ ਕੱਲ ਸੁਣ ਰਿਹਾ ਸੀਗਾ ਸੋਸ਼ਲ ਮੀਡੀਆ ਤੇ, ਉਹਨਾਂ ਨੇ ਉਹ ਆਪ ਕਹਿ ਰਹੇ ਸੀਗੇ ਵੀ ਐਸੇ ਲੋਕ ਜਿਹੜੇ ਟਰੈਕਟਰਾਂ ਦੇ ਉੱਤੇ ਜੰਗਲੇ ਬਣਾ ਰਹੇ ਆ ਲੱਖਾਂ ਰੁਪਏ ਖਰਚ ਕੇ, ਖਾਲਿਸਤਾਨੀਆਂ ਨੂੰ ਵੀ ਉਹਨਾਂ ਨੇ ਉੱਥੇ ਨਾਮ ਲਿਆ, ਵੀ ਅਗਾਹ ਕੀਤਾ ਵੀ ਇਸ ਅੰਦੋਲਨ ਤੋਂ ਦੂਰ ਰਹਿਣ, ਇਹ ਕਿਸਾਨੀ ਦਾ ਅੰਦੋਲਨ ਹੈ। ਉਹਨਾਂ ਨੇ ਇਹ ਵੀ ਗੱਲ ਕਹੀ ਵੀ ਉਹ ਲੋਕ ਸੋਸ਼ਲ ਮੀਡੀਆ ਦੇ ਕੌਣ ਹੈ ਜਿਹੜੇ ਇਹ ਗੱਲਾਂ ਕਰ ਰਹੇ ਆ ਵੀ
ਲਾਲ ਕਿਲੇ ਤੇ ਜਾ ਕੇ ਅਸੀਂ ਝੰਡਾ ਲਹਿਰਾਣਾ ਹੈ। ਰਾਜੇਵਾਲ ਸਾਹਿਬ ਨੇ ਬੜੇ ਪਿਆਰ ਨਾਲ ਕਿਹਾ ਵੀ ਸਾਡਾ ਕੋਈ ਮਕਸਦ ਸਰਕਾਰ ਦੇ ਨਾਲ ਕੋਈ ਸਰਕਾਰ ਤੋੜਨਾ ਜਾਂ ਗਿਰਾਣਾ ਨਹੀਂ ਹੈ, ਸਾਡਾ ਇਹ ਅੰਦੋਲਨ ਕਿਸਾਨੀ ਅੰਦੋਲਨ ਹੈ। ਸੋ ਸਾਡੀ ਜਿਹੜੀ ਗੱਲ ਅਸੀਂ ਕਹਿ ਰਹੇ ਸੀ ਸਾਡੇ ਲੀਡਰ ਜਾਂ ਸੈਂਟਰ ਸਰਕਾਰ ਵੱਲੋਂ ਵੀ ਕਿਤੇ ਕਿਤੇ ਕਹੀ ਗਈ ਹੈ ਵੀ ਖਾਲਿਸਤਾਨੀ ਜਾਂ ਐਂਟੀ ਸੋਸ਼ਲ ਐਲੀਮੈਂਟ ਕਿਸੇ ਵੀ ਰੂਪ 'ਚ, ਚਾਹੇ ਉਹ ਖਾਲਿਸਤਾਨ ਦੇ ਰੂਪ 'ਚ ਹੋਣ ਜਾਂ ਕਿਸੇ ਹੋਰ ਤਰੀਕੇ ਦੇ ਨਾਲ ਇਹਦੇ 'ਚ ਵੜ ਚੁੱਕੇ ਆ। ਰਾਜੇਵਾਲ ਸਾਹਿਬ ਨੇ ਵੀ ਕਿਤੇ ਨਾ ਕਿਤੇ ਉਸ ਗੱਲ ਦੇ ਉੱਤੇ ਕੱਲ ਸਾਰੇ ਕਿਸਾਨ ਅੰਦੋਲਨ ਨੂੰ ਬੇਨਤੀ ਕੀਤੀ ਵੀਰਾਂ ਨੂੰ ਵੀ ਇਹਨਾਂ ਚੀਜ਼ਾਂ ਤੋਂ ਆਪਾਂ ਦੂਰ ਰਹਿਣਾ ਔਰ ਸ਼ਾਂਤੀਮਈ ਅੰਦੋਲਨ ਕਰਨਾ। ਪਰ ਲਗਾਤਾਰ ਇਹ ਕਿਹਾ ਜਾ ਰਿਹਾ ਸਰਕਾਰ ਵੱਲੋਂ, ਸੁਪਰੀਮ ਕੋਰਟ ਦੇ ਵਿੱਚ ਵੀ ਤੁਹਾਡੇ ਅਟਾਰਨੀ ਜਨਰਲ ਨੇ ਕਿਹਾ ਕਿ 6 ਫॉर ਜਸਟਿਸ ਇਸ ਅੰਦੋਲਨ ਨੂੰ ਫੰਡਿੰਗ ਕਰ ਰਿਹਾ। ਸੋ ਇਹਦੇ 'ਚ ਤਾਂ ਕੋਈ ਸ਼ੱਕ ਹੀ ਨਹੀਂ ਹੈ। 6 ਫॉर ਜਸਟਿਸ ਨੇ 2020 ਅਨਾਉਂਸ ਕੀਤਾ ਸੀ, ਲੇਕਿਨ ਉਹਦੇ ਉੱਤੇ ਉਹ ਕੋਈ ਕੰਮ ਨਹੀਂ ਕਰ ਸਕੇ। ਹੁਣ ਉਹਨਾਂ ਨੂੰ ਇੱਕ ਬਣੀ ਬਣਾਈ ਸਟੇਜ ਮਿਲ ਰਹੀ ਹੈ ਲੋਕਾਂ ਦੇ ਦਿਲਾਂ 'ਚ। ਮੈਂ ਇਸ ਗੱਲ ਤੋਂ ਭੱਜਦਾ ਨਹੀਂ ਹੈ, ਮੈਂ ਇਹ ਨਹੀਂ ਕਹਿਣਾ ਚਾਹੁੰਦਾ, ਲੋਕਾਂ ਦੇ ਮਨ 'ਚ ਕਿਤੇ ਨਾ ਕਿਤੇ ਸਰਕਾਰ ਦੇ ਪ੍ਰਤੀ ਇਸ ਵੇਲੇ ਅਵਿਸ਼ਵਾਸ ਪੰਜਾਬ ਹਰਿਆਣਾ ਦੇ ਵਿੱਚ ਥੋੜ੍ਹਾ ਬਹੁਤ ਪੈਦਾ ਹੋਇਆ। ਸੋ ਜਿਹੜੇ ਐਂਟੀ ਸੋਸ਼ਲ ਐਲੀਮੈਂਟ ਹੈ, ਚਾਹੇ ਉਹ ਸਿੱਖ ਫॉर ਜਸਟਿਸ ਹੈ ਜਾਂ ਕੋਈ ਹੋਰ ਹੋਣਗੇ, ਨੈਕਸਲਾਈਟ ਗਰੁੱਪਸ ਹੈਗੇ ਆ ਸਾਡੇ ਮੁਲਕ ਦੇ ਵਿੱਚ ਬੈਠੇ ਆ ਜਿਹੜੇ, ਉਹ ਵੀ ਇਸ ਸਥਿਤੀ ਦਾ ਫਾਇਦਾ ਦੇਖੋ, ਜਿਹੜੀ ਕੋਈ ਵੀ ਐਂਟੀ ਸੋਸ਼ਲ ਧਿਰ ਹੁੰਦੀ ਆ ਉਹ ਇਹਦਾ ਫਾਇਦਾ ਲੈਣ ਦੀ ਜ਼ਰੂਰੀ ਕੋਸ਼ਿਸ਼ ਕਰੇਗੀ। ਉਹ ਜੇ ਸਰਕਾਰ ਕੋਲ ਕੋਈ ਇਨਪੁਟ ਹੋਏਗੇ ਤਦ ਹੀ ਸਰਕਾਰ ਨੇ ਸੁਪਰੀਮ ਕੋਰਟ 'ਚ ਹਲਫਨਾਮਾ ਦਿੱਤਾ, ਇਸ ਤੋਂ ਬਿਨਾਂ ਨਹੀਂ ਦਿੱਤਾ। ਗੋਸ਼ਾ ਜੀ, ਅਕਾਲੀ ਦਲ ਵੀ ਇਹ ਸਿਆਸੀ ਫਾਇਦਾ ਲੈਣਾ ਚਾਹੁੰਦੀ ਹੈ ਕਿਉਂਕਿ ਅਕਾਲੀ ਦਲ ਦਾ ਗ੍ਰਾਫ ਜਿਹੜਾ ਕਾਫੀ ਡਾਊਨ ਜਾ ਰਿਹਾ ਤੇ ਉਹ ਕਿਸਾਨੀ ਮਸਲੇ ਨੂੰ ਲੈ ਕੇ ਆਪਣਾ ਗ੍ਰਾਫ ਉੱਚਾ ਚੱਕਣਾ ਚਾਹ ਰਹੀ ਹੈ। ਜਿਸ ਤਰ੍ਹਾਂ ਔਰਬਿਟ ਦੀਆਂ ਬੱਸਾਂ ਫ੍ਰੀ ਚਲਾਤੀਆਂ ਤੇ ਇਹ ਸ਼ੋਅ ਕਰ ਰਹੀ ਹੈ ਕਿ ਅਸੀਂ ਜੀ ਫ੍ਰੀ ਸੇਵਾ ਚਲਾ ਦਿੱਤੀਆਂ। ਸੁਖਬੀਰ ਸਿੰਘ ਬਾਦਲ ਜੀ ਦਾ ਵੀ ਬਿਆਨ ਆਇਆ ਸੀ ਕਿ ਜਿਹੜੇ ਕਿਸਾਨ ਸ਼ਹੀਦ ਹੋਏ ਨੇ ਉਹਨਾਂ ਦਾ ਅਕਾਲੀ ਦਲ ਦੇ ਨਾਲ ਸੰਬੰਧ ਸੀ। ਦੇਖੋ, ਅਸੀਂ ਤਾਂ ਪਹਿਲਾਂ ਆਪਣਾ ਫਰਜ਼ ਨਿਭਾ ਰਹੇ ਸਨ ਜੀ। ਮੇਰੇ ਦੋਸਤ ਕਹਿ ਰਹੇ ਸੀਗੇ ਵੀ ਅਰਬਨ ਨੈਕਸਲੇਟ ਆ ਗਏ ਉੱਥੇ। ਮੈਂ ਮਦਭਾਗਾ ਕਹਿੰਦਾ ਇਹਨਾਂ ਦੇ ਬਿਆਨ ਨੂੰ। ਬਾਰ-ਬਾਰ ਇਹਨਾਂ ਦੇ ਲੋਕ ਹਰਜੀਤ ਗਰੇਵਾਲ ਜੀ, ਜਾਣੀ ਸਾਹਿਬ ਇੱਦਾਂ ਦਾ ਬਿਆਨ ਦੇ ਦਿੰਦੇ ਆ। ਅਗਲੇ ਦਿਨ ਆਪਾਂ ਫਿਰ ਉਹਨਾਂ ਨਾਲ ਮੀਟਿੰਗਾਂ ਕਰਦੇ ਆ। ਮੀਟਿੰਗਾਂ ਕਰਕੇ ਫਿਰ ਆਪਾਂ ਸਾਬਤ ਕੀ ਕਰਨਾ ਚਾਹੁੰਦੇ ਆ? ਆਪਾਂ ਝੂਠ ਦੀ ਦੀਵਾਰ ਜ਼ਿਆਦਾ ਦੇਰ ਨਹੀਂ ਚੱਲਦੀ। ਇਹ ਝੂਠ ਹੈ, ਬਾਰ-ਬਾਰ ਜਿੰਨੀ ਮਰਜ਼ੀ ਨਹੀਂ ਪੱਕੀ ਕਰ ਲੈਣ ਪਰ ਉਹ ਬਿਲਡਿੰਗ ਕੱਚੀ ਰਹੂਗੀ ਝੂਠ ਦੇ ਉੱਤੇ। ਅੱਜ ਜ਼ਰੂਰਤ ਕੀ ਸੀ? ਇਹ ਕਹਿੰਦੇ ਵੀ ਲੋਕ ਫਲਾਣੇ ਆ ਗਏ। ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ, ਮੌਕਾ ਕਿਹਨੇ ਦਿੱਤਾ? ਮੌਕਾ ਤਾਂ ਬੀਜੇਪੀ ਨੇ ਦਿੱਤਾ ਨਾ। ਜੇ ਇੱਕ ਛੋਟੀ ਜਿਹੀ ਸਿੰਪਲ ਜੀ ਗੱਲ ਹੈ ਵੀ ਜੇ ਕਿਸਾਨ ਕਹਿ ਰਹੇ ਵੀ ਸਾਡੇ ਵੈਲਫੇਅਰ ਵਾਸਤੇ ਕਾਨੂੰਨ ਨਹੀਂ ਹੈ, ਕਾਨੂੰਨ ਰੱਦ ਕਰ ਦਿਓ। ਕਾਨੂੰਨ ਰੱਦ ਨਾ ਕਰਨ ਦੇ ਪਿੱਛੇ ਕਾਰਨ ਕੀ ਹੈ ਬੀਜੇਪੀ ਦਾ? ਕਾਰਨ ਇਹ ਹੈ ਕਿ ਉਹ ਇੱਕ ਕਾਰਪੋਰੇਟ ਘਰਾਣਿਆਂ ਦੇ ਅੰਦਰ ਇੱਕ ਸਮਝੌਤਾ ਕਰੀ ਬੈਠੇ ਆ ਤੇ ਉਹ ਕਾਰਪੋਰੇਟ ਘਰਾਣਿਆਂ ਨੂੰ ਅਡਾਨੀ ਅੰਬਾਨੀ ਵਰਗੇ ਦੇ 2-4 ਹੋਰ ਪਰਿਵਾਰ ਹੈਗੇ ਜਿਨ੍ਹਾਂ ਨਾਲ ਇਹਨਾਂ ਨੇ ਸਮਝੌਤਾ ਆ ਤੇ ਉਹਨਾਂ ਨੂੰ ਫਾਇਦਾ ਦੇਣ ਵਾਸਤੇ, ਕਿਉਂਕਿ ਇਹਨਾਂ ਦੇ ਆਪ ਹੀ ਤਾਂ ਮੰਨ ਗਏ, ਤੋਮਰ ਸਾਹਿਬ ਤਾਂ ਆਪ ਹੀ ਮੀਟਿੰਗ 'ਚ ਮੰਨ ਗਏ ਸੀ ਵੀ ਕਾਰਪੋਰੇਟ ਘਰਾਣੇ ਵਾਸਤੇ ਬਣਾਇਆ। ਇਸ ਕਰਕੇ ਇਹਨਾਂ ਨੂੰ ਮੁਸ਼ਕਿਲ ਆ ਰਹੀ। ਮੈਂ ਹੁਣ ਬੇਨਤੀ ਕਰਾਂਗਾ ਕਿ ਕਿਸੇ ਨੂੰ ਸਿਆਸਤ ਕਰਨ ਦਾ, ਕਿਸੇ ਨੂੰ ਜੇ ਕਹਿੰਦੇ ਕੋਈ ਖਾਲਿਸਤਾਨੀ ਫਲਾਣਾ, ਇੱਕ ਦਿਨ ਆਪਾਂ ਮੀਟਿੰਗ ਕਰਕੇ ਦੂਜੇ ਦਿਨ ਆਪਾਂ ਇਹੋ ਜਿਹਾ ਬਿਆਨ ਦੇਣਾ ਮਦਭਾਗਾ। ਤੁਸੀਂ ਅੱਜ ਮੌਕਾ ਨਾ ਦਿਓ, ਮੌਕਾ ਤਾਂ ਨਹੀਂ ਦਿਓ। ਹੁਣ ਤੁਸੀਂ ਗੱਲ ਰਹਿ ਗਈ ਦੂਜੀ ਅਕਾਲੀ ਦਲ ਦੀ ਗੱਲ ਕੀਤੀ। ਅਕਾਲੀ ਦਲ ਨੇ ਆਪਣਾ ਫਰਜ਼ ਨਿਭਾਇਆ। ਤੁਹਾਨੂੰ ਮੈਂ ਯਾਦ ਕਰਾ ਦਾਂ, ਖਾਸ ਕਰਕੇ ਆਪਣੇ ਦੋਸਤਾਂ ਨੂੰ ਜੂਝ ਰੱਖਦਾ ਜਿਹੜੇ ਅੱਜ ਵਿਰੋਧੀ ਧਿਰਾਂ ਦੇ ਵਿੱਚ ਜਾਣ ਕੇ ਸਿਰਫ ਬੋਲਬਾਜ਼ੀ ਕਰਦੇ ਆ। ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਕੋਲੋਂ ਬਠਿੰਡੇ 'ਚ ਲੋਕ ਪਹੁੰਚੇ ਸੀਗੇ। ਉਹਨਾਂ ਨੇ ਕਿਹਾ ਸੀ ਵੀ ਜਿੱਥੇ ਜ਼ਰੂਰਤ ਪਈ ਅਕਾਲੀ ਦਲ ਮੋਹਰੀ ਕਤਾਰ 'ਚ ਖੜਿਆ ਮਿਲੂਗਾ। ਤੇ ਅੱਜ ਕਿਸਾਨੀ ਦੀ ਗੱਲ ਆਈ ਤੇ ਸਭ ਤੋਂ ਪਹਿਲਾਂ ਅਸਤੀਫਾ ਦਿੱਤਾ। ਕੱਲਾ ਬੱਸਾਂ ਨਹੀਂ ਭੇਜ ਰਹੇ, ਬੱਸਾਂ ਸਾਡਾ ਫਰਜ਼ ਹੈ। ਜੇ ਪੰਜਾਬ ਦੇ ਸਾਡੇ ਅਸਤੀਫਾ ਦਾ ਬਾਅਦ ਵਿੱਚ ਦਿੱਤਾ ਨਾ, ਪਹਿਲਾਂ ਤਾਂ ਸੁਖਬੀਰ ਸਿੰਘ ਬਾਦਲ ਬੀਬਾ ਜੀ ਤਾਂ ਫਾਇਦੇ ਹੀ ਗਿਣਾਉਂਦੇ ਰਹੇ ਨਾ ਕਾਨੂੰਨਾਂ ਦੇ। ਅਸਤੀਫਾ ਉਦੋਂ ਦਿੱਤਾ ਜਦੋਂ ਲੋਕਾਂ ਨੇ ਅਕਾਲੀ ਦਲ ਦਾ ਵਿਰੋਧ ਕਰਨਾ ਸ਼ੁਰੂ ਕੀਤਾ, ਉਦੋਂ ਅਸਤੀਫਾ ਦਿੱਤਾ। ਜੀ ਦੇਰ ਆਏ ਦੁਰਸਤ ਆਏ ਤਾਂ ਹੈਗਾ ਨਾ। ਅਸੀਂ ਆਪਣਾ ਕੰਮ ਫਾਇਦੇ ਗਿਣਾ ਰਹੇ ਸੀ ਨਾ, ਪਹਿਲਾਂ ਫਾਇਦੇ ਗਿਣਾ ਰਹੇ ਸੀ। ਤਾਂ ਸਿਰਫ ਜੇਬਾਂ 'ਚ ਅਸਤੀਫੇ ਖੜਕਾਉਂਦੇ ਰਹੇ। ਆਮ ਆਦਮੀ ਪਾਰਟੀ ਨੇ ਸਭ ਤੋਂ ਪਹਿਲਾਂ ਬਿੱਲ ਲਾਗੂ ਕੀਤਾ। ਮੈਂ ਤਾਂ ਸਿਰਫ ਇੰਨਾ ਕਹਿਣਾ ਵੀ ਅਕਾਲੀ ਦਲ ਨੇ ਆਪਣਾ ਅੱਜ ਵੀ ਫਰਜ਼ ਨਿਭਾਇਆ, ਕੱਲ ਵੀ ਨਿਭਾਇਆ। ਜੇ ਕੋਈ ਕੰਮ ਕੀਤਾ ਤੇ ਅਕਾਲੀ ਦਲ ਨੇ ਕੀਤਾ ਤਾਂ ਕੋਈ ਹੋਰ ਪਾਰਟੀ ਨੇ ਕੋਈ ਵੀ ਕੰਮ ਕੀਤਾ। ਸਿਰਫ ਬਿੱਲ ਲਾਗੂ ਕਰਨ ਤੋਂ ਇਲਾਵਾ ਹੁਣ ਬੱਸਾਂ ਅਸੀਂ ਭੇਜਦੇ ਰਵਾਂਗੇ। ਸਾਨੂੰ ਜਿੰਨੇ ਮਰਜ਼ੀ ਨੋਟਿਸ ਕਰ ਲੈਣ, ਜਿਹੜੇ ਮਰਜ਼ੀ ਕਰ ਲੈਣ। ਅੱਜ ਇੱਕ ਪਾਸੇ ਕਹਿੰਦੇ ਵੀ ਅਸੀਂ ਕਿਸਾਨਾਂ ਨਾਲ ਗੱਲ ਕਰਨੀ ਆ, ਦੂਜੇ ਜੋ ਬੱਸਾਂ ਭੇਜਦੇ ਆ ਤੇ ਮਾੜੇ ਕਿੱਦਾਂ ਹੋ ਗਏ ਮੈਨੂੰ ਇਹ ਦੱਸ ਦੇਣ ਮਾੜੇ ਕਿੱਦਾਂ ਹੋਏ। ਨੇ ਤਾਂ ਆ ਵੀ ਕੰਮ ਕੀਤਾ ਸੀ ਨਾ ਫਾਇਦੇ ਗਿਣਾਉਣ ਦਾ ਬਿੱਲਾਂ ਦਾ। ਦੇਖੋ, ਫਾਇਦੇ ਗਿਣਾਉਣ ਦੀ ਅਸੀਂ ਕੋਸ਼ਿਸ਼ ਕਰ ਰਹੇ ਸੀਗੇ। ਅੰਦਰ ਬੈਠੇ ਅਸੀਂ ਵਿਰੋਧਤਾ ਬੜੀ ਕੀਤੀ। ਜਦੋਂ ਨਹੀਂ ਹੋਇਆ ਅਸੀਂ ਵਿਰੋਧਤਾ ਨੂੰ ਬਾਹਰ ਲੈ ਕੇ ਆਏ ਆ, ਰੋਡ ਤੇ ਲੈ ਕੇ ਆਏ ਤੇ ਅੱਜ ਤੁਸੀਂ ਦੇਖ ਹੀ ਰਹੇ ਹੋ। ਤੇ ਅਸੀਂ ਤਾਂ ਇੱਕ ਪਾਸੇ ਲੱਗੇ, ਦੂਜੇ ਪਾਸੇ ਤਾਂ ਨਹੀਂ ਲੱਗੇ ਨਾ। ਇਹ ਦੱਸਣ ਕਿਹੜੇ ਪਾਸੇ ਲੱਗੇ। ਜਸਮਨ ਜੀ, ਆਮ ਆਦਮੀ ਪਾਰਟੀ ਨੂੰ ਵੀ ਬਹੁਤ ਫਾਇਦਾ ਹੋ ਰਿਹਾ, ਚਾਹੇ ਉੱਥੇ ਤੁਸੀਂ ਫ੍ਰੀ ਵਾਈਫਾਈ ਲਗਵਾ ਰਹੇ ਹੋ, ਤੁਹਾਡੇ ਮੁੱਖ ਮੰਤਰੀ ਵੀ ਉੱਥੇ ਪਹੁੰਚੇ ਨੇ। ਇਸ ਤੋਂ ਜ਼ਿਆਦਾ ਫਾਇਦਾ ਕਾਂਗਰਸ ਤਾਂ ਲੈ ਹੀ ਰਹੀ ਆ, ਅਕਾਲੀ ਦਲ ਵੀ ਲੈ ਰਿਹਾ, ਆਮ ਆਦਮੀ ਪਾਰਟੀ ਨੂੰ ਵੀ ਬਹੁਤ ਫਾਇਦਾ ਹੋ ਰਿਹਾ ਇਸ ਤੋਂ। ਪਰ ਕਾਨੂੰਨ ਲਾਗੂ ਉੱਥੇ ਪਹਿਲਾਂ ਆਮ ਆਦਮੀ ਪਾਰਟੀ ਦੇ ਵੱਲੋਂ ਉੱਥੇ ਦਿੱਲੀ 'ਚ ਕਰਾਏ ਗਏ। ਦੇਖੋ, ਮੈਂ ਇਸ ਚੀਜ਼ ਤੇ ਇਹ ਨਹੀਂ ਕਹੂੰਗਾ ਵੀ ਫਾਇਦਾ ਹੋ ਰਿਹਾ ਜਾਂ ਨਹੀਂ। ਸਾਡਾ ਫਰਜ਼ ਬਣਦਾ ਵਾ ਅਸੀਂ ਉੱਥੇ ਪਹੁੰਚੀਏ। ਕਿਸਾਨ ਸਾਡੇ ਦੇਸ਼ ਦਾ ਅੰਨਦਾਤਾ ਵਾ। ਜੇ ਸਾਡੇ ਦੇਸ਼ ਦਾ ਅੰਨਦਾਤਾ ਭੁੱਖਾ ਮਰ ਰਿਹਾ ਨਾ ਤਾਂ ਦੇਸ਼ ਖੁਸ਼ਹਾਲ ਨਹੀਂ ਹੋ ਸਕਦਾ। ਇਹ ਸਾਡਾ ਫਰਜ਼ ਸੀਗਾ। ਕੇਜਰੀਵਾਲ ਸਰਕਾਰ ਨੇ ਉੱਥੇ ਮੋਬਾਈਲ ਟਾਇਲਟਸ ਪਹੁੰਚਦੀਆਂ ਕੀਤੀਆਂ, ਵਾਈਫਾਈ ਜਿੱਥੇ ਤੱਕ ਮਦਦ ਹੋ ਸਕਦੀ ਹੈ ਕੀਤੀ ਆ। ਰਹਿ ਗਈ ਗੱਲ ਕਾਨੂੰਨ ਲਾਗੂ ਕਰਨ ਦੀ। ਸਰ, ਸੈਂਟਰਲ ਲਾਜ਼ ਨੇ, ਸੈਂਟਰਲ ਲਾਜ਼ ਨੂੰ ਕੋਈ ਸਟੇਟ ਗਵਰਨਮੈਂਟ ਸਟ੍ਰੇਟ ਫਾਰਵਰਡਲੀ ਉਹਨੂੰ ਕਹਿ ਨਹੀਂ ਸਕਦੀ ਵੀ ਅਸੀਂ ਲਾਗੂ ਨਹੀਂ ਕਰਨਾ। ਉਹਨਾਂ ਨੇ ਲਾਗੂ ਕੀਤੇ, ਬਾਅਦ ਵਿੱਚ ਸਪੈਸ਼ਲ ਸੈਸ਼ਨ ਬੁਲਾ ਕੇ ਉਹਨਾਂ ਕਾਨੂੰਨਾਂ ਨੂੰ ਰੱਦ ਕੀਤਾ। ਔਰ ਪਲੱਸ ਪੁਆਇੰਟ ਇੱਕ ਇਹ ਦੇਖੋ ਤੁਸੀਂ, ਦਿੱਲੀ ਸਰਕਾਰ ਦਾ ਸਵਾਮੀਨਾਥਨ ਕਮਿਸ਼ਨ ਦੀਆਂ ਰਿਪੋਰਟਾਂ ਦੇ ਵਿੱਚ ਜੋ ਕਣਕ ਝੋਨੇ ਦਾ ਰੇਟ ਉਹਨਾਂ ਨੇ ਸਿਫਾਰਿਸ਼ ਕੀਤੀ ਸੀਗੀ, ਉਹ ਰੇਟ ਦਿੱਲੀ ਦੇ ਕਿਸਾਨਾਂ ਨੂੰ ਅੱਜ ਮਿਲ ਰਿਹਾ। ਚਾਹੇ ਉਹ ਕਿਸਾਨ ਘੱਟ ਨੇ ਚਾਹੇ ਵੱਧ ਨੇ, ਉਹਨਾਂ ਨੂੰ ਉੱਥੇ ਉਹ ਰੇਟ ਮਿਲ ਰਿਹਾ। ਹੁਣ
ਅਸੀਂ ਲੋਕਾਂ ਨਾਲ ਇਹ ਚੀਜ਼ ਤੇ ਵਾਅਦਾ ਕਰਦੇ ਹਾਂ ਵੀ ਹੋ ਸਕਦਾ ਵਾ ਉੱਥੇ ਕਿਸਾਨ ਘੱਟ ਹੋਣ, ਪਰ ਜਦੋਂ ਅਸੀਂ ਪੰਜਾਬ ਦੇ ਵਿੱਚ ਜੇ ਪ੍ਰਮਾਤਮਾ ਨੇ ਚਾਹਿਆ, ਲੋਕਾਂ ਨੇ ਚਾਹਿਆ, ਸਾਨੂੰ ਇੱਥੇ ਆ ਕੇ ਸਾਡੇ ਪਾਵਰ ਆਈ ਪੰਜਾਬ ਦੇ ਵਿੱਚ, ਤਾਂ ਅਸੀਂ ਇੱਥੇ ਵੀ ਉਹੀ ਚੀਜ਼ਾਂ ਲੈ ਕੇ ਆਵਾਂਗੇ। ਰਹਿ ਗਈ ਸੈਸ਼ਨ ਬੁਲਾਉਣ 'ਚ ਇੰਨਾ ਸਮਾਂ ਕਿਉਂ ਲਗਾਤਾ? ਪੰਜਾਬ ਸਰਕਾਰ ਨੇ ਪਹਿਲਾਂ ਹੀ ਸੈਸ਼ਨ ਬੁਲਾ ਕੇ ਐਮਰਜੈਂਸੀ ਕਾਨੂੰਨ ਰੱਦ ਕਰ ਦਿੱਤੇ, ਪਹਿਲਾਂ ਉੱਥੇ ਲਾਗੂ ਹੋ ਗਏ ਦਿੱਲੀ 'ਚ, ਬਾਅਦ ਵਿੱਚ ਸੈਸ਼ਨ ਬੁਲਾਇਆ ਜਦੋਂ ਲੋਕਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਸਰ, ਪੰਜਾਬ ਸਰਕਾਰ ਨੇ ਪਹਿਲਾਂ ਰੱਦ ਕੀਤੇ ਸੀ, ਬਟ ਹੁਣ ਰੀਸੈਂਟ ਨੋਟੀਫਿਕੇਸ਼ਨ ਦੇ ਵਿੱਚ ਪੰਜਾਬ ਦੇ ਵਿੱਚ ਕਾਨੂੰਨ ਅੱਜ ਵੀ ਲਾਗੂ ਨੇ। ਜੇ ਤੁਸੀਂ ਨੋਟੀਫਿਕੇਸ਼ਨ ਚੈੱਕ ਕਰੋ, ਪੰਜਾਬ ਦੇ ਵਿੱਚ ਕਾਨੂੰਨ ਅੱਜ ਵੀ ਲਾਗੂ ਨੇ। ਚਲੋ ਇਹ ਗੱਲ ਅਲੱਗ ਰਹੇਗੀ। ਦੂਜੀ ਗੱਲ ਮੈਂ ਆਉਣਾ ਜੀ, ਅਸੀਂ ਕਿਉਂ ਪ੍ਰਾਈਵੇਟ ਫਰਮਸ ਨੂੰ ਪੰਜਾਬ ਦੇ ਵਿੱਚ ਇੰਨੀ ਘੁਸਪੈਠ ਕਰਨ ਦਿੱਤੀ? ਪਿਛਲੇ 3-4 ਸਾਲਾਂ ਤੋਂ ਅਸੀਂ ਦੇਖਦੇ ਆਉਂਦੇ ਹਾਂ, ਅਡਾਨੀ ਜੀ ਦੇ ਸਾਈਲੋ ਬਣੇ ਹੋਏ ਨੇ ਮੋਗੇ ਕੋਲੇ, ਉਹ ਨਹੀਂ ਕਿਸੇ ਨੇ ਰੋਕੇ। ਅਡਾਨੀ ਜੀ ਨੇ ਡਰਾਈ ਪੋਰਟ ਬਣਾਤਾ ਕਿਲਾ ਰਾਏਪੁਰ ਕੋਲੇ, ਉਹਦੇ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ। ਜੇ ਸਾਡੀ ਸਰਕਾਰੀ ਮਸ਼ੀਨਰੀ ਪ੍ਰੋਪਰਲੀ ਵਰਕ ਕਰਦੀ ਹੁੰਦੀ ਤਾਂ ਇਹ ਕਾਨੂੰਨ ਆਉਂਦੇ ਨਾ ਆਉਂਦੇ ਸਾਨੂੰ ਕੋਈ ਫਰਕ ਨਹੀਂ ਪੈਣਾ ਸੀਗਾ। ਪਰ ਅੱਜ ਦੀ ਡੇਟ ਦੇ ਵਿੱਚ ਸਾਡੇ ਮਾਰਕਫੈਡ, ਸਾਡੇ ਪੰਚ ਸਭ ਇਹ ਇੰਨੇ ਵੀਕ ਹੋ ਚੁੱਕੇ ਨੇ ਕਿ ਇਹ ਖੁਦ ਖਰੀਦ ਕਰਨ ਤੋਂ ਭੱਜ ਰਹੇ ਨੇ। ਨੈਸਲੇ ਕੰਪਨੀ ਆ ਜੀ ਮੋਗੇ ਦੇ ਵਿੱਚ, ਨੈਸਲੇ ਅੱਜ ਦੁੱਧ ਖਰੀਦ ਰਹੀ ਹੈ ਕਿਸਾਨਾਂ ਤੋਂ, ਉਹ 10 ਪੈਸੇ 20 ਪੈਸੇ ਵੱਧ ਰੇਟ ਤੇ ਖਰੀਦ ਰਹੀ ਹੈ। ਕਾਰਨ ਕੀ ਹੈ ਜੀ? ਉਹਦਾ ਵੇਰਕਾ ਬਰਾਬਰ ਦਾ ਸ਼ਰੀਕ ਖੜਾ ਉਹਦੇ। ਜੇ ਸਾਡੀਆਂ ਬਾਕੀ ਸਰਕਾਰੀ ਜਿਹੜੀਆਂ ਏਜੰਸੀਜ਼ ਨੇ ਉਹ ਵੀ ਆਪਣੇ ਆਪ ਨੂੰ ਇੰਨਾ ਸਟਰੋਂਗ ਕਰਨ ਤਾਂ ਪ੍ਰਾਈਵੇਟ ਕੰਪਨੀਆਂ ਆਪੇ ਵੱਧ ਰੇਟ ਦੇ ਕੇ ਕਿਸਾਨ ਆਪੇ ਖੁਸ਼ਹਾਲ ਰਹੂਗਾ ਜੀ। ਗੋਸ਼ਾ ਜੀ, ਇਹਨਾਂ ਨੇ ਕਿਹਾ ਕਿ ਪ੍ਰਾਈਵੇਟ ਕੰਪਨੀਆਂ ਨੂੰ ਵੜਨ ਨਹੀਂ ਕਿਉਂ ਦਿੱਤਾ? ਅਕਾਲੀ ਦਲ ਨੇ ਹੀ ਸਭ ਤੋਂ ਪਹਿਲਾਂ ਪ੍ਰਾਈਵੇਟ ਕੰਪਨੀਆਂ ਨੂੰ ਐਗਰੀਕਲਚਰ 'ਚ ਲਿਆਉਣਾ ਸ਼ੁਰੂ ਕੀਤਾ ਸੀ, ਕੰਟਰੈਕਟ ਫਾਰਮਿੰਗ ਸ਼ੁਰੂ ਕਰਨ ਵਾਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ। ਦੇਖੋ ਮੇਰੀ ਗੱਲ ਸੁਣੋ, ਪ੍ਰਾਈਵੇਟ ਕੰਪਨੀਆਂ ਦੂਜੀਆਂ ਕੰਪਨੀਆਂ ਲਿਆਣੀਆਂ ਕੋਈ ਮਾੜਾ ਕੰਮ ਨਹੀਂ ਹੁੰਦਾ, ਪਰ ਇੱਕ ਕੰਪਨੀ ਸਪੈਸ਼ਲ 2 ਪਰਿਵਾਰਾਂ ਨੂੰ ਸਾਰਾ ਕੁਝ ਦੇਣਾ ਉਹ ਮਾੜੀ ਗੱਲ ਹੋ ਸਕਦੀ ਹੈ। ਆਮ ਆਦਮੀ ਪਾਰਟੀ ਵਾਲੇ ਜਿਹੜੇ ਸਵਾਲ ਕਰਦੇ ਇਹਨਾਂ ਦਾ ਸਵਾਲ ਪਾਣਾ ਹੀ ਨਹੀਂ ਬਣਦਾ। ਇੱਕ ਪਾਸੇ ਆਪਾਂ ਉਹ ਕਾਪੀਆਂ ਸਾੜਦੇ ਪਏ ਹਾਂ, ਇੱਕ ਪਾਸੇ ਆਪਾਂ ਬਿੱਲ ਸਭ ਤੋਂ ਪਹਿਲਾਂ ਲਾਗੂ ਕਰਦੇ ਪਏ ਹਾਂ। ਕਿਹੜਾ ਪ੍ਰੈਸ਼ਰ ਸੀ ਬਿੱਲ ਲਾਗੂ? ਇੱਕ ਪਾਸੇ ਜੇ ਬਿੱਲ ਹੀ ਸਾੜਦੇ ਫਿਰ ਲਾਗੂ ਕਰਨ ਦੀ ਕੀ ਜ਼ਰੂਤ ਸੀ? ਗੱਲ ਇਹ ਮੈਂ ਕਹਿੰਦਾ ਸਾਰਿਆਂ ਨੇ ਸੈਂਟਰ ਐਕਟ ਹੈ, ਸੈਂਟਰ ਦੇ ਅੰਦਰ ਆਉਂਦੀ ਹੈ ਦਿੱਲੀ, ਤਾਂ ਹੋਇਆ। ਸੈਂਟਰ ਐਕਟ ਹੈ ਤੇ ਫਿਰ ਜਦ ਕਾਪੀਆਂ ਆਪਾਂ ਸਾੜਤੀਆਂ ਫਿਰ ਲਾਗੂ ਕਰਨ ਦੀ ਕੀ ਜ਼ਰੂਰਤ ਸੀ? ਇੱਕ ਡਰਾਮੇਬਾਜ਼ੀ ਕਰ ਰਹੀ ਹੈ ਕੇਜਰੀਵਾਲ ਸਰਕਾਰ ਹਮੇਸ਼ਾ। ਮੈਂ ਇੱਕ ਗੱਲ ਕਹਿਣਾ ਵੀ ਝੂਠ ਦੀ ਬਣਾ ਦੇ ਉੱਤੇ ਹਮੇਸ਼ਾ ਇਹਨਾਂ ਨੇ ਕੰਮ ਕੀਤਾ। ਆਪਣੇ ਬੱਚਿਆਂ ਦੇ ਸਹੁੰ ਖਾ ਕੇ ਜਿਹੜੀ ਕਹਿੰਦੇ ਸੀ ਕਾਂਗਰਸ ਨਾਲ ਅਲਾਈਅੰਸ ਨਹੀਂ ਕਰੂਗੀ, ਬਾਅਦ ਚੋਂ ਕਾਂਗਰਸ ਨਾਲ ਅਲਾਈਅੰਸ ਕੀਤਾ। ਚਲੋ ਹੁਣ ਅੱਜ ਜਿਹੜਾ ਕਿਸਾਨੀ ਮੁੱਦਾ, ਮੈਂ ਸਾਰਿਆਂ ਨੂੰ ਬੇਨਤੀ ਕਰਦਾ, ਇਹ ਕਿਸਾਨੀ ਮੁੱਦੇ ਉੱਤੇ ਕਿਸੇ ਨੂੰ ਸਿਆਸਤ ਕਰਨ ਦੀ ਜ਼ਰੂਰਤ ਨਹੀਂ। ਕੋਈ ਆਪਣਾ ਲਾਹਾ 2022 ਦਾ ਨਾ ਸੋਚੇ। ਅੱਜ ਜ਼ਰੂਰਤ ਹੈ, ਜੇ ਅੱਜ ਜ਼ਰੂਰਤ ਵੀ ਅਕਾਲੀ ਦਲ ਆਪਣਾ ਕੰਮ ਕਰ ਰਿਹਾ, ਸਾਰੀਆਂ ਪਾਰਟੀਆਂ ਆਪਣੇ ਆਪਣੇ ਤੌਰ ਤੇ ਕੰਮ ਕਰਨ। ਪਾਰਟੀ ਦਾ ਝੰਡਾ ਛੱਡ ਕੇ ਸਿਆਸਤ ਤੋਂ ਉੱਪਰ ਉੱਠ ਕੇ ਅਸੀਂ ਵੀ ਸੇਵਾ ਕਰ ਰਹੇ ਤੇ ਇਹ ਵੀ ਸੇਵਾ ਕਰਨਾ। ਇਹ ਬਾਰ-ਬਾਰ ਕਹਿੰਦੇ ਵੀ ਅਸੀਂ ਬਾਰਡਰ ਦੇ ਇੱਧਰ ਕਰਤਾ, ਇਹ ਬਾਰਡਰ ਦੇ ਇੱਧਰ ਆਂਦੇ ਡਰਦੇ ਕਿਉਂ ਆ? ਇਹ ਡਰਦੇ ਇਸ ਕਰਕੇ ਆ ਕਿਉਂਕਿ ਇਹਨਾਂ ਦਾ ਝੂਠ ਹੈ। ਹੁਣ ਜੇ ਇਹ ਕਹਿਣਗੇ ਬਾਰਡਰ ਦੇ ਇੱਥੇ, ਇਹਨਾਂ ਦਾ ਇੱਕ ਜਵਾਬ ਹੁੰਦਾ ਕਿ ਬਾਰਡਰ ਦੇ ਇੱਧਰ ਆਉਣ ਨਹੀਂ ਦਿੰਦਾ। ਦਿੱਲੀ ਕਮੇਟੀ ਬਾਰਡਰ ਤੋਂ ਇੱਧਰ ਆ ਸਕਦੀ ਹੈ, ਦਿੱਲੀ ਦੇ ਲੋਕ ਵਪਾਰੀ ਇੱਧਰ ਆ ਕੇ ਸੇਵਾ ਕਰ ਸਕਦੇ, ਇਹ ਨਹੀਂ ਸੇਵਾ ਕਰ ਸਕਦੇ। ਮੈਨੂੰ ਇਹ ਨਹੀਂ ਅੱਜ ਤੱਕ ਸਮਝ ਆਈ। ਆਨਾ ਮੈਂ ਤੁਹਾਡੇ ਕੋਲ ਵੀ ਆਨਾ ਲਾਪਰਾ ਸਾਹਿਬ, ਪੰਜਾਬ ਸਰਕਾਰ ਲਗਾਤਾਰ ਕਹਿ ਰਹੀ ਹੈ, ਕੈਪਟਨ ਅਮਰਿੰਦਰ ਸਿੰਘ ਕਹਿ ਰਿਹਾ ਅਸੀਂ ਨਾਲ ਕਿਸਾਨਾਂ ਦੇ ਖੜੇ ਆ, ਪਰ ਦੂਜੇ ਪਾਸੇ ਜਦੋਂ ਕੋਈ ਕਿਸਾਨ ਵਿਰੋਧ ਕਰਨ ਜਾਂਦੇ ਨੇ, ਤਿਕਸ਼ਨ ਸੂਦ ਜੀ ਦੇ ਘਰ ਦੇ ਬਾਹਰ ਗੋਹਾ ਸੁੱਟਿਆ, ਉਹਨਾਂ ਦੇ 307 ਦੀ ਧਾਰਾ ਦੇ ਤਹਿਤ ਪਰਚਾ ਹੋਇਆ। ਫਿਰ ਕਿੱਦਾਂ ਪੰਜਾਬ ਸਰਕਾਰ ਕਹਿ ਸਕਦੀ ਹੈ ਕਿ ਅਸੀਂ ਉਹਨਾਂ ਦੇ ਨਾਲ ਆ ਕਿਸਾਨਾਂ ਦੇ? ਪਹਿਲੀ ਗੱਲ ਤਾਂ ਜੀ, ਇਹ ਜਿਹੜਾ ਕਿਸਾਨ ਅੰਦੋਲਨ ਚੱਲ ਰਿਹਾ, ਮੇਰੀ ਸਾਰੇ ਦਰਸ਼ਕਾਂ ਨੂੰ ਬੇਨਤੀ ਹੈ ਵੀ ਜਿਹੜੇ ਵਰਲਡ ਵਾਈਡ ਇਹ ਚੀਜ਼ ਨੂੰ ਦੇਖ ਰਹੇ, ਪਲੀਜ਼ ਇਹਨੂੰ ਸਪੋਰਟ ਕਰੋ। ਕਿਸੇ ਵੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ, ਮੈਂ ਪਹਿਲਾਂ ਇੱਕ ਕਿਸਾਨ ਦਾ ਪੋਤਾ ਤੇ ਕਿਸਾਨ ਦਾ ਬੇਟਾ, ਤੇ ਹੁਣ ਰਹੀ ਗੱਲ ਆ ਮੁੱਦਿਆਂ ਦੀ, ਤਿਕਸ਼ਨ ਸੂਦ ਜੀ ਦੇ ਘਰ ਗੋਹਾ ਸਿੱਟਣਾ, ਇਹ ਬਹੁਤ ਛੋਟੀ ਗੱਲਾਂ ਨੇ। ਇਹਦੇ ਤੇ ਪਰਚਾ ਹੋਇਆ ਨਹੀਂ ਹੋਇਆ, ਸੈਂਟਰ ਸਰਕਾਰ ਦੀ ਕੀ ਇਨਵੋਲਵਮੈਂਟ ਸੀ, ਸਟੇਟ ਗਵਰਨਮੈਂਟ 'ਚ ਕਿਹਨੇ ਇਸ ਚੀਜ਼ ਨੂੰ ਮੈਨੀਪੂਲੇਟ ਕੀਤਾ, ਇਹ ਆਪਾਂ ਇਹਦੀ ਤਹਿ ਤੱਕ ਨਹੀਂ ਜਾ ਸਕਦੇ। ਤਾਂ ਇਹ ਨਿੱਕੇ ਮੁੱਦਿਆਂ ਤੇ ਆਪਣਾ ਦਿਮਾਗ ਖਪਾਉਣ ਨਾਲੋਂ ਜੇ ਆਪਾਂ ਵੱਡੀ ਜਿਹੜੀ ਸਿਆਸਤ ਚੱਲ ਰਹੀ ਹੈ ਸੈਂਟਰ ਗਵਰਨਮੈਂਟ ਦੀ, ਅਦਾਨੀ ਤੇ ਅੰਬਾਨੀ ਨੂੰ ਸੈੱਟ ਕਰਨ ਦੀ, ਇਹ ਸਿਰਫ ਪੰਜਾਬ ਨੇ ਇਕੱਲੇ ਨੇ ਵਿਰੋਧ ਕੀਤਾ। ਕਿਉਂਕਿ ਜਿਹੜੀ ਪੰਜਾਬ ਦੀ ਧਰਤੀ ਹੈ, ਗੁਰੂਆਂ ਪੀਰਾਂ ਦੀ ਧਰਤੀ ਹੈ, ਸ਼ਹੀਦਾਂ ਦੀ ਧਰਤੀ ਹੈ। ਜਦੋਂ ਵੀ ਕਦੇ ਬਾਗੀ ਸੁਰਾਂ ਜ਼ਾਲਮ ਸਰਕਾਰਾਂ ਦੇ ਖਿਲਾਫ ਉੱਠੀਆਂ ਤਾਂ ਪੰਜਾਬ ਦੀ ਧਰਤੀ ਤੋਂ ਹਮੇਸ਼ਾ ਸ਼ੁਰੂ ਹੋਇਆ। ਤੇ ਪੰਜਾਬ ਦੀ ਧਰਤੀ ਨੂੰ ਦੇਖਦੇ ਹੋਏ ਹਰਿਆਣਾ ਜਿਹੜਾ ਸਾਡਾ ਛੋਟਾ ਭਾਈ ਹੈ, ਹਰਿਆਣੇ ਦੇ ਫਾਰਮਰ ਵੀ ਆ ਕੇ ਬਹਿ ਗਏ ਹੈ। ਤੁਸੀਂ ਤਿਕੜੀ ਬਾਰਡਰ ਦੇਖ ਲਓ, ਤੁਸੀਂ ਗਾਜੀਪੁਰ ਦੇਖ ਲਓ, ਤੁਸੀਂ ਸਿੰਘੂ ਦੇਖ ਲਓ, ਹਰ ਜਗ੍ਹਾ ਸੈਂਟਰ ਗਵਰਨਮੈਂਟ ਦੇ ਖਿਲਾਫ। ਸੈਂਟਰ ਗਵਰਨਮੈਂਟ ਕਿਉਂ ਕਹੂੰਗਾ? ਸੈਂਟਰ ਗਵਰਨਮੈਂਟ ਨਹੀਂ, ਇੱਕੋ ਬੰਦਾ ਤਾਨਾਸ਼ਾਹ ਦੇ ਖਿਲਾਫ, ਨਰਿੰਦਰ ਸਿੰਘ ਮੋਦੀ, ਜਿਹੜਾ ਕਿ ਆਪਾਂ ਨੂੰ ਮਾਣਯੋਗ ਪ੍ਰਧਾਨ ਮੰਤਰੀ ਕਹਿਣਾ ਚਾਹੀਦਾ। ਹੁਣ ਮੈਂ ਉਹਦੇ ਨਾਮ ਤੋਂ ਮਾਣਯੋਗ ਹਟਾਉਣਾ, ਕਿਉਂਕਿ ਉਹ ਇੱਕ ਤਾਨਾਸ਼ਾਹ ਹੈ। ਜਰਮਨੀ 'ਚ ਹਿਟਲਰ ਤੋਂ ਬਾਅਦ ਜੇ ਕੋਈ ਤਾਨਾਸ਼ਾਹ ਹੁਣ ਕਿਸੇ ਨੇ ਦੇਖਿਆ ਤਾਂ ਉਹ ਨਰਿੰਦਰ ਮੋਦੀ ਦੇ ਰੂਪ 'ਚ ਆਪਣੇ ਭਾਰਤ ਦੇਸ਼ 'ਚ ਦੇਖਣ ਨੂੰ ਮਿਲ ਰਿਹਾ। ਤੇ ਉਸ ਤਾਨਾਸ਼ਾਹ ਨੇ ਸਿਰਫ 2 ਪਰਿਵਾਰਾਂ ਨੂੰ ਸੈੱਟ ਕਰਨ ਨੂੰ, ਪਹਿਲਾਂ ਉਹ 2 ਪਰਿਵਾਰਾਂ ਨੇ ਉਹਦੀ ਸਿਆਸਤ ਸੈੱਟ ਕੀਤੀ। ਅਡਵਾਨੀ ਨੂੰ, ਜਿਹੜੇ ਸੀਨੀਅਰ ਸੀ, ਸਭ ਨੂੰ ਪਾਸੇ ਲਾ ਕੇ, ਪੈਸਾ ਦੀ ਇਲੈਕਸ਼ਨਾਂ ਤੇ ਲਾ ਕੇ, ਕਹਿ ਲਓ ਵੀ EVM ਮੈਨੂਪੂਲੇਟ ਕੀਤੇ ਗਏ ਜਾਂ ਵੋਟਾਂ ਖਰੀਦੀਆਂ ਗਈਆਂ। ਜਿਹੜਾ ਬੰਦਾ ਜਿਨ੍ਹਾਂ ਦੇ ਪੈਸਿਆਂ ਨਾਲ ਬਣਿਆ, ਉਹ ਉਹਨਾਂ ਦਾ ਕਹਿ ਲਓ ਗੁਲਾਮ ਹੈ ਤੇ ਉਹਨਾਂ ਦਾ ਮੁਲਾਜ਼ਮ ਹੈ। ਉਹਨਾਂ ਦਾ ਮੁਲਾਜ਼ਮ ਉਹਨਾਂ ਨੂੰ ਫਾਇਦਾ ਤਾਂ ਦਊਗਾ ਹੀ।
ਬਟ ਅਸੀਂ ਇਹ ਚੀਜ਼ ਤੋਂ ਹੋਣ ਸਵਾਲ ਬੀਜੇਪੀ ਤੋਂ ਲੈਣੇ ਆ। ਤੁਸੀਂ ਕਿਹਾ ਕਿ ਇਹ ਬਹੁਤ ਛੋਟੀ ਮੋਟੀ ਚੀਜ਼ ਹੈ ਕਿ ਕਿਸ ਤਰ੍ਹਾਂ ਪਰਚੇ ਦਰਜ ਹੋਏ, 307 ਦੀ ਧਾਰਾ ਲੱਗੀ, ਇਰਾਦਾ ਕਤਲ, ਗੋਹਾ ਸੁੱਟਣ ਤੇ, ਇਹ ਛੋਟੀ ਮੋਟੀ ਗੱਲ ਨਹੀਂ ਹੈ। ਨਾਲ ਦੀ ਨਾਲ ਹੀ ਕੈਪਟਨ ਸਰਕਾਰ ਨੇ ਉਹਦੀ ਇਨਕੁਆਇਰੀਆਂ ਲਾ ਕੇ ਜਿਹੜੇ ਬੰਦੇ ਨੇ ਪਰਚਾ ਦਰਜ ਕੀਤਾ ਸੀ ਉਹਨੂੰ ਸਸਪੈਂਡ ਵੀ ਕਰ ਦਿੱਤਾ ਗਿਆ। ਇਹ ਜਿਹੜੇ ਪਰਚੇ ਹੁੰਦੇ ਬਾਅਦ ਚ ਹੋਇਆ ਨਾ ਜਦੋਂ ਲੋਕਾਂ ਨੇ ਵਿਰੋਧ ਕੀਤਾ ਕਿ ਤੁਸੀਂ ਕਿਸ ਤਰ੍ਹਾਂ ਧਾਰਾ 307 ਲਗਾ ਦਿੱਤੀ। ਹੋਮ ਮਿਨਿਸਟਰੀ ਇੰਡੀਆ ਦੀ ਹੈ ਉਹ ਬਹੁਤ ਵੱਡੀ ਹੁੰਦੀ ਹੈ ਜੀ। ਆਪਣੇ ਪੰਜਾਬ ਦੇ ਸੀਐਮ ਨਾਲੋਂ ਹੋਮ ਮਿਨਿਸਟਰ ਆਫ ਇੰਡੀਆ ਇਜ਼ ਮੋਰ ਪਾਵਰਫੁਲ। ਉਹਦੇ ਡਾਇਰੈਕਸ਼ਨ ਤੇ ਹੋਇਆ, ਕਿਵੇਂ ਹੋਇਆ, ਕਿਹੜੇ ਆਈਪੀਐਸ ਅਫਸਰ ਨੇ ਕੀ ਨਿਰਦੇਸ਼ ਦਿੱਤੇ, ਕਿਵੇਂ ਨਹੀਂ ਦਿੱਤੇ। ਮੈਂ ਤਾਂ ਚਲੋ ਬਹੁਤ ਜਾਂ ਤੇ ਗ੍ਰਹਿ ਵਿਭਾਗ ਨੂੰ ਤਾਂ ਇਹ ਜਾਣਕਾਰੀ ਹੋਊਗੀ ਨਾ ਕਿੱਥੋਂ ਡਾਇਰੈਕਸ਼ਨ ਆਈ ਕਿੱਥੋਂ ਨਹੀਂ। ਗ੍ਰਹਿ ਵਿਭਾਗ ਕੈਪਟਨ ਸਾਹਿਬ ਸਾਹਮਣੇ ਨੇ। ਬਿਲਕੁਲ ਜਾਣਕਾਰੀ ਨਹੀਂ ਸੀ। ਕੈਪਟਨ ਸਾਹਿਬ ਨੇ ਸਪਸ਼ਟ ਕੀਤਾ ਕਿ ਮੈਨੂੰ ਇਹਨਾਂ ਪਰਚਿਆਂ ਬਾਰੇ ਕੋਈ ਜਾਣਕਾਰੀ ਨਹੀਂ ਸੀ। ਤਾਂ ਹਰਸ਼ ਜੀ ਲਗਾਤਾਰ ਉੱਠ ਰਿਹਾ ਹੈ ਕਿ ਦੋ ਪਰਿਵਾਰਾਂ ਨੂੰ ਫਾਇਦਾ ਪਹੁੰਚਾਉਣ ਲਈ ਕੰਮ ਕਰ ਰਹੇ ਨੇ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਜੀ, ਮੁਲਾਜ਼ਮ ਨੇ ਅੰਬਾਨੀ ਅਡਾਨੀਆਂ ਦੇ। ਦੇਖੋ ਇਹ ਤਾਂ ਇੱਕ ਬੜੀ ਬੇਤੁਕੀ ਜੀ ਗੱਲ ਹੈ ਜਿਹਦਾ ਕੋਈ ਆਧਾਰ ਹੀ ਹੈ ਨਹੀਂ। ਵੈਸੇ ਮੈਂ ਕੋਈ ਅਡਾਨੀ ਅੰਬਾਨੀ ਦਾ ਪ੍ਰਵਕਤਾ ਨਹੀਂ ਹੈਗਾ, ਉਹ ਕੀ ਕਰਦੇ ਆ ਕੀ ਨਹੀਂ ਕਰਦੇ ਇਹ ਉਹਨਾਂ ਤੋਂ ਪੁੱਛੋਗੇ ਤਾਂ ਜ਼ਿਆਦਾ ਬੈਟਰ ਰਹੇਗਾ। ਲੇਕਿਨ ਸਾਡੀ ਜਿਹੜੀ ਸਰਕਾਰ ਹੈ ਵੀ ਉਹ ਸਬਕਾ ਸਾਥ ਸਬਕਾ ਵਿਕਾਸ ਵਾਲੀ ਗੱਲ ਹੈ। ਅਡਾਨੀ ਅੰਬਾਨੀ ਕੋਈ ਅੱਜ ਨਹੀਂ ਖੜੇ ਹੋਏ, 2014 'ਚ ਨਹੀਂ ਖੜੇ ਹੋਏ। ਇਹ ਅੰਬਾਨੀ ਦਾ ਮੈਂ ਜੋ ਦੇਖਦਾ ਆਇਆ ਟੀਵੀਆਂ 'ਚ, ਤੁਹਾਡੇ ਮੀਡੀਆ ਰਾਹੀਂ ਹੋਈ ਅਸੀਂ ਸੁਣਿਆ, ਅਸੀਂ ਕਿਹੜਾ ਕਦੀ ਦੇਖੇ ਆ ਵੀ 1970-75 ਤੋਂ ਇਹ ਕੰਪਨੀਆਂ ਦੇਸ਼ 'ਚ ਕੰਮ ਕਰਦੀਆਂ ਆ ਰਹੀਆਂ। ਕੀ ਕਰਦੇ ਕੀ ਨਹੀਂ ਕਰਦੇ। ਮਨਮੋਹਨ ਸਿੰਘ ਜੀ ਨੇ ਇੱਥੇ ਪੰਜਾਬ ਦੇ ਵਿੱਚ ਭਾਰਤੀ ਫਰੈਸ਼ ਦੇ ਰਿਟੇਲ ਮੈਗਾ ਦਾ ਉਦਘਾਟਨ ਕੀਤਾ ਸੀ। ਜਿਹੜੇ ਇਹ ਅਡਾਨੀ ਦੇ ਜਿਹੜੇ ਮੋਗਿਆਂ ਦੀ ਗੱਲ ਕਰਦੇ ਆ ਨਾ, ਉਹ ਮੋਗੇ ਦੇ ਵਿੱਚ ਉਦਘਾਟਨ ਵੀ ਕਾਂਗਰਸ ਦੀ ਪਿਛਲੀ ਸਰਕਾਰ ਵੇਲੇ ਹੋਇਆ ਸੀ। ਸੋ ਜੇ ਕਿਸੇ ਦੀ ਸਰਕਾਰ ਜੇ ਇਨਵੈਸਟ ਪੰਜਾਬ ਦਾ ਪਿਛਲੇ ਦਿਨੇ ਇਨਵੈਸਟ ਪੰਜਾਬ ਦੇ ਵਿੱਚ ਆਈਐਸ ਅਫਸਰ ਲਾਏ ਆ ਤੇ ਇਨਵੈਸਟ ਪੰਜਾਬ ਦਾ ਪ੍ਰੋਗਰਾਮ ਕਰਕੇ ਇਨਵੈਸਟਮੈਂਟ ਨੂੰ ਬੁਲਾਉਂਦੇ ਕਿਉਂ ਆ। ਤੇ ਜੇ ਇਹਨਾਂ ਦੀ ਸਰਕਾਰ ਦੇ ਨੇ ਅਡਾਨੀ ਨੇ ਮੋਗੇ ਉਦਘਾਟਨ ਕੀਤੇ ਆ ਤੇ ਅੱਜ ਸਾਨੂੰ ਦੋਸ਼ੀ ਕਿਉਂ ਠਹਿਰਾਉਂਦੇ ਆ। ਮਨਮੋਹਨ ਸਿੰਘ ਜੀ ਨੇ ਭਾਰਤੀ ਫਰੈਸ਼ ਦਾ ਉਦਘਾਟਨ ਕੀਤਾ ਸੀਗਾ ਪੰਜਾਬ ਦੇ ਵਿੱਚ ਤੇ ਉਹਦੇ ਵਿੱਚ ਸਾਨੂੰ ਕਿਉਂ ਖਿਲਾਇਆ। ਤੇ ਜੇ ਮਨਮੋਹਨ ਸਿੰਘ ਜੀ ਨੇ ਉਦਘਾਟਨ ਕੀਤਾ ਸੀਗਾ ਤੇ ਇਹਦਾ ਮਤਲਬ ਮਨਮੋਹਨ ਸਿੰਘ ਜੀ ਹੁਣ ਅਡਾਨੀ ਦੇ ਹੋ ਗਏ। ਤੇ ਇਹਨਾਂ ਨੇ ਕਿਉਂ ਉਦਘਾਟਨ ਕੀਤੇ ਸੀ। 1970 ਤੋਂ ਫਰਮਾਂ ਚਲੀਆਂ ਆਉਂਦੀਆਂ, ਉਦੋਂ ਦਾ ਭਾਰਤੀ ਜਨਤਾ ਪਾਰਟੀ ਬਣੀ ਵੀ ਨਹੀਂ ਸੀ। 1980 'ਚ ਬਣੀ ਹੈ ਭਾਰਤੀ ਜਨਤਾ ਪਾਰਟੀ ਤੇ ਉਸ ਤੋਂ ਪਹਿਲਾਂ ਅੰਬਾਨੀ ਨੂੰ ਕਿੰਨੇ ਬਣਾ ਦਿੱਤਾ, ਇਹਨਾਂ ਲੋਕਾਂ ਨੇ ਬਣਾਇਆ। ਤੇ ਅੱਜ ਜਦੋਂ ਇਹਨਾਂ ਦੇ ਹੱਕ 'ਚ ਲੋਕਾਂ ਦਾ ਫਤਵਾ ਨਹੀਂ ਰਿਹਾ ਤੇ ਲੋਕਾਂ ਨੂੰ ਗੁੰਮਰਾਹ ਕਰਨ ਲਈ, ਕਿਉਂਕਿ ਇਹਨਾਂ ਦੇ ਹਾਲਾਤ ਇਹ ਆ ਵੀ ਦੇਸ਼ ਦੇ ਕਿਸੇ ਵੀ ਸੂਬੇ 'ਚ ਕਾਂਗਰਸ ਸਾਡੇ ਨਾਲ ਸਿੱਧੀ ਲੜਾਈ ਨਹੀਂ ਲੜ ਸਕਦੀ। ਸੋ ਇੱਕ ਚੋਰ ਰਸਤਿਆਂ ਰਾਹੀਂ ਅਡਾਨੀ ਅੰਬਾਨੀ, ਅਸੀਂ ਕੀ ਲੈਣਾ ਅੰਬਾਨੀ। ਤੁਸੀਂ ਉਦਘਾਟਨ ਕੀਤੇ, ਕਹਿੰਦੇ ਤੁਸੀਂ ਗੱਲ ਰਾਜਨੀਤੀ ਦੀ ਨਹੀਂ ਰਹੀ। ਬੀਜੇਪੀ ਵਾਲਿਓ ਥੋੜੀ ਸ਼ਰਮ ਕਰੋ, ਹੱਥ ਬੰਨ ਕੇ ਬੇਨਤੀ ਹੈ। ਹਲੇ ਵੀ ਲੋਕਾਂ 'ਚ ਖੜ ਕੇ ਤੁਸੀਂ ਐਡਵੋਕੇਟ ਕਰ ਰਹੇ ਹੋ ਯਾਰ ਆ ਚੀਜ਼ਾਂ ਨੂੰ। ਹਲੇ ਵੀ ਤੁਸੀਂ ਲੋਕਾਂ ਨੂੰ ਦੱਸ ਰਹੇ ਹੋ ਵੀ ਵਿਕਾਸ ਦੀ ਸਰਕਾਰ ਹੈ। ਕਿਹੜੇ ਪਾਸਿਓਂ ਵਿਕਾਸ ਦੀ ਸਰਕਾਰ ਹੈ। ਲੈ ਬਾਹਰ ਨਿਕਲ, ਆ ਜਾ ਪਿੰਡਾਂ 'ਚ ਚੱਲ ਮੇਰੇ ਨਾਲ ਸਿੰਘੂ ਬਾਰਡਰ ਤੇ। ਮੈਂ ਕਹੂੰਗਾ ਵੀ ਮੇਰਾ ਭਰਾ ਬੀਜੇਪੀ ਵਾਲਾ ਤੁਹਾਨੂੰ ਬਿੱਲ ਦੇ ਫਾਇਦੇ ਦੱਸੂਗਾ। ਚੜ੍ਹ ਸਟੇਜ ਤੇ ਦੱਸ ਫਾਇਦੇ। ਜੇ ਤੈਨੂੰ ਉੱਥੇ 1 ਮਿੰਟ ਵੀ ਕੋਈ ਬੋਲਣ ਦੇ ਦੇਵੇ, ਜੇ 1 ਮਿੰਟ ਵੀ, ਲੋਕ ਜੁੱਤੀ ਲਾ ਲੈਣਗੇ। ਜੁੱਤੀ ਲਾ ਲੈਣਗੇ ਲੋਕ। ਐਵੇਂ ਵਿੱਚ ਖੜ ਬੋਲਦਾ, ਚੱਲ ਮੇਰੇ ਨਾਲ ਸਿੰਘੂ ਬਾਰਡਰ ਤੇ। ਭਾਸ਼ਾ ਦੀ ਮਰਿਆਦਾ ਰੱਖੋ, ਭਾਸ਼ਾ ਦੀ ਮਰਿਆਦਾ ਰੱਖੋ। ਹਾਂਜੀ ਹਾਂਜੀ। ਇੱਕ ਗੱਲ ਕਹਿਣਾ ਚਾਹੁੰਦਾ, ਬੜੀ ਸੋਹਣੀ ਕਾਂਗਰਸ ਦੀ ਸਿਆਸਤ ਚੱਲ ਰਹੀ ਹੈ। ਦੋ ਤਰ੍ਹਾਂ ਦੀ ਸਿਆਸਤ ਚੱਲ ਰਹੀ ਹੈ। ਭਾਰਤੀ ਜਨਤਾ ਪਾਰਟੀ ਆਪਣੇ ਮੋਦੀ ਸਾਹਿਬ ਦਾ ਤਾਂ ਪੱਖ ਲੈਂਦੇ ਆ ਕਿਉਂਕਿ ਉਹ ਬਚਾਉਣਾ ਚਾਹੁੰਦੇ ਵੀ ਇਹ ਪੀਐਮ ਰਹਿਣ, ਤੇ ਇਹ ਰਾਹੁਲ ਨੂੰ ਪੀਐਮ ਬਣਾਉਣਾ ਚਾਹੁੰਦੇ। ਲੜਾਈ ਹੈ ਦੋ ਚੱਲ ਰਹੀ ਹੈ। ਅੱਜ ਲੜਾਈ ਤਾਂ ਕਿਸਾਨਾਂ ਦੀ ਹੈ। ਕਿਸਾਨਾਂ ਦੀ ਲੜਾਈ ਤੇ ਕਿੰਨੀ ਚੱਲਦਾ। ਮੈਂ ਇੱਕ ਬਿੱਲ ਦੇਖ ਰਿਹਾ ਸੀਗਾ, ਬਿੱਲ ਦੇ ਨਾ ਇੱਕ ਲਾਸਟ ਬਿੱਲ ਹੈਗਾ ਸੋਧ ਬਿੱਲ ਦੇ ਵਿੱਚ ਇੱਕ ਤੁਸੀਂ ਯਾਦ ਹੋਣਾ ਰਾਜੇਸ਼ ਖੰਨਾ ਦੀ ਪਿਕਚਰ ਸੀ ਰੋਟੀ ਕਪੜਾ ਔਰ ਮਕਾਨ। ਉਹਦੇ ਵਿੱਚ ਬਾਰ-ਬਾਰ ਕਿਹਾ ਜਾਂਦਾ ਸੀਗਾ ਵੀ ਜਿਹੜੇ ਜਮਾਖੋਰੀ ਵਾਲੇ ਆ ਵੀ ਲੋਕ, ਇਹਨਾਂ ਨੂੰ ਉਜਾਗਰ ਕੀਤਾ ਸੀ ਉਹਦੇ ਵਿੱਚ। ਤੇ ਇਹ ਤਾਂ ਜਮਾਖੋਰੀ ਦਾ ਬਿੱਲ ਇਹਨਾਂ ਨੇ ਪਾਸ ਕਰਤਾ। ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ, ਜੇ ਮੰਨ ਲਓ ਇੱਕ ਪਿਆਜ਼ ਮੈਨੂੰ ਪਤਾ ਲੱਗ ਜਾਵੇ, ਮੈਂ ਵਪਾਰੀ ਹਾਂ, ਮੈਂ ਸਟੋਰ ਕਰ ਸਕਦਾ, ਮੈਨੂੰ ਪਤਾ ਲੱਗ ਜਾਵੇ ਅੱਜ ਪਿਆਜ਼ ਘੱਟ ਆ ਰਿਹਾ ਤੇ ਮੈਂ ਜਮ੍ਹਾਂ ਕਰ ਲਿਆ ਤਾਂ ਪਿਆਜ਼ ਤਾਂ ਮਹਿੰਗਾ ਮਿਲੂਗਾ। ਮਹਿੰਗਾ ਕਿਹਨੂੰ ਮਿਲਣਾ। ਮਹਿੰਗਾ ਤਾਂ ਪਿੰਡ ਵਾਲੇ, ਮੈਂ ਬਾਰ-ਬਾਰ ਇੱਕ ਗੱਲ ਕਹਿਣਾ ਵੀ ਪਿੰਡ ਵਾਲੇ ਤਾਂ ਉਗਾ ਕੇ ਆਪਣਾ ਖਾ ਲੈਣਗੇ। ਮਹਿੰਗਾ ਤਾਂ ਸ਼ਹਿਰੀਆਂ ਨੇ ਮਿਲਣਾ। ਤੇ ਅੱਜ ਸ਼ਹਿਰੀ ਤਾਂ ਹੀ ਲੱਗੇ, ਦਿੱਲੀ ਦੇ ਸ਼ਹਿਰੀ ਲੱਗੇ, ਦਿੱਲੀ ਦੇ ਵਪਾਰੀ ਲੱਗੇ, ਪੰਜਾਬ ਦੇ ਵਪਾਰੀ ਲੱਗੇ। ਪਰ ਅੱਜ ਇਹ ਦੋਨੋਂ, ਜਿੱਦਾਂ ਰਵਨੀਤ ਸਿੰਘ ਬਿੱਟੂ ਨੇ ਬਿਆਨ ਦਿੱਤਾ ਇੱਕ ਦਿਨ ਵੀ ਲਾਸ਼ਾਂ ਦਾ ਢੇਰ ਲਾ ਦਾਂਗੇ, ਫਿਰ ਬਾਅਦ ਚੋਂ ਕਹਿੰਦਾ ਮੈਂ ਅਸੀਂ ਤਾਂ ਆਪਣੀਆਂ ਗੱਲ ਕੀਤੀ ਹੈ। ਮਤਲਬ ਝੂਠਬਾਜ਼ੀ ਕਿਉਂ ਕੀਤੀ ਜਾਂਦਾ। ਇੱਕ ਪਾਸੇ ਚੌਥਾ ਪਿੱਲਰ ਆਪਾਂ ਪ੍ਰੈਸ ਨੂੰ ਮੰਨਦੇ ਆ। ਅੱਜ ਪ੍ਰੈਸ ਕਿੱਡਾ ਵੱਡਾ ਪਿੱਲਰ ਹੈ। ਉੱਥੇ ਸਾਡੇ ਜਿਹੜੀ ਮੰਚ ਦੀ ਆਵਾਜ਼ ਹੈ ਕਿੱਡੀ ਦੂਰ ਤੱਕ ਜਾਂਦੀ ਹੈ। ਡਿੰਪਾ ਜੀ ਨੇ ਜਦੋਂ ਇੱਕ ਸਾਡੀ ਛੋਟੀ ਭੈਣ ਤੇ ਹਮਲਾ ਕੀਤਾ, ਉਦੋਂ ਬਿੱਟੂ ਜੀ ਦਾ ਜਵਾਬ ਬਿਆਨ ਕਿਉਂ ਨਹੀਂ ਆਇਆ। ਅੱਜ ਇਹ ਸਿਆਸਤ ਆਪਣੇ ਪ੍ਰਧਾਨ ਮੰਤਰੀ ਬਣਾਉਣ ਦੀ ਚੱਲ ਰਹੀ ਹੈ, ਪਰ ਅੱਜ ਪ੍ਰਧਾਨ ਮੰਤਰੀ ਦੀ ਲੜਾਈ। ਲਾਪਰਾ ਸਾਹਿਬ ਫਿਰ ਬਿੱਟੂ ਜੀ ਦਾ ਜਵਾਬ ਦੇ ਦਿਓ। ਬਿੱਟੂ ਜੀ ਦਾ ਜਵਾਬ ਦੇ ਦਿਓ। ਇਦਾਂ ਦਾ ਬਿਆਨ ਦੇਣਾ, ਜੇ ਡਿੰਪੇ ਦੇ ਉੱਤੇ ਬਿਆਨ ਦੇਣਾ ਬਣਦਾ ਸੀ ਕਿ ਨਹੀਂ ਬਣਦਾ ਸੀ। ਡਿੰਪੇ ਦੇ ਉੱਤੇ ਉਹਨਾਂ ਨੇ ਬਿਆਨ ਦਿੱਤਾ ਸੀ ਵੀ ਲਾਸ਼ਾਂ ਦੇ ਢੇਰ ਲੱਗਣਗੇ। ਸਿੰਘ ਸੂਰਮੇ ਜਦੋਂ ਕਿਤੇ ਲੜਾਈ ਲੜਨ ਜਾਂਦੇ ਆ, ਆਪਦੀ ਜਾਨ ਦੀ ਪਰਵਾਹ ਨਹੀਂ ਕਰਦੇ। ਜੇ ਮੈਂ ਵੀ ਕਿਸਾਨ ਦਾ ਪੁੱਤ ਆ, ਮੈਂ ਵੀ ਬਾਰਡਰ ਤੇ 4 ਵਾਰੀ ਜਾ ਕੇ ਆਇਆ। ਮੈਂ ਉੱਥੇ 3 ਦਿਨ ਬਹਿ ਕੇ ਆਇਆ। ਜਦੋਂ ਉੱਥੇ ਕਿਸੇ ਦੀ ਮਾਂ ਦਾ ਪੁੱਤ ਮਰਦਾ, ਜਦੋਂ ਕਿਸੇ ਦੀ ਘਰ ਵਾਲੀ ਦਾ ਸੁਹਾਗ ਉੱਜੜਦਾ, ਜਦੋਂ ਕਿਸੇ ਦਾ ਭਰਾ ਮਰਦਾ, ਉੱਥੇ ਜੋ ਚੀਜ਼ ਦੇਖਾਂਗਾ ਤੇ ਉਹਨਾਂ ਨੂੰ ਕੱਢਾਂਗੇ। ਤੇ ਉਦੋਂ ਤੁਹਾਡੇ ਹੋਮ ਮਿਨਿਸਟਰੀ ਨਹੀਂ ਪਾਵਰ ਕਰਦੀ। ਜਦੋਂ ਪਰਚਿਆਂ ਦੀ ਗੱਲ ਆਉਂਦੀ ਹੈ, ਤੁਹਾਡੀ ਹੋਮ ਮਿਨਿਸਟਰੀ ਕੰਮ ਕਰਨ ਲੱਗ ਪੈਂਦੀ ਹੈ। ਸ਼੍ਰੀ ਬਰਾੜ ਜਿਨ੍ਹਾਂ ਨੇ ਕਿਸਾਨ ਐਂਥਮ ਗੀਤ ਗਾਇਆ,
ਉੱਥੇ ਦੇਸ਼ ਦਰੋਹ ਦਾ ਮਾਮਲਾ ਨੂੰ ਫੜ ਕੇ ਥਾਣੇ 'ਚ ਕੁੱਟਿਆ ਗਿਆ, ਉਦੋਂ ਉਹ ਕੀ ਗ੍ਰਹਿ ਮੰਤਰੀ ਆ ਕੇ ਕੁੱਟਣ ਆਇਆ ਸੀਗਾ? ਉਦੋਂ ਤੁਹਾਡੀ ਸਰਕਾਰ ਸੀਗੀ, ਤੁਹਾਡੀ ਪੁਲਿਸ ਸੀਗੀ, ਉਹਦੇ ਤੁਹਾਨੂੰ ਜਵਾਬ ਦੇਣਾ ਔਖਾ ਲੱਗਦਾ। ਉਹ ਆਪਣੀ ਮੈਂ ਅੱਜ ਕਹਿ ਦਿੰਦਾ, ਤੁਸੀਂ ਆਪਣੀਆਂ ਸਿਆਸਤਾਂ ਨਾ ਚਮਕਾਓ। ਅੱਜ ਪੰਜਾਬ ਦੇ ਕਿਸਾਨਾਂ ਨਾਲ ਖੜਨ ਦੀ ਜ਼ਰੂਰਤ ਹੈ, ਖੜਨਾ ਚਾਹੀਦਾ। ਮੈਂ ਤਾਂ ਕਹੀ ਰਿਹਾ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਹੈ, ਮੈਂ ਕੋਈ ਕਾਂਗਰਸੀ ਨਹੀਂ, ਤੁਸੀਂ ਕੋਈ ਅਕਾਲੀ ਨਾ ਰਹੋ, ਤੁਸੀਂ ਕੋਈ ਆਮ ਆਦਮੀ ਨਾ ਰਹੋ ਯਾਰ, ਕਿਸਾਨਾਂ ਦੇ ਹੱਕ 'ਚ ਇੱਕ ਤਾਂ ਆਵਾਜ਼ ਬੁਲੰਦ ਕਰੋ। ਮੈਂ ਤਾਂ ਭਰਾ ਨੂੰ ਵੀ ਕਹਿਣਾ ਵੀ ਹੁਣ ਤਾਂ ਸ਼ਰਮ ਕਰ ਲਓ, ਹੁਣ ਵੀ ਲਾਪਰਾਂ ਜੀ ਲਾਪਰਾਂ ਜੀ ਅਸੀਂ ਬਿੱਲ ਨੂੰ ਐਡਵੋਕੇਟ ਨਹੀਂ ਕਰ ਰਹੇ। ਬਿੱਟੂ ਜੀ ਦਾ ਬਿਆਨ ਆਉਂਦਾ ਵਾ ਪੰਜਾਬ ਵਿੱਚ ਲਾਸ਼ਾਂ ਦੇ ਢੇਰ ਲੱਗਣਗੇ। ਬਿੱਟੂ ਜੀ ਦਾ ਉਹ ਕਿਤੇ ਨਾ ਕਿਤੇ ਆਪਦੀ ਪੋਲੀਟੀਕਲ ਮਾਈਲੇਜ ਲੈਣ ਲਈ ਆ ਰਿਹਾ ਵਾ। ਕਿਸਾਨ ਸੰਘਰਸ਼ ਚੱਲ ਰਿਹਾ, ਉਹਦੇ ਤੋਂ ਧਿਆਨ ਹਟ ਕੇ ਸਾਡਾ ਬਿੱਟੂ ਜੀ ਦੇ ਬਿਆਨ ਵੱਲ ਜਾ ਰਿਹਾ ਵਾ। ਇੱਕ ਮਿੰਟ ਲਾਪਰਾਂ ਜੀ ਪਲੀਜ਼, ਇੱਕ ਮਿੰਟ। ਐਮਐਲਏ ਸਾਹਿਬ ਉੱਥੇ 40 ਦਿਨਾਂ ਦੇ ਬੈਠੇ 40 ਦਿਨਾਂ ਦੇ ਦੱਸੋ ਕਿਹੜਾ ਕਾਂਗਰਸ ਦਾ ਝੰਡਾ ਲੱਗਿਆ ਉੱਥੇ? ਬਸ਼ੱਕ ਦੀ ਬੈਠੇ ਜਦੋਂ ਕਿਸਾਨ ਸੰਘਰਸ਼ ਚੱਲ ਰਿਹਾ ਹੈ, ਕਿਸਾਨ ਸੰਘਰਸ਼ ਚੱਲ ਰਿਹਾ ਹੈ ਤਾਂ ਉਹ ਕਿਸਾਨ ਸੰਘਰਸ਼ ਦੇ ਵਿੱਚ ਆ ਕੇ ਲਾਪਰਾ ਸਾਹਿਬ, ਜਦੋਂ ਕਿਸਾਨ ਸੰਘਰਸ਼ ਚੱਲ ਰਿਹਾ ਤਾਂ ਉਹ ਕਿਸਾਨ ਸੰਘਰਸ਼ ਦੇ ਵਿੱਚ ਆ ਕੇ ਬੈਠਣ। ਕਿਉਂ ਆਪਦੀ ਅਲੱਗ ਸਟੇਜ ਲਾ ਕੇ ਬੈਠਿਆ? ਆਮ ਆਦਮੀ ਪਾਰਟੀ ਨੇ ਪਹਿਲੇ ਦਿਨ ਤੋਂ ਐਲਾਨ ਕੀਤਾ ਸੀ ਵੀ ਜਿੰਨਾ ਚਿਰ ਕਿਸਾਨ ਸੰਘਰਸ਼ ਚੱਲੂਗਾ ਆਮ ਆਦਮੀ ਪਾਰਟੀ ਕੋਈ ਪੈਰਲਲ ਪ੍ਰੋਗਰਾਮ ਨਹੀਂ ਰੱਖੂਗੀ, ਤਾਂ ਕਿ ਸਾਰਾ ਫੋਕਸ ਸਿਰਫ ਤੇ ਸਿਰਫ ਕਿਸਾਨ ਸੰਘਰਸ਼ ਤੇ ਕਿਸਾਨੀ ਮੰਗਾਂ ਤੇ ਰਵੇ। ਇਹ ਤੋਂ ਬਿਨਾਂ ਬਿੱਟੂ ਜੀ ਦਾ ਉੱਥੇ ਜਾ ਕੇ ਬਹਿਣਾ ਸਿਰਫ ਤੇ ਸਿਰਫ ਪੋਲੀਟੀਕਲ ਮਾਈਲੇਜ ਲੈਣਾ ਵਾ। ਚਲੋ ਕੋਈ ਹੈ ਲਾਪਰਾ ਸਾਹਿਬ ਤੁਹਾਡੇ ਕੋਲ ਵੀ ਆਣਾ। ਹਰਜੀ ਲਾਪਰਾ ਸਾਹਿਬ ਨੇ ਗੱਲ ਕਹੀ ਹੈ ਕਿ ਤੁਸੀਂ ਪਿੰਡਾਂ 'ਚ ਆ ਕੇ ਤਾਂ ਦੇਖੋ ਲੋਕ ਤੁਹਾਨੂੰ ਕਿੰਨਾ ਵਿਰੋਧ ਕਰਦੇ ਨੇ। ਤੁਹਾਡਾ ਕਰਨਾਲ ਦੇ ਵਿੱਚ ਵੀ ਇਹੀ ਹੋਇਆ, ਸੀਐਮ ਦਾ ਪ੍ਰੋਗਰਾਮ ਸੀ, ਮਹਾਪੰਚਾਇਤ ਸੀ, ਸਟੇਜਾਂ ਤੱਕ ਪੱਟ ਦਿੱਤੀਆਂ ਕਿਸਾਨਾਂ ਨੇ। ਦੇਖੋ ਜਦੋਂ ਐਸਾ ਮਾਹੌਲ ਬਣਿਆ ਹੁੰਦਾ ਨਾ ਉਸ ਵੇਲੇ ਸਾਰਿਆਂ ਨੂੰ ਇਦਾਂ ਲੱਗਦਾ ਵੀ ਸਾਰਾ ਕਿਤੇ ਸਮਾਰਾ ਇਦਾਂ ਹੀ ਚੱਲੀ ਜਾਏਗਾ, ਲੇਕਿਨ ਜਿਹੜੇ ਇਹ ਬਿੱਲ ਹੈ ਨਾ ਇਹ ਇਨ ਦਾ ਐਂਡ ਕਿਸਾਨਾਂ ਦੇ ਹੱਕ 'ਚ ਹੈ। ਜਦੋਂ ਇਹਨਾਂ ਦਾ ਪ੍ਰੋਵੋਕੇਸ਼ਨ ਦੇ ਵਿੱਚ ਆ ਕੇ ਠੀਕ ਆ, ਅੱਜ ਮਾਹੌਲ ਨਹੀਂ ਸਹੀ ਹੈਗਾ, ਜਦੋਂ ਇਹ ਸਭ ਕੁਝ ਠੀਕ ਹੋਏਗਾ ਤੁਸੀਂ ਸਮਾਂ ਆਏਗਾ, ਤੁਸੀਂ ਦੇਖਿਓ ਭਾਰਤੀ ਜਨਤਾ ਪਾਰਟੀ ਪੰਜਾਬ 2022 ਦੇ ਵਿੱਚ ਜੋ ਅੱਜ ਦੀ ਪੋਜੀਸ਼ਨ 'ਚ ਹੈ ਭਾਰਤੀ ਜਨਤਾ ਪਾਰਟੀ ਉਹਦੇ ਨਾਲੋਂ ਕਿਤੇ ਜ਼ਿਆਦਾ ਮਜ਼ਬੂਤ ਹੋਏਗੀ। ਬੀਜੇਪੀ ਦੇ ਵਿੱਚ ਜ਼ਰੂਰਤ ਹੈ ਕਿ ਉਹ ਸਿੰਘੂ ਬਾਰਡਰ ਤੇ ਜਾ ਕੇ ਕਿਸਾਨਾਂ ਦੀ ਸਟੇਜ ਤੋਂ ਕਿਸਾਨਾਂ ਨੂੰ ਸਮਝਾ ਸਕੇ। ਕਿਸਾਨਾਂ ਦੀ ਸਟੇਜ ਦੇ ਉੱਤੇ ਪਹਿਲੇ ਦਿਨ ਤੋਂ ਤੈਅ ਕੀਤਾ ਹੋਇਆ ਵਾ, ਉਹਨਾਂ ਨੇ ਕਿਸੇ ਵੀ ਲੀਡਰ ਨੂੰ ਵੜਨ ਨਹੀਂ ਦਿੱਤਾ। ਇਹ ਜਿਹੜੇ ਆਪਣੇ ਐਮਪੀਆਂ ਦੀ ਗੱਲ ਕਰਦੇ ਆ ਜਿਨ੍ਹਾਂ ਧਰਨੇ ਨੂੰ ਅੰਦੋਲਨ ਨੂੰ ਸੈਬੋਟੇਜ ਕਰਨ ਲਈ ਇੱਕ ਆਪਣਾ ਅਲੱਗ ਨਵਾਂ ਧਰਨਾ ਲਾ ਲਿਆ, ਕੀ ਉਹਨਾਂ ਦਾ ਕੋਈ ਲੀਡਰ ਪਹੁੰਚਿਆ ਸਟੇਜ ਤੇ? ਆਮ ਆਦਮੀ ਪਾਰਟੀ ਵਾਲੇ ਫ੍ਰੀ ਵਾਈਫਾਈ ਦੇ ਦਿੱਤਾ ਜੀ, ਫਲਾਣਾ ਧਮਕਾਣਾ ਕਰਤਾ, ਇਹਨਾਂ ਦਾ ਕਿਹੜਾ ਲੀਡਰ ਪਹੁੰਚਿਆ ਉੱਥੇ ਸਟੇਜ ਤੇ? ਆ ਅਕਾਲੀ ਦਲ ਵਾਲੇ ਇਹਨਾਂ ਦੇ ਪ੍ਰਧਾਨ ਨੂੰ ਫਤਿਹਗੜ੍ਹ ਸਾਹਿਬ ਲੋਕਾਂ ਨੇ ਮਾਰ-ਮਾਰ ਭਜਾ ਛੱਡਿਆ ਤੇ ਇਹਨਾਂ ਚੋਂ ਕਿਹੜਾ ਖੜਾ ਗਿਆ ਸਟੇਜ ਤੇ? ਇਹ ਤਾਂ ਇੱਥੇ ਬੈਠੇ ਮੀਡੀਆ ਦੇ ਵਿੱਚ ਮਾਈਕ ਦੇ ਸਾਹਮਣੇ ਪ੍ਰੋਵੋਕੇਸ਼ਨ ਤਾਂ ਚੰਗੀ ਤਰ੍ਹਾਂ ਕਰ ਸਕਦੇ ਆ, ਇਹ ਲਲਕਾਰੇ ਮਾਰ ਸਕਦੇ ਆ, ਆਜੋ ਜੀ ਦੇਖ ਲਾਂਗੇ, ਚੱਕ ਲਿਆਂਗੇ, ਮਾਰ ਲਿਆਂਗੇ, ਪਰ ਇਨ ਦਾ ਐਂਡ ਮੈਂ ਤੁਹਾਨੂੰ ਦੱਸਦਾ ਭਾਰਤੀ ਜਨਤਾ ਪਾਰਟੀ ਪੰਜਾਬ ਅੱਜ ਦੀ ਪੋਜੀਸ਼ਨ ਨਾਲੋਂ ਬਹੁਤ ਅੱਛੀ ਪੋਜੀਸ਼ਨ 'ਚ ਹੋਏਗੀ 2022 ਦੇ ਵਿੱਚ ਪੰਜਾਬ 'ਚ। ਇਹ ਮੱਕੜ ਸਾਹਿਬ ਤੁਸੀਂ ਤੁਹਾਡੇ ਨਾਲ ਗੱਲ ਕਰਦਾ ਸਾਰੇ ਇੱਕ ਦੂਜੇ ਦੇ ਦੋਸ਼ ਲਗਾ ਰਹੇ ਨੇ, ਵਿਰੋਧ ਅਕਾਲੀ ਦਲ ਦਾ ਵੀ ਹੋ ਰਿਹਾ, ਬੀਜੇਪੀ ਦਾ ਵੀ ਹੋ ਰਿਹਾ। ਮੈਂ ਇੱਕ ਗੱਲ ਇਹ ਕਹੂੰਗਾ ਕਿ ਲਗਭਗ 50 ਦਿਨ ਦੇ ਨੇੜੇ ਹੋ ਗਿਆ ਅੰਦੋਲਨ ਚੱਲਦੇ ਨੂੰ। ਇੱਕ ਤਾਂ ਸਭ ਤੋਂ ਖੂਬਸੂਰਤ ਗੱਲ ਇਹ ਹੈਗੀ ਹੈ ਕਿ ਪੀਸਫੁਲ ਚੱਲ ਰਿਹਾ, ਉੱਥੇ ਕੋਈ ਵੀ ਵਾਇਲੈਂਸ ਨਹੀਂ ਹੋਈ। ਤੇ ਇੱਕ ਗੱਲ ਇਹ ਸਾਰੇ ਕਹਿ ਰਹੇ ਨੇ ਕਿ ਪੋਲੀਟੀਕਲ ਪਾਰਟੀ ਦੇ ਇਹ ਕਿਸਾਨਾਂ ਜਥੇਬੰਦੀਆਂ ਦਾ ਬਹੁਤ ਵਧੀਆ ਫੈਸਲਾ ਹੈ ਕਿ ਉਹਨਾਂ ਨੇ ਕਿਸੇ ਨੂੰ ਵੀ ਉੱਥੇ ਆਉਣ ਦੀ ਆਗਿਆ ਨਹੀਂ ਦਿੱਤੀ ਵੀ ਉੱਥੇ ਸਾਡੇ ਮੋਰਚੇ ਦੇ ਸਾਡੇ ਸਟੇਜ ਤੇ ਆ ਜਾਓ। ਆਪਾਂ ਇੱਕ ਅਜ਼ਿਊਮ ਕਰਕੇ ਦੇਖੀਏ ਕਿ ਉੱਥੇ ਹੁਣ ਗੱਲ ਚੱਲਦੀ ਪਈ ਸੀ ਰਵਨੀਤ ਸਿੰਘ ਬਿੱਟੂ ਦੇ ਬਿਆਨ ਦੀ। ਅਗਰ ਰਵਨੀਤ ਸਿੰਘ ਬਿੱਟੂ ਉੱਥੇ ਆ ਕੇ ਇਹ ਬਿਆਨ, ਉਹਨਾਂ ਦੀ ਮਨਸ਼ਾ ਕੀ ਹੈ ਮੈਂ ਕੁਝ ਨਹੀਂ ਕਹਿੰਦਾ, ਅਗਰ ਰਵਨੀਤ ਸਿੰਘ ਬਿੱਟੂ ਆ ਕੇ ਇਸ ਕਿਸਾਨਾਂ ਦੀ ਸਟੇਜ ਤੋਂ ਕਹਿ ਦਿੰਦੇ ਕਿ ਉੱਥੇ ਲਾਸ਼ਾਂ ਦੇ ਢੇਰ ਵਿਛਣੇ ਸੀਗੇ, ਅਗਰ ਜਸਬੀਰ ਸਿੰਘ ਡਿੰਪਾ ਉੱਥੇ ਆ ਕੇ ਕਿਸੇ ਪੱਤਰਕਾਰ ਨਾਲ ਲੜ ਪੈਂਦੇ ਤੇ ਉਹਦਾ ਕੀ ਨਤੀਜਾ ਨਿਕਲਣਾ ਸੀਗਾ, ਅਗਰ ਸੁਖਬੀਰ ਸਿੰਘ ਬਾਦਲ ਕਿਸਾਨ ਉੱਥੇ ਅੰਦੋਲਨ ਦੇ ਵਿੱਚ ਜਾਂਦੇ ਤੇ ਉੱਥੇ ਵਿਰੋਧ ਹੁੰਦਾ, ਇਹ ਮੇਰੇ ਖਿਆਲ ਨਾਲ ਅੰਦੋਲਨ 50 ਦਿਨ ਤੱਕ ਹੀ ਹੈ, 5 ਘੰਟੇ ਵੀ ਚੱਲਣਾ ਬੜਾ ਇਹ ਵੱਡੀ ਗੱਲ ਹੈ। ਦੂਜੀ ਗੱਲ ਜਿਹੜੀ ਕਿ ਕਿਸਾਨ ਆਗੂ ਜਿਹੜੇ ਹੈਗੇ ਨੇ ਨਾ ਮੇਰੇ ਹਿਸਾਬ ਨਾਲ ਬਹੁਤ ਵਧੀਆ ਜਿਹੜੇ ਉਹਨਾਂ ਦੀ ਅਗਵਾਈ ਹੈਗੀ ਹੈ, ਇਹ ਕਿਸਾਨ ਆਗੂਆਂ ਨਾਲ ਪੰਜਾਬ ਦੇ ਲੋਕ ਅਗਵਾਈ ਕਰ ਰਹੇ ਨੇ, ਹਰਿਆਣਾ ਦੇ ਲੋਕ ਅਗਵਾਈ ਕਰ ਰਹੇ ਨੇ। ਸਭ ਤੋਂ ਪਹਿਲੇ ਟੈਗ ਲਾਣਾ ਸ਼ੁਰੂ ਕੀਤਾ ਇਹਨਾਂ ਨੇ, ਸਭ ਤੋਂ ਪਹਿਲੇ ਹੁਣ ਅੱਜ ਫਿਰ ਮੋਹਰ ਵੀ ਲਾਈ ਹੈ ਕਿ ਉੱਥੇ ਖਾਲਿਸਤਾਨੀ ਹੈਗੇ ਨੇ। ਇਹਨਾਂ ਨੂੰ ਵਿਰੋਧ ਵੀ ਕਰਨਾ ਪੈ ਰਿਹਾ, ਲੇਕਿਨ ਇਹ ਫਿਰ ਵੀ ਕੁਛ ਨਾ ਕੁਛ ਇਹਨਾਂ ਦੇ ਮਨ 'ਚ ਹੋਊਗਾ ਕਿ ਇਹ ਕਹਿ ਰਹੇ ਨੇ, ਲੋਕਾਂ ਦੇ ਇੰਨੇ ਵਿਰੋਧ ਦੇ ਬਾਵਜੂਦ ਵੀ ਕਹਿ ਰਹੇ ਨੇ, ਇਹ ਸ਼ਾਇਦ ਇਹਨਾਂ ਨੂੰ ਇਹਦਾ ਹੁਣ 2022 ਦੀਆਂ ਇਲੈਕਸ਼ਨਾਂ ਦੇ ਵਿੱਚ ਜਵਾਬ ਦੇਣਗੇ। ਬਲਬੀਰ ਸਿੰਘ ਰਾਜੇਵਾਲ ਨੂੰ ਬਿਆਨ ਦੇਣਾ ਪੈ ਰਿਹਾ ਕਿ ਉੱਥੋਂ ਨਿਸ਼ਾਨ ਸਾਹਿਬ ਹਟਾ ਲਓ, ਅਸੀਂ ਇੱਥੇ ਖਾਲਿਸਤਾਨ ਦਾ ਠੱਪਾ ਨਹੀਂ ਲਾਣਾ ਪੈ ਰਿਹਾ, ਇਹ ਬੜੀ ਵੱਡੀ ਗੱਲ ਸੀ। ਦੂਜਾ ਕੱਲ ਉਹਨਾਂ ਦਾ ਫਿਰ ਬਿਆਨ ਆਇਆ ਹੈ ਕਿ ਜਿਹੜਾ ਇਹ ਅੰਦੋਲਨ ਹੈ 26 ਤਰੀਕ ਦੀ ਟਰੈਕਟਰ ਪਰੇਡ ਹੈ, ਉੱਥੇ ਪੂਰੇ ਪੰਜਾਬ ਨਹੀਂ, ਪੂਰੇ ਇੰਡੀਆ ਨਹੀਂ, ਪੂਰੇ ਵਰਲਡ ਦੀਆਂ ਨਜ਼ਰਾਂ ਨੇ ਉਹ ਟਰੈਕਟਰ ਪਰੇਡ ਜਿਹੜੀ ਹੋਣ ਜਾ ਰਹੀ ਹੈ, ਠੀਕ ਹੈ। ਲੇਕਿਨ ਇਹਦੇ ਵਿੱਚ ਕੋਈ ਨਾ ਕੋਈ ਖਦਸ਼ਾ ਜ਼ਰੂਰ ਹੈਗਾ ਕਿ ਉੱਥੇ ਵਾਇਲੈਂਸ ਹੋਵੇ, ਉਹ ਸਰਕਾਰ ਦੇ ਵਿੱਚ ਬੰਦੇ ਜਾਣ ਜਾਂ ਕੁਝ ਵੀ ਹੁੰਦਾ ਹੈ, ਉਹ ਅਸੀਂ ਦੇਖਦੇ ਆਏ ਹਾਂ। ਲੇਕਿਨ ਕਿਸਾਨ ਜਥੇਬੰਦੀਆਂ ਨੇ ਇਹ ਜਿਹੜਾ ਕੀਤਾ ਹੋਇਆ ਨਾ ਫੈਸਲਾ ਕਿ ਉੱਥੇ ਪੋਲੀਟੀਕਲ ਪਾਰਟੀਆਂ ਆਪ ਨਾ ਜਾਂ ਆਪਣਾ ਵਿੱਚ ਕੋਈ ਨਾ ਬੰਦਾ ਐਡਜਸਟ ਕਰੇ, ਇਹ ਸਭ ਤੋਂ ਵੱਡੀ ਗੱਲ ਤਾਂ ਇਹ ਹੈ। ਲੇਕਿਨ ਹੁਣ ਗੱਲ ਰਹੀ ਜਿਹੜੀ ਇਹ ਪੋਲੀਟਿਕਸ ਦੀ ਆ, ਹਰ ਇੱਕ ਪਾਰਟੀ ਨੂੰ ਆਪਣਾ ਫਾਇਦਾ ਹੁੰਦਾ ਹੈ। ਜੇ
ਅੱਜ ਰਿਲਾਇੰਸ ਨੂੰ ਹੁਣ ਕਾਂਗਰਸ ਵਾਲੇ ਅਕਾਲੀ ਦਲ ਵਾਲੇ ਅਪੋਜ਼ ਕਰ ਰਹੇ ਨੇ ਤੇ ਇਹ ਕੋਈ ਵੱਡੀ ਗੱਲ ਨਹੀਂ। ਅਸੀਂ ਸਾਰਿਆਂ ਨੇ ਦੇਖਿਆ ਜਦੋਂ ਸਰਕਾਰਾਂ ਬਣਦੀਆਂ ਨੇ ਤੇ ਇਹੀ ਇਨਵਾਈਟ ਕਰਦੇ ਨੇ ਵੀ ਤੁਸੀਂ ਆ ਜਾਓ। ਇਹ ਹਰ ਇੱਕ ਨੇ ਆਪਣੀਆਂ ਰਾਜਨੀਤੀ ਖੇਡਣੀ ਹੈ, ਲੇਕਿਨ ਬੈਟਰ ਇਹ ਹੈ ਵੀ ਜਿਹੜੀ ਲੋਕਾਂ ਦੀ ਆਵਾਜ਼ ਹੈ ਇਹ ਸਰਕਾਰ ਜਿਹੜੀ ਮੌਜੂਦਾ ਸਰਕਾਰ ਹੈ ਉਹਨੂੰ ਉਹ ਸੁਣਨੀ ਚਾਹੀਦੀ ਹੈ, ਲੋਕਾਂ ਦੀ ਆਵਾਜ਼ ਸੁਣਨੀ ਚਾਹੀਦੀ ਹੈ। ਲੋਕਾਂ ਦੀ ਆਵਾਜ਼ ਕਿਉਂ ਨਹੀਂ ਸੁਣ ਰਹੀ ਨਰਿੰਦਰ ਮੋਦੀ ਜੀ ਕੋਲ? ਕਿ ਲੋਕਾਂ ਦੀ ਆਵਾਜ਼ ਪਹੁੰਚ ਨਹੀਂ ਰਹੀ? ਅਮਿਤ ਸ਼ਾਹ ਜੀ ਕੋਲ ਕੀ ਲੋਕਾਂ ਦੀ ਆਵਾਜ਼ ਪਹੁੰਚ ਨਹੀਂ ਰਹੀ? ਲੋਕਾਂ ਦੀ ਮੰਗ ਇਹੀ ਹੈ ਕਿ ਕਾਨੂੰਨ ਰੱਦ ਹੋਣ। ਕੀ ਇਹਦੇ ਵਿੱਚ ਹੈਗਾ ਤੁਹਾਨੂੰ ਵੀ ਤੁਸੀਂ ਇਹ ਰੱਦ ਨਹੀਂ ਕਰ ਸਕਦੇ? 2000 ਤੋਂ ਵੱਧ ਕਾਨੂੰਨ ਬਣੇ ਨੇ, ਮਤਲਬ ਰੱਦ ਕੀਤੇ ਗਏ ਨੇ, ਇਹ ਕਿਉਂ ਨਹੀਂ ਕਰ ਸਕਦੇ ਤੁਸੀਂ? ਦੇਖੋ, ਜੇ ਤੁਸੀਂ ਕਹਿੰਦੇ ਹੋ ਆਵਾਜ਼ ਸੁਣ ਨਹੀਂ ਰਹੀ ਤੇ 9 ਦੌਰ ਦੀ ਬਾਤਚੀਤ ਹੋ ਰਹੀ ਹੈ, ਅੱਜ ਵੀ ਕਿਸਾਨਾਂ ਦੀ ਔਰ ਸਰਕਾਰ ਦੇ ਵਿੱਚ ਵਿਚਾਲੇ ਗੱਲਬਾਤ ਹੋ ਰਹੀ ਹੈ। ਸੋ ਗੱਲ ਸੁਣ ਨਹੀਂ ਰਹੀ, ਇਹ ਐਲੀਗੇਸ਼ਨ ਲਾਣਾ ਤਾਂ ਸਰਾਸਰ ਝੂਠ ਹੈ। ਗੱਲਬਾਤ ਤਾਂ ਹਜੇ ਵੀ ਚੱਲ ਰਹੀ ਨਹੀਂ ਨਾ ਕੋਈ ਨਿਕਲ ਗੱਲਬਾਤ ਦਾ ਦੌਰ ਤਾਂ ਇੱਕ ਵਾਰੀ ਵੀ ਨਹੀਂ ਟੁੱਟਿਆ। ਹਰ ਮੀਟਿੰਗ ਤੈਅ ਹੁੰਦੀ ਹੈ, ਉਸ ਤੋਂ ਅਗਲੀ ਮੀਟਿੰਗ ਦੀ ਤਰੀਕ ਨਾਲ ਹੀ ਉਹ ਤੈਅ ਕਰਕੇ ਆਉਂਦੇ ਆ। ਤੇ ਤੁਸੀਂ ਕਹੋ ਜੀ ਗੱਲ ਸੁਣੀ ਨਹੀਂ ਜਾ ਰਹੀ। ਜੇ ਗੱਲ ਸੁਣੀ ਨਾ ਜਾ ਰਹੀ ਹੁੰਦੀ ਤਾਂ ਫਿਰ ਮੀਟਿੰਗਾਂ ਹੀ ਕਿਉਂ ਹੋ ਰਹੀਆਂ ਹੁੰਦੀਆਂ? ਠੀਕ ਹੈ, ਹਾਲੇ ਤੱਕ ਮਸਲਾ ਇਹਦਾ ਹੱਲ ਨਹੀਂ ਹੋਇਆ, ਲੇਕਿਨ ਇਹ ਕਹਿਣਾ ਐਲੀਗੇਸ਼ਨ ਲਾਣਾ ਵੀ ਸਰਕਾਰ ਗੱਲ ਨਹੀਂ ਸੁਣ ਰਹੀ ਹੈ, ਸਰਾਸਰ ਝੂਠ ਹੈ। ਸਰਕਾਰ ਗੱਲ ਸੁਣ ਰਹੀ ਹੈ। ਮੈਨੂੰ ਉਮੀਦ ਹੈ ਵੀ ਇਹਦਾ ਰਿਜ਼ਲਟ ਹੈ ਜਿਹੜਾ ਉਹ ਗੱਲਬਾਤ ਦੇ ਜ਼ਰੀਏ ਜ਼ਰੂਰ ਨਿਕਲੇਗਾ। ਲਾਪਰਾ ਸਾਹਿਬ ਬਿਆਨ ਲਗਾਤਾਰ ਰਵਨੀਤ ਬਿੱਟੂ ਵੀ ਕਹਿੰਦੇ ਨੇ ਕਿ ਕਿਸਾਨਾਂ ਦੇ ਹੱਕ 'ਚ ਹੈ, ਪਰ ਜਦੋਂ ਡਿੰਪਾ ਜੀ ਉੱਥੇ ਇੱਕ ਮੀਡੀਆ ਕਰਮੀ ਦੇ ਨਾਲ ਇਦਾਂ ਕਰਦੇ ਨੇ ਉਦੋਂ ਨਹੀਂ ਕੋਈ ਬਿੱਟੂ ਜੀ ਦਾ ਬਿਆਨ ਆਉਂਦਾ, ਜਾਂ ਉਦੋਂ ਕਾਂਗਰਸ ਵਾਲੇ ਕੋਈ ਨਹੀਂ ਆ ਕਹਿੰਦਾ ਵੀ ਉੱਥੇ ਉਹ ਗਲਤ ਕੀਤਾ? ਨਹੀਂ ਦੇਖੋ, ਜਿਹੜੀ ਚੀਜ਼ ਹੋਈ ਆ ਉਦੋਂ ਮੈਂ ਕਹਿੰਦਾ ਵੀ ਬਹੁਤ ਗਲਤ ਹੋਇਆ। ਕੱਲਾ ਪੱਤਰਕਾਰ ਨਾ ਕਹੋ, ਕਿਸੇ ਵੀ ਲੇਡੀ ਨਾਲ, ਕਿਸੇ ਵੀ ਕੁੜੀ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਤਈ ਮੈਂ ਵੀ ਬਰਦਾਸ਼ਤ ਨਹੀਂ ਕਰੂੰਗਾ। ਮੇਰੀ ਕਿਸੇ ਨੇ ਚੀਜ਼ ਤੇ ਬਾਈਟ ਕਿਉਂ ਲੈਣੀ? ਮੈਂ ਬਹੁਤ ਹਜੇ ਰਾਜਨੀਤੀ ਦੀ ਕਹਿ ਲਓ ਵੀ ਮੈਂ ਪਿਆਦਾ ਹਜੇ ਰਾਜਨੀਤੀ ਦੀ ਬਸਾਤ ਤੇ, ਪਰ ਮੈਂ ਇੱਥੇ ਅੱਜ ਰਾਜਨੀਤੀ ਦੀ ਗੱਲ ਨਹੀਂ ਕਰਨ ਆਇਆ, ਨਾ 2022 ਦੀ ਗੱਲ ਕਰਨਾ ਹੈ। ਜਿਵੇਂ ਮੇਰੇ ਭਰਾ ਕਹਿ ਰਹੇ ਆ ਵੀ ਬੀਜੇਪੀ ਬਹੁਤ ਤਕੜੀ ਹੋ ਗਈ ਜੀ, ਇਹ ਹੋ ਗਈ ਆਪਣਾ। ਮੈਂ ਤੁਹਾਨੂੰ ਇਹ ਗੱਲ ਤੇ ਕਰੈਕਟ ਕਰਨਾ ਚਾਹੁੰਦਾ, ਗੱਲਬਾਤ ਚੱਲ ਰਹੀ ਹੈ, ਗੱਲਬਾਤ ਨਹੀਂ ਚੱਲ ਰਹੀ। ਉਹ ਅੰਦਰ ਵਾੜਦੇ ਆ ਕਿਸਾਨਾਂ ਦੇ, ਜਦੋਂ ਬਾਹਰ ਆਉਂਦੇ ਨਾ, ਜਦੋਂ ਤੁਸੀਂ ਉਹਨਾਂ ਦਾ ਪੇਜ ਲਾਈਕ ਕਰੋਗੇ ਕਿਸਾਨ ਏਕਤਾ ਮੋਰਚਾ, ਉਹਦੇ ਤੇ ਜਾ ਕੇ ਸੁਣਿਓ ਰਾਜੇਵਾਲ ਸਾਹਿਬ ਕੀ ਕਹਿੰਦੇ ਆ। ਕਹਿੰਦੇ ਅੱਜ ਸਾਨੂੰ ਫੇਰ ਇਹਨਾਂ ਨੇ ਬਰੰਗ ਵਾਪਸ ਭੇਜਤਾ। ਗੱਲ ਸੁਣਦੇ ਆ ਪਰ ਗੱਲ ਦਾ ਕੋਈ ਜਵਾਬ ਨਹੀਂ ਦਿੰਦੇ। ਆਪਾਂ ਜੀ ਇੱਥੇ ਖੜ ਕੇ ਤੇ ਕੰਧ ਤੇ ਮੱਥਾ ਮਾਰੀ ਜਾਈਏ, ਆਪਾਂ ਕਵਾਂਗੇ ਜੀ ਕੰਧ ਲਾ ਲਓਗੀ, ਕੰਧ ਗੱਲ ਸੁਣਦੀ ਆ, ਪਰ ਖੂਨ ਸਿਰਫ ਆਪਣਾ ਹੀ ਨਿਕਲਦਾ, ਕੰਧ ਨੂੰ ਕੋਈ ਫਰਕ ਨਹੀਂ ਪੈਂਦਾ। ਇੱਥੇ ਉਹ ਕੰਮ ਚੱਲ ਰਿਹਾ। ਤੇ ਕੈਪਟਨ ਸਾਹਿਬ ਤਾਂ ਦੋਹਰੀ ਰਾਜਨੀਤੀ ਖੇਡ ਰਹੇ ਨੇ। ਸ਼੍ਰੀ ਬਰਾੜ ਗ੍ਰਿਫਤਾਰ ਹੁੰਦਾ ਜਿਹਨੇ ਕਿਸਾਨ ਐਂਥਮ ਲਿਖਿਆ ਜਾਂਦਾ, ਉਹ ਤੇ ਇਲਜ਼ਾਮ ਲੱਗਦੇ ਕਿ ਉਹ ਭੜਕਾਊ ਗੀਤ ਲਿਖਦਾ। ਭੜਕਾਊ ਗੀਤ ਤਾਂ ਕਈ ਸਿੰਗਰ ਲਿਖਦੇ ਨੇ, ਹੋਰਾਂ ਤੇ ਕਿਉਂ ਨਹੀਂ ਕਾਰਵਾਈ ਹੁੰਦੀ? ਸ਼੍ਰੀ ਬਰਾੜ ਨੂੰ ਕਿਉਂ ਇਸ ਮੌਕੇ ਤੇ ਗ੍ਰਿਫਤਾਰ ਕੀਤਾ ਜਾਂਦਾ? ਇਹ ਚੀਜ਼ ਮੈਂ ਕੁਝ ਨਹੀਂ ਕਹਿ ਸਕਦਾ, ਕਿਉਂਕਿ ਮੈਂ ਨਾ ਤਾਂ ਇਹ ਚੀਜ਼ 'ਚ ਮੈਨੂੰ ਇਨਵੋਲਵ ਕੀਤਾ ਗਿਆ, ਨਾ ਮੈਨੂੰ ਪੁੱਛਿਆ ਗਿਆ ਵੀ ਸ਼੍ਰੀ ਬਰਾੜ ਨੂੰ ਗ੍ਰਿਫਤਾਰ ਕਰਨਾ ਕਿ ਨਹੀਂ। ਮੈਂ ਤੁਹਾਨੂੰ ਫੇਰ ਇਹੀ ਗੱਲਾਂ ਕਹਿ ਰਿਹਾ, ਤੁਸੀਂ ਮੀਡੀਆ ਵਾਲੇ ਹੋ, ਤੁਸੀਂ ਵੀ ਆਪਦੀ એનર્ਜੀ ਨੂੰ ਪ੍ਰੋਪਰ ਸਹੀ ਜਗ੍ਹਾ ਚੈਨਲਾਈਜ਼ ਕਰੋ। ਸ਼੍ਰੀ ਬਰਾੜ ਤੇ ਪਰਚਾ ਹੋਇਆ ਨਹੀਂ ਹੋਇਆ, ਕਿਸਾਨ ਅੰਦੋਲਨ 'ਚ ਬਹੁਤ ਛੋਟੀਆਂ ਚੀਜ਼ਾਂ, ਕਿਸਾਨ ਅੰਦੋਲਨ ਵੱਲ ਧਿਆਨ ਦਿਓ। ਸਲੂਟ ਹੈ ਕਿਸਾਨ ਅੰਦੋਲਨ ਦੇ ਲੀਡਰਾਂ ਨੂੰ, ਆ ਸਲੂਟ ਹੈ, ਬਿਗ ਸਲੂਟ, ਜਿਨ੍ਹਾਂ ਨੇ ਰਾਜਨੀਤੀ ਪਹਿਲੇ ਦਿਨ ਤੋਂ ਉੱਥੋਂ ਬਾਹਰ ਰੱਖੀ, ਅੱਜ ਵੀ ਬਾਹਰ ਹੈ। ਨਹੀਂ ਤਾਂ ਕਿਤੇ ਨਾ ਕਿਤੇ ਕੋਈ ਨਾ ਕੋਈ ਰਾਜਨੀਤੀ ਚਮਕਾਉਣ ਪਹੁੰਚ ਜਾਂਦਾ। ਕੋਈ ਕਿਸਾਨ ਲੀਡਰ ਲੜਦਾ ਨਾ, ਏਕਾ ਕਿਸਾਨ ਮਜ਼ਦੂਰ ਏਕਤਾ ਜਿਹੜੀ ਆ ਚਟਾਨ ਵਾਂਗੂ ਖੜੀ ਹੈ। ਬੀਜੇਪੀ ਵਾਲੇ ਕਹਿੰਦੇ ਕਿ ਕਾਂਗਰਸ ਕਾਨੂੰਨ ਵਿਵਸਥਾ ਖਰਾਬ ਕਰ ਰਹੀ ਹੈ, ਪੰਜਾਬ ਦੇ ਵਿੱਚ ਕੋਈ ਕਾਨੂੰਨ ਨਹੀਂ ਹੈਗਾ, ਕਾਨੂੰਨ ਵਿਵਸਥਾ ਵਿਗੜ ਚੁੱਕੀ ਹੈ। ਦੱਸੋ ਜੀ, ਕਿੱਥੇ ਵੀ ਚੌਂਕਾਂ 'ਚ ਜਿਹੜਾ ਇਹਨਾਂ ਦੇ ਰਾਜ 'ਚ ਹੁੰਦਾ ਸੀ, ਨਿਰਭਇਆ ਕਾਂਡ ਵੀ ਮੇਰੇ ਖਿਆਲ ਇਹਨਾਂ ਦੇ ਰਾਜ 'ਚ ਹੋਇਆ ਦਿੱਲੀ 'ਚ, ਤੇ ਹੁਣ ਵੀ ਇਹਨਾਂ ਦੀ ਸੈਂਟਰ ਸਰਕਾਰ ਹੈ। ਜੇ ਕਾਨੂੰਨ ਵਿਵਸਥਾ ਇਹਨਾਂ ਨੂੰ ਲੱਗਦਾ ਗਵਰਨਰ ਰਾਜ ਲਵਾ ਲੈਣ, ਜੇ ਇੰਨੇ ਤਗੜੇ ਆ, ਇਹਨਾਂ ਕੋਲ ਐਬਸੋਲੂਟ ਮੈਜੋਰਟੀ ਹੈ। ਐਵੇਂ ਯਾਰ ਗੱਲਾਂ ਮਾਰਦੇ, ਗੱਲਾਂ ਮਾਰਨ ਨਾਲ ਕੋਈ ਗੱਲ ਨਹੀਂ ਹੁੰਦੀ। ਕਾਨੂੰਨ ਵਿਵਸਥਾ ਦੱਸੋ ਵੀ ਤੁਹਾਨੂੰ ਸੜਕਾਂ ਦੇ, ਜੋ ਤੁਸੀਂ ਰਾਤ ਨੂੰ ਨਿਕਲਦੇ ਹੋ, ਰਾਤ ਨੂੰ 12 ਵਜੇ ਤੱਕ ਤੁਸੀਂ ਮੋਟਰਸਾਈਕਲ ਤੇ, ਤੁਸੀਂ ਮੀਡੀਆ ਵਾਲੇ ਹੋ, ਤੁਹਾਨੂੰ ਪੂਰੀ ਫਰੀਲੀ ਘੁੰਮਦੇ ਹੋ, ਤੁਹਾਨੂੰ ਸੜਕਾਂ ਤੇ ਰਾਤ ਨੂੰ ਲੇਡੀਜ਼, ਕੁੜੀਆਂ, ਭੈਣਾਂ ਦਿਖਦੀਆਂ, ਤੇ ਤੁਹਾਨੂੰ ਲੱਗਦਾ ਵੀ ਜਿਹੜੇ ਸੂਬੇ ਦੀ ਕਾਨੂੰਨ ਵਿਵਸਥਾ ਖਰਾਬ ਹੋਵੇ ਉੱਥੇ ਲੇਡੀਜ਼ ਵਗੈਰਾ ਰਾਤ ਨੂੰ ਆਰਾਮ ਨਾਲ ਘੁੰਮ ਸਕਦੀਆਂ? ਇੱਥੇ ਸੈਂਸ ਆਫ ਸਿਕਿਉਰਿਟੀ ਹੈ ਹਰ ਬੰਦੇ ਨੂੰ। ਕੈਪਟਨ ਸਾਹਿਬ ਨੇ ਹੋਮ ਡਿਪਾਰਟਮੈਂਟ ਇੰਨੀ ਵਧੀਆ ਤਰੀਕੇ ਨਾਲ ਸਾਂਭਿਆ ਹੋਇਆ। ਚਲੋ ਮਾੜੇ ਮੋਟੇ ਗਲਿਚੇਸ ਹਰ ਜਗ੍ਹਾ ਹੁੰਦੇ ਆ, ਜਦੋਂ ਆਪਾਂ ਨਿਕਲੀਏ, ਜਦੋਂ ਆਪਾਂ ਐਡਾ ਵੱਡਾ ਸੂਬਾ ਮੈਨੇਜ ਕਰਨਾ, ਜੇ ਮਾੜੀ ਮੋਟੀ ਗਲਤੀਆਂ ਹੋ ਜਾਣ, ਉਹ ਗਲਤੀਆਂ ਉਜਾਗਰ ਕਰਨ ਨਾਲੋਂ ਜੋ ਉਹਨਾਂ ਦੇ ਚੰਗੇ ਪਾਸੇ ਉਹ ਕਿਉਂ ਨਹੀਂ ਮੀਡੀਆ ਦਿਖਾਉਂਦਾ? ਅੱਜ ਵੀ ਗੱਲ ਬੀਜੇਪੀ ਦੀ ਹੋ ਰਹੀ ਹੈ। ਇੰਨਾ ਮੈਨੀਪੂਲੇਟ ਕੀਤਾ ਹੋਇਆ ਯਾਰ ਹਰ ਸਿਸਟਮ ਨੂੰ। ਆਨਾ ਮੈਂ ਤੁਹਾਡੇ ਕੋਲ ਵੀ ਹਰਜੀ, ਉਹਨਾਂ ਨੇ ਕਿਹਾ ਕਿ ਕਾਨੂੰਨ ਵਿਵਸਥਾ ਪੰਜਾਬ 'ਚ ਬਿਲਕੁਲ ਨਹੀਂ ਵਿਗੜੀ। ਤੁਹਾਡੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਥਾਂ ਤੇ ਰੈਲੀਆਂ ਕਰ ਰਹੇ ਨੇ ਕਿ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਵਿਗੜ ਚੁੱਕੀ ਹੈ, ਕਿਉਂਕਿ ਜਿਹੜੀ ਵੀ ਰੈਲੀ ਤੁਸੀਂ ਕਰਦੇ ਹੋ ਤੁਹਾਨੂੰ ਪ੍ਰੋਟੈਕਸ਼ਨ ਦੇਣ ਲਈ ਉੱਥੇ ਪੁਲਿਸ ਆਉਂਦੀ ਹੈ, ਤੁਹਾਡਾ ਵਿਰੋਧ ਹੁੰਦਾ, ਤੇ ਤੁਸੀਂ ਕਹਿੰਦੇ ਹੋ ਕਿ ਪੰਜਾਬ 'ਚ ਕਾਨੂੰਨ ਵਿਵਸਥਾ ਵਿਗੜ ਚੁੱਕੀ ਹੈ। ਕਰਨਾਲ ਦੇ ਵਿੱਚ ਜਦੋਂ ਸੀਐਮ ਦੀ ਸਟੇਜ ਪੱਟੀ ਜਾਂਦੀ ਹੈ, ਤੁਸੀਂ ਉੱਥੇ ਨਹੀਂ ਗਵਰਨਰ ਨੂੰ ਜਾ ਕੇ ਦਿੰਦੇ ਕਿ ਇੱਥੇ ਕਾਨੂੰਨ ਵਿਵਸਥਾ ਵਿਗੜ ਚੁੱਕੀ ਹੈ, ਸਰਕਾਰ ਭੰਗ ਕਰੋ, ਗਵਰਨਰੀ ਰਾਜ ਲਾਓ। ਪਹਿਲਾਂ ਤਾਂ ਮੈਂ ਆਪਣੇ ਦੋਸਤ ਨੂੰ ਕਰੈਕਟ ਕਰ ਦੇਵਾਂ, ਇਹਨਾਂ ਨੇ ਜਜ਼ਬਾਤੀ ਹੋ ਕੇ ਕਹਿ ਦਿੱਤਾ ਵੀ ਨਿਰਭਇਆ ਕਾਂਡ ਕਿਹੜੀ ਸਰਕਾਰ 'ਚ ਹੋਇਆ ਸੀ। ਨਿਰਭਇਆ ਕਾਂਡ ਉਸ ਵੇਲੇ ਦੀ ਕਾਂਗਰਸ ਦੀ ਸੈਂਟਰ ਦੀ ਸਰਕਾਰ ਸੀ, ਉਦੋਂ ਹੋਇਆ ਸੀ। ਇਹਨਾਂ ਨੂੰ ਮੈਂ ਕਰੈਕਟ ਕਰ ਦੇਵਾਂ, ਮੈਨੂੰ ਲੱਗਦਾ ਭੁੱਲ ਗਏ। ਦੂਜੀ ਗੱਲ ਜਿਹੜੀ ਤੁਸੀਂ ਕੀਤੀ ਆ ਕਾਨੂੰਨ ਵਿਵਸਥਾ ਦੀ, ਕਾਨੂੰਨ ਵਿਵਸਥਾ ਪੰਜਾਬ ਦੇ ਵਿੱਚ ਇਹ ਹਾਲ ਹੈ ਵੀ ਦੇਖੋ, ਗੱਲ ਰੱਖਣ ਦਾ ਅਧਿਕਾਰ ਸਾਰਿਆਂ ਨੂੰ ਹੈ, ਇਹ ਤਾਂ ਅਸੀਂ ਸਾਰੇ ਮੰਨਦੇ ਹਾਂ। ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦਾ ਬਾਏ ਸੰਵਿਧਾਨ ਦੇ ਨਾਲ ਅਸੀਂ ਸਾਰੇ ਬੰਨੇ ਆ, ਉਹਨੂੰ ਮੰਨਣਾ ਸਾਡਾ ਫਰਜ਼ ਵੀ ਹੈ, ਸਾਡੀ ਜ਼ਿੰਮੇਵਾਰੀ ਵੀ ਹੈ। ਗੱਲ ਕਹਿਣ ਦਾ ਹੱਕ ਸਾਰਿਆਂ ਨੂੰ ਹੈ। ਕਿਸਾਨਾਂ ਨੂੰ ਵੀ ਇਹ ਅੰਦੋਲਨ ਕਰ ਰਹੇ ਆ, ਸ਼ਾਂਤੀਮਈ ਅੰਦੋਲਨ ਕਰ ਰਹੇ ਆ, ਇਹ ਗੱਲ ਬਿਲਕੁਲ ਠੀਕ ਹੈ, ਬਿਲਕੁਲ ਜਾਇਜ਼ ਹੈ, ਉਹਨਾਂ ਦਾ ਰਾਈਟ ਹੈ, ਉਹ ਰੱਖ ਰਹੇ ਆ, ਚੰਗੀ ਗੱਲ ਹੈ, ਰੱਖਣਾ ਵੀ ਚਾਹੀਦਾ। ਇਸੇ ਤਰੀਕੇ ਨਾਲ ਭਾਰਤੀ ਜਨਤਾ ਪਾਰਟੀ ਨੂੰ ਵੀ ਆਪਣੀ ਗੱਲ ਕਹਿਣ ਦਾ ਹੱਕ ਹੈ। ਜਦੋਂ ਅਸੀਂ ਵਾਜਪੇਈ ਜੀ ਦੇ ਜਨਮ ਦਿਨ ਦੇ ਪ੍ਰੋਗਰਾਮ ਕੀਤੇ ਤੇ ਕਾਂਗਰਸ ਦੀ ਸਰਕਾਰ ਦੇ ਸ਼ੈਲਟਰ ਦੇ ਵਿੱਚ, ਮੈਂ ਗੱਲ ਕਹਿ ਰਿਹਾ, ਪੁਲਿਸ
ਪੁਲਿਸ ਦੇ ਸ਼ੈਲਟਰ ਦੇ ਵਿੱਚ ਪੁਲਿਸ ਦੇ ਕੋਲ ਖੜ ਕੇ ਬੀਜੇਪੀ ਦੇ ਪ੍ਰੋਗਰਾਮਾਂ ਦੇ ਟੈਂਟ ਪੜਾਤੇ, ਕੁਰਸੀਆਂ ਚਕਾਤੀਆਂ। ਉਸ ਤੋਂ ਬਾਅਦ ਜਦੋਂ ਲੁਧਿਆਣੇ ਦੇ ਵਿੱਚ 26 ਜਗ੍ਹਾ ਪ੍ਰੋਗਰਾਮ ਹੋਏ, 26 ਜਗ੍ਹਾ ਪੁਲਿਸ ਨੇ ਇੱਕ ਦਿਨ ਪਹਿਲਾਂ ਸਾਡੇ ਤੋਂ ਲਿਸਟਾਂ ਜ਼ਬਰਦਸਤੀ ਲੈ ਲਈਆਂ, ਤੁਸੀਂ ਕਿੱਥੇ ਪ੍ਰੋਗਰਾਮ ਕਰਨੇ ਆ। ਅਸੀਂ ਕਿਹਾ ਜੀ ਤੁਸੀਂ ਕੀ ਲੈਣਾ, ਫਿਰ ਉਹਨਾਂ ਨੇ ਜ਼ਬਰਦਸਤੀ ਪੁਲਿਸ ਨੇ ਸਾਡੇ ਤੋਂ ਪ੍ਰੋਗਰਾਮਾਂ ਦੀ ਥਾਂ ਲਈ। ਔਰ ਮੈਂ ਇਹ ਗੱਲ ਕਹਿ ਰਿਹਾ ਵੀ ਪੂਰੇ ਪੰਜਾਬ ਦੇ ਵਿੱਚ ਜਿਹੜੇ ਪੁਲਿਸ ਦੇ ਰਾਹੀਂ ਹੀ ਜਿਹੜੇ ਕਿਸਾਨ ਦੱਸਿਆ ਜਾਂਦਾ ਵੀ ਤਾਂ ਫਲਾਣੀ ਜਗ੍ਹਾ ਬੀਜੇਪੀ ਦਾ ਪ੍ਰੋਗਰਾਮ ਹੋ ਰਿਹਾ ਔਰ ਉੱਥੇ ਜਿਹੜੇ ਪ੍ਰਦਰਸ਼ਨ ਕਰਾਏ ਜਾਂਦੇ ਕਰਨਾਲ 'ਚ ਫਿਰ ਕੌਣ ਕਿਹਨੂੰ ਦੱਸ ਰਿਹਾ? ਕਰਨਾਲ 'ਚ ਤਾਂ ਤੁਹਾਡੀ ਹੀ ਸਰਕਾਰ ਹੈ ਨਾ, ਹਰਿਆਣੇ ਤਾਂ ਤੁਹਾਡੀ ਸਰਕਾਰ ਹਾਲ ਦੇ ਵਿੱਚ ਕਿਸਾਨਾਂ ਨੇ ਗੁੱਸਾ ਜ਼ਾਹਿਰ ਕਰਨ ਲਈ ਜਦੋਂ ਉੱਥੇ ਪਹੁੰਚੇ ਆ, ਸਰਕਾਰ ਨੇ ਇੱਕ ਵੀ ਡਾਂਗ ਨਹੀਂ ਚੁੱਕੀ, ਕੁਝ ਨਹੀਂ ਕੀਤਾ। ਪੁਲਿਸ ਨੇ ਬਿਲਕੁਲ ਉਹਨਾਂ ਨੂੰ ਵਾਇਲੈਂਟ ਤਰੀਕੇ ਨਾਲ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਜਦੋਂ ਉੱਥੇ ਦੇ ਉਹ ਲੋਕ ਜਿਹੜੇ ਵੀ ਸੀਗੇ ਉਹਨਾਂ ਨੇ ਜਦੋਂ ਵਾਇਲੈਂਸ ਰਿਕਾ ਅਪਣਾਇਆ ਤੇ ਸਰਕਾਰ ਨੇ ਕੋਈ ਉਹਨਾਂ ਨਾਲ ਆਪਸ ਰਿਫਟ ਨਹੀਂ ਪੈਦਾ ਕੀਤੀ, ਉਹਨਾਂ ਦੇ ਸਾਹਮਣੇ ਖੜ ਕੇ ਕੋਈ ਗੋਲੀ ਨਹੀਂ ਚਲਾਈ, ਪੁਲਿਸ ਨੇ ਇੱਕ ਡੰਡਾ ਵੀ ਨਹੀਂ ਚਲਾਇਆ। ਲੇਕਿਨ ਉਹ ਮੰਦਭਾਗਾ ਸੀ ਹੋ ਗਿਆ। ਲੇਕਿਨ ਸਰਕਾਰ ਦੀ ਮਨਸ਼ਾ ਬਿਲਕੁਲ ਸਾਫ਼ ਹੈ। ਸਰਕਾਰ ਆਂਸੂ ਗੈਸ ਦੇ ਗੋਲੇ ਤੱਕ ਚੱਲੇ ਸੀਗੇ, ਤੁਸੀਂ ਕਹਿੰਦੇ ਪੁਲਿਸ ਨੇ ਇੱਕ ਡੰਡਾ ਵੀ ਨਹੀਂ ਮਾਰਿਆ। ਉਸ ਵੇਲੇ ਜਦੋਂ ਚੱਲੇ ਸੀ, ਮੈਂ ਪਿਛਲੀ ਡਿਬੇਟ 'ਚ ਵੀ ਇਹ ਗੱਲ ਕਹੀ ਸੀ ਵੀ ਜੇ ਉਹ ਨਾ ਚੱਲਦਾ ਤੇ ਅੱਛੀ ਗੱਲ ਸੀ। ਉਹਦਾ ਨਤੀਜਾ ਹੀ ਹੋਇਆ ਵੀ ਅੱਜ ਉਹ ਉੱਥੇ ਬੈਠੇ ਆ। ਨਾ ਚੱਲਦਾ ਤੇ ਉਹ ਚੰਗੀ ਗੱਲ ਸੀ। ਇਹ ਗੱਲ ਨੂੰ ਅਸੀਂ ਐਡਮਿਟ ਕਰਦੇ ਹਾਂ ਵੀ ਉਹ ਨਾ ਹੁੰਦਾ ਤੇ ਅੱਛਾ ਸੀ। ਮੈਂ ਸਿਰਫ ਇਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਤੀਜੇ ਦਿਨ ਬਾਅਦ ਭੱਜੇ ਗਏ ਲੁਧਿਆਣੇ ਚੋਂ। ਇਹਨਾਂ ਨੇ ਤਾਂ ਰੋਜ਼ ਕਰਨਾ ਸੀ, 2-2 ਘੰਟੇ ਦਾ ਰੋਜ਼ ਕਰਨਾ ਸੀ। ਇਹ ਭੱਜੇ ਕੇ ਝੂਠ ਬੋਲਦੇ ਆ। ਦੂਜੀ ਗੱਲ, ਮੈਂ ਬਾਰ-ਬਾਰ ਇਹ ਕਹਿਣਾ, ਕਾਂਗਰਸ ਤੇ ਬੀਜੇਪੀ ਇੱਕ ਬਹੁਤ ਫਿਕਸ ਮੈਚ ਖੇਡ ਰਹੀ ਹੈ ਬੜੇ ਤਰੀਕੇ ਨਾਲ। ਕਰਨਾਲ ਦੇ ਵਿੱਚ ਇਹਨਾਂ ਨੇ ਹੁਣ ਆਪ ਮੰਨਿਆ ਵੀ ਕਿਸਾਨ ਦੁਖੀ ਸੀ, ਆਪਣਾ ਦੁੱਖ ਪ੍ਰਗਟ ਕੀਤਾ। ਫਿਰ ਜਲੰਧਰ ਦੇ ਵਿੱਚ ਡਾਂਗਾ ਕਿਉਂ ਪੈ ਗਈਆਂ? ਬੀਜੇਪੀ ਦੇ ਕਹਿੰਦੇ ਕਾਂਗਰਸ ਨੇ ਡਾਂਗਾ ਕਿਉਂ ਮਾਰੀਆਂ? ਉਹ ਕਿਸਾਨਾਂ ਨੂੰ ਦੁੱਖ ਨਹੀਂ ਸੀਗਾ? ਸਿਰਫ ਪੰਜਾਬ ਦੇ ਕਿਸਾਨਾਂ ਨੂੰ ਦੁੱਖ ਨਹੀਂ ਹੁੰਦਾ, ਹਰਿਆਣੇ ਦੇ ਵਿੱਚ ਇਹਨਾਂ ਦੀ ਸਰਕਾਰ ਉਹਨਾਂ ਨੂੰ ਦੁੱਖ ਲੱਗਦਾ। ਇਹ ਝੂਠ ਛੱਡ ਕੇ ਅੱਜ ਕਿਸਾਨਾਂ ਦੀ ਬਾਫੜਨ ਦੀ ਲੋੜ ਸੀਗੀ, ਪਰ ਅੱਜ ਕਿਸਾਨਾਂ ਦੀ ਨਹੀਂ। ਮੈਂ ਫਿਰ ਕਹਿ ਰਿਹਾ, ਇਹ ਦੋਨੋਂ ਇਨਸਾਨ, ਇੱਕ ਆਪਣੇ ਪ੍ਰਧਾਨ ਮੰਤਰੀ ਨੂੰ ਵਿਚਾਰਿਆ, ਇੱਕ ਪ੍ਰਧਾਨ ਮੰਤਰੀ ਬਣਾਉਣ ਲਈ ਵਿਚਾਰਿਆ। ਪਰ ਇਦਾਂ ਨਹੀਂ ਹੋਣਾ ਜੇ ਸਾਡੇ ਕਿਸਾਨ ਹੀ ਨਹੀਂ ਰਹਿਣਗੇ, ਜੇ ਅੰਨਦਾਤਾ ਹੀ ਨਹੀਂ ਰਹੂਗਾ। ਜਿਹਨੂੰ ਮੈਂ ਮਹਾਭਾਰਤ ਵੇਲੇ ਦੀ ਗੱਲ ਕਰ ਰਿਹਾ, ਮਹਾਭਾਰਤ ਵੇਲੇ ਸ਼੍ਰੀ ਕ੍ਰਿਸ਼ਨ ਜੀ ਨੇ ਕਿਹਾ ਸੀਗਾ 5 ਪਾਂਡਵਾਂ ਨੂੰ ਵੀ ਤੁਸੀਂ ਅੰਨਦਾਤਾ, ਕਿਉਂਕਿ ਉਹਨਾਂ ਨੂੰ ਬੰਜਰ ਜ਼ਮੀਨ ਮਿਲੀ ਸੀਗੀ। ਤੇ ਅੱਜ ਇਹਨਾਂ ਦੇ ਜਿਹੜੇ ਬੀ ਟੀਮ ਇਹਨਾਂ ਦੀ ਸ਼ਿਵ ਸੈਨਾ ਬਾਰ-ਬਾਰ ਕਹਿ ਰਹੀ ਅੰਨਦਾਤਾ ਨਹੀਂ ਹੈ, ਅੰਨਦਾਤਾ ਨਹੀਂ ਹੈ। ਤੇ ਦੂਜੀ ਗੱਲ, ਇਹਨਾਂ ਦੀ ਮੈਂ ਗੱਲ ਕਹਿ ਦੇਣਾ, ਇਹ ਬਲਤਕਾਰ ਦੀ ਗੱਲ ਕਰਦੇ ਆ। ਚਲੋ ਉਹਨਾਂ ਨੇ ਕਰੈਕਟ ਕਰਤਾ। ਲਿਬੜੀ ਹੋਈ ਮੱਝ, ਲੁਧਿਆਣੇ 'ਚ ਇੱਕ MLA ਸਿਮਰਜੀਤ ਸਿੰਘ ਬੈਂਸ ਹੈ, ਲਿਬੜੀ ਹੋਈ ਮੱਝ ਨੂੰ ਆਪਣੇ ਨਾਲ ਸਮਝੌਤਾ ਨਹੀਂ ਕੀਤਾ। ਉਹਦੇ ਤੇ ਅੱਜ ਤੇ ਪਰਚਾ ਕਿਉਂ ਨਹੀਂ ਆ? ਇੱਕ ਕੰਪਲੇਂਟ ਤੇ, ਪਹਿਲੀ ਕੰਪਲੇਂਟ ਤੇ ਪਰਚਾ ਦਰਜ ਬਣਦਾ, ਅੱਜ ਤੱਕ ਕੰਪਲੇਂਟ ਤੇ ਪਰਚਾ ਦਰਜ ਨਹੀਂ ਹੋਇਆ। ਦੂਜੇ ਦੇ ਬਲਤਕਾਰਾਂ ਤੇ ਸਿਆਸਤ ਕਰਨ ਵਾਲਿਓ, ਤੁਹਾਡੀ ਸਰਕਾਰ ਵੀ ਇੱਥੋਂ ਪੰਜਾਬ 'ਚ ਇੱਦਾਂ ਹੀ ਜਾਣੀ ਹੈ, ਯਾਦ ਰੱਖਣਾ। ਦੋਨੋਂ ਲੜਾਈ ਕਰ ਰਹੇ ਹੋ, ਕਹਿੰਦੇ ਕਿ ਉਹ ਆਪਣੇ ਪ੍ਰਧਾਨ ਮੰਤਰੀ ਨੂੰ ਬਚਾ ਰਹੇ ਨੇ ਤੇ ਇਹ ਕਹਿ ਰਹੇ ਨੇ ਕਿ ਆਪਣੇ ਪ੍ਰਧਾਨ ਮੰਤਰੀ ਬਣਨ ਵਾਲੇ ਨੂੰ ਬਚਾ ਰਹੇ। ਗੋਸ਼ਾ ਜੀ ਕਹਿ ਰਹੇ ਨੇ, ਪਰ ਦੋਨੋਂ ਪ੍ਰਧਾਨ ਮੰਤਰੀਆਂ ਦੀ ਲੜਾਈ ਦੇ ਵਿੱਚ 2022 ਲਈ ਤੁਸੀਂ ਆਪਣਾ CM ਦਾ ਰਾਹ ਪੱਧਰਾ ਕਰ ਰਹੇ ਹੋ। ਦੇਖੋ, ਇਹ ਪਹਿਲੇ ਦਿਨ ਤੋਂ ਕਲੀਅਰ ਕਰਤਾ ਸੀਗਾ 2022 ਕਿਸਾਨੀ ਮੁੱਦੇ ਤੋਂ ਬਹੁਤ ਥੱਲੇ ਆ। ਕੋਈ ਵੀ ਪਾਰਟੀ, ਮੈਂ ਉਹਨਾਂ ਨੂੰ ਬੇਨਤੀ ਕਰੂੰਗਾ 2022 ਨੂੰ ਧਿਆਨ ਵਿੱਚ ਰੱਖ ਕੇ ਨਾ ਚੱਲਣ। ਸਾਡੇ ਲਈ ਕਿਸਾਨ ਜ਼ਰੂਰੀ ਨੇ। ਜੇ ਕਿਸਾਨ ਨਾ ਰਹੇ ਨਾ ਤਾਂ ਇੱਥੇ ਪੰਜਾਬ ਵੀ ਨਹੀਂ ਬਚਣਾ। ਪੰਜਾਬ ਖੇਤੀ ਪ੍ਰਧਾਨ ਸੂਬਾ। ਰਹਿ ਗਈ ਗੱਲ ਬੀਜੇਪੀ ਦੇ ਪ੍ਰਵਕਤਾ ਦੀ, ਉਹ ਕਹਿੰਦੇ ਵੀ ਬਾਰ-ਬਾਰ ਮੀਟਿੰਗਾਂ ਸੱਦ ਰਹੇ ਆ, ਬਾਰ-ਬਾਰ ਅਸੀਂ ਉਹਨਾਂ ਨੂੰ ਬੁਲਾ ਰਹੇ ਆ, ਬਾਰ-ਬਾਰ ਉਹਨਾਂ ਨਾਲ ਗੱਲ ਕਰ ਰਹੇ ਆ। ਕੀ ਗੱਲ ਕਰ ਰਹੇ ਆ? ਉਹਨਾਂ ਦੀ ਸਟ੍ਰੇਟ ਫਾਰਵਰਡ ਡਿਮਾਂਡ ਹੈ ਕਿ ਬਿੱਲ ਰਿਪੀਲ ਕਰ ਦਿਓ। ਤੁਸੀਂ ਸੁਣੀ ਅੱਜ ਤੱਕ? ਕਿਹਨੇ ਸੁਣੀ ਆ? ਉਹ ਅੱਕ ਕੇ ਉੱਥੇ ਜਾ ਕੇ ਕਹਿ ਰਹੇ ਆ ਹਾਂ ਜਾਂ ਨਾ 'ਚ ਜਵਾਬ ਦਿਓ। ਇਹਨਾਂ ਦੇ ਲੀਡਰ ਪੰਜਾਬ ਦੇ ਹਰਜੀਤ ਗਰੇਵਾਲ ਜੀ ਐਡੇ ਇਗੋਇਸਟਿਕ ਬਿਹੇਵੀਅਰ ਦੇ ਨਾਲ ਗੱਲ ਕਰਦੇ ਨੇ। ਅਸੀਂ ਮੀਟਿੰਗ ਸੱਦਣੀ ਆ ਜੀ, ਬਿੱਲ ਨਹੀਂ ਵਾਪਸ ਹੋਣੇ, ਆਉਣਾ ਆਓ ਨਹੀਂ ਤਾਂ ਨਾ ਆਓ। ਸੈਂਟਰ ਲੈਵਲ ਦੀ ਪਾਰਟੀ ਆ ਜੀ, ਮਾੜਾ ਜਿਹਾ ਦੇਖਣਾ ਚਾਹੀਦਾ ਵਾ। ਸੁਰਜੀਤ ਜਿਆਣੀ ਜੀ, 31 ਕਮੇਟੀਆਂ ਨੇ ਜੀ, ਉਹਨਾਂ ਦਾ ਅੱਡ-ਅੱਡ ਪ੍ਰਧਾਨ ਆ, ਕੋਈ ਇੱਕ ਪ੍ਰਧਾਨ ਹੈ ਨਹੀਂ। ਮੈਨੂੰ ਇੱਕ ਚੀਜ਼ ਦਾ ਜਵਾਬ ਦੇਣ, ਜਦੋਂ ਸਾਰੇ ਇੱਕ ਸੁਰ ਦੇ ਵਿੱਚ ਕਹਿ ਰਹੇ ਆ ਵੀ ਬਿੱਲ ਰਿਪੀਲ ਕਰੋ, ਤੁਹਾਨੂੰ ਕੀ ਲੋੜ ਪਈ ਆ 31 ਜੇ ਆਉਂਦੇ ਆ, ਚਾਹੇ 31 ਆਉਣ ਚਾਹੇ 50 ਆਉਣ, ਜਦੋਂ ਇੱਕ ਸੁਰ ਦੇ ਵਿੱਚ ਇੱਕ ਆਵਾਜ਼ ਦੇ ਵਿੱਚ ਆ ਕੇ ਕਹਿ ਰਹੇ ਨੇ ਕਿ ਬਿੱਲ ਵਾਪਸ ਹੋਣੇ ਚਾਹੀਦੇ ਨੇ, ਤਾਂ ਉਹ ਬਿੱਲ ਵਾਪਸ ਕਰਨ ਤੋਂ ਬਿਨਾਂ ਹੋਰ ਕੋਈ ਮੰਗ ਹੀ ਨਹੀਂ ਰਹੇ ਹੈਗੇ। ਜੇ ਉਹਨਾਂ ਦੀ ਆਵਾਜ਼ ਅਲੱਗ ਹੁੰਦੀ ਫਿਰ ਤੁਸੀਂ ਕਹਿ ਸਕਦੇ ਸੀਗੇ ਜੀ ਇਹ ਤਾਂ ਅੱਡ-ਅੱਡ ਆਵਾਜ਼ ਲਾ। ਗੱਲ ਰਹੇਗੀ ਜੀ ਬੀਜੇਪੀ ਤੇ ਕਾਂਗਰਸ ਦੀ, ਕਿਤੇ ਨਾ ਕਿਤੇ ਸਾਰਿਆਂ ਦੇ ਧਿਆਨ ਦੇ ਵਿੱਚ ਹਰਸ਼ ਜੀ ਨੇ ਤਾਂ ਅੱਜ ਕਹਿ ਹੀ ਦਿੱਤਾ ਵੀ ਅਸੀਂ ਬਹੁਤ ਵਧੀਆ ਉੱਭਰ ਕੇ ਆਵਾਂਗੇ ਜੀ। ਇਹਨਾਂ ਦੇ ਦਿਮਾਗ ਦੇ ਵਿੱਚ ਸਿਰਫ 2022 ਚੱਲ ਰਿਹਾ। ਕਿਸਾਨੀ ਮੁਫਾਦ ਇਹਨਾਂ ਦੇ ਬਹੁਤ ਥੱਲੇ ਛੱਡਤੇ ਜੀ। ਕਿਸਾਨਾਂ ਪੱਖੀ ਕੋਈ ਧਿਆਨ ਨਹੀਂ ਦਿੱਤਾ ਹੈਗਾ। ਜਦੋਂ ਜਾ ਕੇ ਉੱਥੇ ਕਿਸਾਨਾਂ ਨਾਲ ਖੜਨ ਦੀ ਗੱਲ ਆਉਂਦੀ ਹੈ ਤਾਂ ਇਹ ਕੀ ਕਰਦੇ ਨੇ? ਪਹਿਲਾਂ ਉਹਨਾਂ ਨੂੰ ਉੱਥੇ ਜਾਣ ਤੋਂ ਰੋਕਿਆ ਗਿਆ। ਇੰਨਾ ਤਸ਼ੱਦਦ, ਇੰਨਾ ਬੁਰਾ ਬਿਹੇਵੀਅਰ ਅਸੀਂ ਇੰਟਰਨੈਸ਼ਨਲ ਬਾਰਡਰ ਤੇ ਨਹੀਂ ਹੁੰਦਾ ਦੇਖਿਆ ਕਦੇ, ਜੋ ਅੱਜ ਪੰਜਾਬ ਹਰਿਆਣਾ ਬਾਰਡਰ ਤੇ ਹੋਇਆ। ਪਹਿਲਾਂ ਬੈਰੀਕੇਡਿੰਗ ਕੀਤੀ ਗਈ, ਹੰਝੂ ਗੈਸ ਦੇ ਗੋਲੇ ਚਲਾਏ ਗਏ, ਪਾਣੀ ਦੀਆਂ ਬੁਛਾੜਾਂ ਇੰਨੀ ਕੜਕਦੀ ਠੰਡ ਦੇ ਵਿੱਚ ਉਹਨਾਂ ਤੇ ਪਈਆਂ, ਔਰ ਇੱਥੋਂ ਤੱਕ ਕਿ ਪਬਲਿਕ ਪ੍ਰਾਪਰਟੀ ਨੂੰ ਨੁਕਸਾਨ ਖੁਦ ਸਰਕਾਰ ਨੇ ਪਹੁੰਚਾਇਆ। ਕਿਵੇਂ? ਸੜਕਾਂ ਪੱਟ ਦਿੱਤੀਆਂ ਗਈਆਂ ਤਾਂ ਕਿ ਉਹ ਤਾਂ ਸਲਾਮ ਆ ਸਾਡੇ ਕਿਸਾਨਾਂ ਦੇ ਹੌਸਲੇ ਨੂੰ, ਕਿਸੇ ਚੀਜ਼ ਤੋਂ ਨਹੀਂ ਰੁਕੇ ਹੈਗੇ। ਇਹ ਪ੍ਰਦਰਸ਼ਨ, ਮੈਂ ਅੱਜ ਵੀ ਕਹਿ ਰਿਹਾ, ਪ੍ਰਦਰਸ਼ਨ ਸ਼ਾਂਤਮਈ ਆ, ਪ੍ਰਦਰਸ਼ਨ ਇਦਾਂ ਹੀ ਰਹੂਗਾ। ਔਰ ਇਹ ਪ੍ਰਦਰਸ਼ਨ ਸ਼ਾਇਦ ਇੰਨਾ ਵੱਧਦਾ ਨਾ ਜੇ ਬੀਜੇਪੀ ਨਾ ਵਧਾਉਂਦੀ, ਕਿਉਂਕਿ ਕਿਸਾਨਾਂ ਨੇ ਜਾਣਾ ਸੀ, ਚੁੱਪ-ਚਾਪ ਜਾਣਾ ਸੀ, ਜੰਤਰ ਮੰਤਰ ਤੇ ਜਾ ਕੇ ਆਪ ਦਾ ਪ੍ਰਦਰਸ਼ਨ ਕਰਨਾ ਸੀ। ਇਹਨਾਂ ਨੇ ਮਜਬੂਰ ਕੀਤਾ ਉਹਨਾਂ ਨੂੰ ਦਿੱਲੀ ਦੀਆਂ ਸੜਕਾਂ ਤੇ ਠਹਿਰਨ ਲਈ।
ਬੀਜੇਪੀ ਇਹਦੇ ਲਈ ਅੱਜ ਵੀ ਉਨੀ ਜ਼ਿੰਮੇਵਾਰ ਹੈ ਜਿੰਨੀ ਪਹਿਲੇ ਦਿਨ ਸੀ। ਡਾਕਟਰ ਸਾਹਿਬ ਕਿਸਾਨ ਜਦੋਂ ਹਰਿਆਣੇ ਜਾਂਦੇ ਉੱਥੇ ਬੀਜੇਪੀ ਦੀ ਸਰਕਾਰ ਰੋਕਦੀ ਹੈ, ਪਰ ਇੱਥੇ ਪੰਜਾਬ ਦੇ ਵਿੱਚ ਜਦੋਂ ਬੀਜੇਪੀ ਦਾ ਵਿਰੋਧ ਕਰਨ ਕਿਸਾਨ ਜਾਂਦੇ ਤਾਂ ਡਾਂਗਾ ਤਾਂ ਕਾਂਗਰਸ ਦੀ ਸਰਕਾਰ 'ਚ ਹੀ ਪੈ ਰਹੀਆਂ ਨੇ ਨਾ ਉਹਨਾਂ ਨੂੰ। ਫਿਰ ਤੁਸੀਂ ਕਹਿ ਦਿੰਦੇ ਹੋ ਕਿ ਇਹ ਛੋਟੀਆਂ-ਮੋਟੀਆਂ ਗੱਲਾਂ ਨੇ। ਭਾਜੀ ਮੇਰੇ ਕੋਲ ਤਾਂ ਨਾ ਹੁਣ ਤੁਹਾਨੂੰ ਦੱਸਾਂ ਸ਼ਬਦ ਹੀ ਹੈ ਨਹੀਂ। ਇਹਨਾਂ ਨੂੰ ਹਜੇ ਵੀ ਕਿਸੇ ਨੂੰ ਸ਼ਰਮ ਨਹੀਂ, ਇਹਨਾਂ ਦੀ ਹਰ ਗੱਲ 'ਚ ਰਾਜਨੀਤਿਕ ਸੁਰ ਦਿਖ ਰਹੀ ਹੈ। ਆਪਾਂ ਹੀ ਸ਼ਰਮ ਕਰ ਲਈਏ, ਸਾਨੂੰ ਸ਼ਰਮ ਨਹੀਂ, ਤੁਸੀਂ ਆਪਾਂ ਹੀ ਸ਼ਰਮ ਕਰ ਲਈਏ। ਹਰ ਗੱਲ 'ਚ ਤੁਸੀਂ ਨੁਕਸ ਕੱਢਣਾ, ਇਹ ਕਰਨਾ। ਜੋ ਗੱਲ ਮੁੱਦੇ ਦੀ ਹੈ, ਜੋ ਕਿਸਾਨੀ ਮੁੱਦੇ ਦੀ ਗੱਲ ਚੱਲ ਰਹੀ ਹੈ, ਇਹਨਾਂ ਚੋਂ ਕਿਸੇ ਨੇ ਵੀ ਕਿਸਾਨੀ ਮੁੱਦਾ ਕਿਵੇਂ ਸੁਲਝ ਸਕਦਾ ਉਸ ਬਾਰੇ ਤਾਂ ਗੱਲ ਕੀ ਕਰਨੀ ਹੈ ਜੀ। ਬੀਜੇਪੀ 2022 ਚ ਐਵੇਂ ਕਰ ਦੂਗੀ। ਇਹ ਪ੍ਰਧਾਨ ਮੰਤਰੀ ਬਚਾ ਰਹੇ ਆ, ਇਹ ਪ੍ਰਧਾਨ ਮੰਤਰੀ ਬਣਾਉਣਾ ਚਾਹ ਰਹੇ ਆ। ਤੁਸੀਂ ਸੁਖਬੀਰ ਬਾਦਲ ਨੂੰ ਕੀ ਬਣਾਉਣਾ ਚਾਹੁੰਦੇ ਹੋ? ਉਹ ਨਾ ਯਾਰ ਮੇਰੇ ਮੂੰਹ ਚੋਂ ਰਾਜਨੀਤੀ ਦੀ ਗੱਲਾਂ ਨਾ ਕਰਾਓ। ਜੇ ਕੁਝ ਤੱਥ ਦੇ ਆਧਾਰ ਤੇ ਗੱਲਾਂ ਕੀਤੀਆਂ ਤਾਂ ਆਹ ਜੈਂਟਲਮੈਨ ਨੇ ਕੀਤੀਆਂ। ਇਹਨਾਂ ਨੇ ਕਿਸਾਨਾਂ ਬਾਰੇ ਗੱਲ ਤਾਂ ਕੀਤੀ, ਉਹ ਦੋ ਪਾਸੇ ਤਾਂ ਮੈਨੂੰ ਕਿਸਾਨਾਂ ਦੀ ਗੱਲ ਵੀ ਨਹੀਂ ਸੁਣਨ ਨੂੰ ਮਿਲ ਰਹੀ। ਇਹ ਜਿਹੜੀ ਗੱਲ ਕਰ ਰਹੇ ਆ ਵੀ ਕਿਸਾਨ ਮੀਟਿੰਗਾਂ ਕਰ ਰਹੇ ਆ ਪਰ ਉਹਦਾ ਸਿੱਟਾ ਨਹੀਂ ਨਿਕਲ ਰਿਹਾ, ਕੁਝ ਦੱਸ ਤਾਂ ਰਹੇ ਆ। ਆਮ ਲੋਕਾਂ ਤੱਕ ਗੱਲ ਤਾਂ ਪਹੁੰਚੂਗੀ ਵੀ 31 ਮੈਂਬਰੀ ਕਮੇਟੀ ਜਾ ਰਹੀ, 50 ਜਾ ਰਹੀ ਹੈ, ਸੁਰ ਇੱਕ ਹੈ, ਸ਼ਾਂਤਮਈ ਪ੍ਰਦਰਸ਼ਨ ਹੈ। ਦੱਸੋ ਦੋਨਾਂ 'ਚ ਕੋਈ ਹੈ? ਡਾਕਟਰ ਸਾਹਿਬ ਉਹ ਲੋਕਾਂ ਨੂੰ ਉਹ ਪਤਾ ਲੱਗ ਚੁੱਕਿਆ ਕਿ 31 ਮੈਂਬਰਾਂ ਦੀ ਕਮੇਟੀ ਉੱਥੇ ਜਾ ਰਹੀ ਹੈ, ਪਰ ਲੋਕਾਂ ਨੂੰ ਇਹ ਨਹੀਂ ਸਮਝ ਲੱਗ ਰਹੀ ਕਿ ਪੰਜਾਬ ਦੇ ਵਿੱਚ ਧਾਰਾ 307 ਕਿਉਂ ਲੱਗ ਰਹੀ ਹੈ। ਹਰਜੀਤ ਗਰੇਵਾਲ ਦਾ ਵਿਰੋਧ ਹੋਣ ਜਾਂਦਾ ਤਾਂ ਪਰਚੇ ਕਿਉਂ ਦਰਜ ਕੀਤੇ ਜਾਂਦੇ? ਲੋਕਾਂ ਨੂੰ ਇਹੀ ਨਹੀਂ ਸਮਝ ਲੱਗ ਰਹੀ। ਕਾਟਾ ਮਾਰ ਦੋ। ਹਰਜੀਤ ਗਰੇਵਾਲ ਕੋਈ ਪ੍ਰਧਾਨ ਮੰਤਰੀ ਹੈ, ਕੋਈ ਮੁੱਖ ਮੰਤਰੀ ਹੈ? ਫੈਸਲਾ ਨਰਿੰਦਰ ਮੋਦੀ ਨੇ ਲੈਣਾ, ਫੈਸਲਾ ਲੈਣਾ ਬੀਜੇਪੀ ਦੀ ਸੈਂਟਰ ਗਵਰਨਮੈਂਟ ਨੇ। ਤਾਂ ਕੈਪਟਨ ਅਮਰਿੰਦਰ ਸਿੰਘ ਕਰ ਰਹੇ ਨੇ ਨਾ ਪਰਚਾ, ਤਾਂ ਜਿਹੜੇ ਵਿਰੋਧ ਕਰਨ ਜਾ ਰਹੇ ਉਹਨਾਂ ਤੇ ਕੈਪਟਨ ਅਮਰਿੰਦਰ ਸਿੰਘ ਕਰ ਰਹੇ ਨਾ, ਗ੍ਰਹਿ ਵਿਭਾਗ ਉਹਨਾਂ ਦਾ। ਅਮਰਿੰਦਰ ਸਿੰਘ ਨਹੀਂ ਕਰਾ ਰਹੇ ਜੀ। ਜੇ ਥੱਲਿਓਂ ਕਿਸੇ ਅਫਸਰ ਨੇ ਕੋਈ ਤਿਕਸ਼ਨ ਸੂਦ ਦੇ ਪ੍ਰੈਸ਼ਰ 'ਚ ਕਰਤਾ, ਕਿਸੇ ਦੇ ਕਰਤਾ, ਤੁਸੀਂ ਇਹ ਨਾ ਕਹੋ। ਜੇ ਤੁਹਾਨੂੰ ਲੱਗਦਾ ਸਰਕਾਰ ਚਲੀ ਗਈ, ਤਿਕਸ਼ਨ ਸੂਦ ਕੋਈ ਛੋਟਾ ਬੰਦਾ ਤਾਂ ਹੈ ਨਹੀਂ। ਜੇ ਉਹਨੇ ਕਰਾ ਲਿਆ ਤਾਂ ਕੈਪਟਨ ਸਰਕਾਰ ਨੇ ਨਾਲ ਦੀ ਨਾਲ ਇਨਕੁਆਇਰੀ ਲਾ ਕੇ ਪਹਿਲਾਂ ਤਾਂ ਉਹਨੂੰ ਸਸਪੈਂਡ ਕਰਤਾ, ਪਰਚਾ ਵੀ ਖਤਮ ਹੋਊਗਾ। ਸਸਪੈਂਡ ਨਹੀਂ ਕੀਤਾ ਜੀ, ਟ੍ਰਾਂਸਫਰ ਹੋਈ ਹੈ। ਟ੍ਰਾਂਸਫਰ ਤੇ ਸਸਪੈਂਡ 'ਚ ਫਰਕ ਹੈ। ਨਹੀਂ ਪਹਿਲੇ ਦਿਨ ਮੈਨੂੰ ਤਾਂ ਸਸਪੈਂਸ਼ਨ ਦੀ ਰਿਪੋਰਟ ਸੀ ਜੀ। ਹੁਣ ਤੁਸੀਂ ਕਹਿ ਰਹੇ ਹੋ ਟ੍ਰਾਂਸਫਰ ਹੈ, ਮੈਂ ਇਹ ਚੀਜ਼ ਤੇ ਮੈਂ ਵੀ ਕਲੀਅਰ ਨਹੀਂ। ਜਾਂ ਤਾਂ ਹੋ ਸਕਦਾ ਤੁਸੀਂ ਕਲੀਅਰ ਹੋ ਸਕਦਾ ਮੈਂ ਗਲਤ ਹੋਵਾਂ, ਬਟ ਮੈਂ ਤੁਹਾਨੂੰ ਇਹ ਕਹਿਣਾ ਕਿ ਇਮੀਡੀਏਟ ਐਕਸ਼ਨ ਲਿਆ ਗਿਆ ਤੇ ਜਦੋਂ ਉਹ ਗਿਲਟੀ ਉਹਦੇ ਗਿਲਟੀ ਪਾਇਆ ਕਿ ਜਾਣਾ ਗਿਲਟੀ ਹੈਗਾ, ਉਹਦੇ ਤੇ ਬਣਦੀ ਕਾਰਵਾਈ ਡਿਪਾਰਟਮੈਂਟਲ ਹੋਊਗੀ। ਇਹ 'ਚ ਕਿਹੜੀ ਗੱਲ ਆ? ਲਾਪਰਾ ਜੀ ਦੀ ਚਲੋ ਮੈਂ ਇਸ ਪੱਖੋਂ ਤਾਰੀਫ ਕਰਦਾ ਕਿ ਇਹ ਕਹਿ ਰਿਹਾ ਵੀ ਮੈਂ ਇੱਥੇ ਰਾਜਨੀਤੀ ਦੀ ਗੱਲ ਨਹੀਂ ਕਰਨਾ, ਪਰ ਤੁਸੀਂ ਲਾਪਰਾ ਜੀ ਐਜ਼ ਅ ਸਪੋਕਸਪਰਸਨ ਕਾਂਗਰਸ ਆਏ ਹੋ ਇੱਥੇ, ਤਾਂ ਤੁਹਾਨੂੰ ਆਪਦੀ ਪਾਰਟੀ ਦਾ ਸਟੈਂਡ ਕਲੀਅਰ ਕਰਨਾ ਬਣਦਾ ਵਾ। ਇੱਕ ਪਾਸੇ ਅਸੀਂ ਕਾਂਗਰਸ ਹਿਤੈਸ਼ੀ ਕਿਸਾਨ ਹਿਤੈਸ਼ੀ ਬਣ ਕੇ ਆਏ ਹਾਂ, ਹਨਾ? ਪਾਰਟੀ ਕਿਸਾਨਾਂ ਦੇ ਨਾਲ ਹੈ ਜੀ। ਸਰ ਇੱਕ ਮਿੰਟ ਮੇਰਾ ਕੁਐਸਚਨ ਲੈ ਲਿਓ। ਕਿਸਾਨ ਹਿਤੈਸ਼ੀ ਬਣ ਕੇ ਆਏ ਨੇ। ਦੂਜੇ ਪਾਸੇ ਜਿਵੇਂ ਪਹਿਲਾਂ ਗੱਲ ਹੋਈ ਹੈ ਜੀ, ਸ਼੍ਰੀ ਬਰਾੜ ਦੇ ਉੱਤੇ ਕਿਸਾਨ ਐਂਥਮ ਗਾਉਣ ਦੇ ਉੱਤੇ ਉਹਨੂੰ ਚੱਕ ਕੇ ਅੰਦਰ ਦਿੱਤਾ ਜਾਂਦਾ, ਉਹਦੇ ਨਾਲ ਕੁੱਟਮਾਰ ਹੁੰਦੀ ਹੈ। 3-4 ਦਿਨ ਪਹਿਲਾਂ ਜਲੰਧਰ ਦੇ ਵਿੱਚ ਕਿਸਾਨ ਸ਼ਾਂਤਮਈ ਬੀਜੇਪੀ ਦਾ ਵਿਰੋਧ ਕਰ ਰਹੇ ਸੀ, ਉਹਨਾਂ ਦੇ ਉੱਤੇ ਲਾਠੀਚਾਰਜ ਹੋ ਰਿਹਾ ਜੀ। ਕਿਉਂ ਅਸੀਂ ਡਬਲ ਸਟੈਂਡਰਡਸ ਅਪਣਾ ਰਹੇ ਹਾਂ? ਕਿੱਥੇ ਜਾ ਰਿਹਾ? ਮੇਰਾ ਸਵਾਲ ਆ ਲਾਪਰਾ ਜੀ ਨੂੰ ਇੱਥੇ ਪਲੀਜ਼ ਰਿਵਰਟ ਕਰਨੇ। ਕੋਸ਼ਾ ਜੀ ਛੋਟੀਆਂ ਗੱਲਾਂ ਨੇ, ਕਹਿੰਦੇ 307 ਦੀ ਧਾਰਾ ਲੱਗਦੀ ਹੈ ਜਾਂ ਹਰਜੀਤ ਗਰੇਵਾਲ ਦਾ ਜੋ ਵਿਰੋਧ ਕਰਾਉਣਾ ਚਾਹੁੰਦੇ ਪਰਚਾ ਦੇ, ਛੋਟੀ ਗੱਲ। ਬਿਲਕੁਲ ਇਹਨਾਂ ਵਾਸਤੇ ਛੋਟੀਆਂ ਗੱਲਾਂ। ਜੇ ਇਹਨਾਂ ਨੇ ਹਮੇਸ਼ਾ ਦਿੱਲੀ ਦੇ ਵਿੱਚ ਬੁਕਾਰੋ ਦੇ ਵਿੱਚ ਦੰਗੇ ਕਰਾਏ ਨੇ, ਉਹਨਾਂ ਵਾਸਤੇ ਬੜੀਆਂ ਛੋਟੀਆਂ ਗੱਲਾਂ ਆ। ਇੱਕ ਪਾਸੇ ਆਪਾਂ ਅਮਿਤ ਸ਼ਾਹ ਜੀ ਨੂੰ ਕੈਪਟਨ ਅਮਰਿੰਦਰ ਸਿੰਘ ਜੀ ਮਿਲਣ ਜਾਂਦੇ ਆ, ਅੱਜ ਤੱਕ ਉਹਦਾ ਕਲੀਅਰੈਂਸ ਨਹੀਂ ਦਿੱਤਾ ਵੀ ਆਪਾਂ ਕਰਨ ਕੀ ਗਏ ਸੀ। ਦਸੰਬਰ ਦੇ ਮਹੀਨੇ 'ਚ ਗਏ ਆ, ਕਿਸਾਨਾਂ ਦਾ ਯੁੱਧ ਚੱਲ ਰਿਹਾ, ਕਿਸਾਨਾਂ ਦੀ ਆਵਾਜ਼ ਬਣ ਰਹੇ ਆ, ਤੇ ਫਿਰ ਆਪਾਂ ਕਿਸਾਨਾਂ ਦੇ ਉੱਤੇ ਬੋਲਦੇ ਕਿਉਂ ਨਹੀਂ ਪਏ? ਕੈਪਟਨ ਅਮਰਿੰਦਰ ਸਿੰਘ ਸਰਕਾਰ ਅੱਜ ਮੈਨੂੰ ਲੱਗਦਾ ਵੀ ਜਦੋਂ ਅਮਿਤ ਸ਼ਾਹ ਕੋ ਗਏ ਉਹਨਾਂ ਨੇ ਈਡੀ ਦੀਆਂ ਉਹਨਾਂ ਦੀਆਂ ਦੱਸਿਆ ਵੀ ਤੁਹਾਡੀ ਈਡੀ ਦੀਆਂ ਜਾਂਚ ਹੋਣਗੀਆਂ। ਇਹ ਆਪਣੀ ਜਾਂਚ ਤੋਂ ਡਰੇ ਪਿਆ, ਭੱਜੇ ਪਿਆ। ਕੈਪਟਨ ਅਮਰਿੰਦਰ ਸਿੰਘ ਜੀ ਵਿਧਾਨ ਸਭਾ 'ਚ ਜਦੋਂ ਵਰਗਲਾ ਕੇ ਸਾਰਿਆਂ ਤੋਂ ਮਤਾ ਪਵਾ ਲਿਆ ਸੀਗਾ ਕਿਸਾਨਾਂ ਦੇ ਹੱਕ 'ਚ, ਤੇ ਫਿਰ ਇਨ ਬਿਨ ਬਿੱਲ ਲਾਗੂ ਕਿਉਂ ਕਰਤਾ? ਕੈਪਟਨ ਅਮਰਿੰਦਰ ਸਿੰਘ ਦੋਹਰੀ ਚਾਲ ਨਾ ਖੇਡੇ। ਅੱਜ ਲੋਕਾਂ ਦੇ ਹੱਕ 'ਚ ਖੜਨ ਦੀ ਜ਼ਰੂਰਤ ਸੀ, ਅੰਨਦਾਤੇ ਦੇ ਹੱਕ 'ਚ ਖੜਨ ਦੀ ਜ਼ਰੂਰਤ ਸੀ। ਅਸੀਂ ਆਪਣਾ ਪੱਖ ਕਲੀਅਰ ਕਰਤਾ, ਦੇਰ ਆਏ ਦਰੁਸਤ ਆਏ ਕਰਕੇ ਤਾਂ ਦਿਖਾਇਆ ਨਾ। ਇਹ ਕਰਦੇ ਕਿਉਂ ਨਹੀਂ ਪਏ? ਇਹਨਾਂ ਨੂੰ ਡਰ ਕਿਸ ਗੱਲ ਦਾ ਆ? ਮੈਂ ਭਾਰਤੀ ਜਨਤਾ ਪਾਰਟੀ ਤਾਂ ਮਜਬੂਰੀ ਹੋ ਸਕਦੀ ਆ ਕਿਉਂਕਿ ਉਹਨਾਂ ਨੇ ਬਿੱਲ ਬਣਾਇਆ, ਉਹਨਾਂ ਨੇ ਕਾਰਪੋਰੇਟ ਘਰਾਣਿਆਂ ਨਾਲ ਸਮਝੌਤਾ ਕੀਤਾ। ਇਹਨਾਂ ਦੀ ਕੀ ਮਜਬੂਰੀ ਹੈ? ਇਹਨਾਂ ਦੀ ਈਡੀ ਦੀ ਮਜਬੂਰੀ ਜੇ ਨਹੀਂ ਹੈ ਤੇ ਅੱਜ ਕੀ ਮਜਬੂਰੀ ਹੈ? ਕੀ ਮਜਬੂਰੀ ਹੈ ਕਾਂਗਰਸ ਦੀ? ਦੇਖੋ ਇਹ ਕਹਿੰਦੇ ਵੀ ਕੈਪਟਨ ਸਾਹਿਬ ਉੱਥੇ ਗਏ ਤਾਂ ਅਮਿਤ ਸ਼ਾਹ ਜੀ ਨਾਲ ਕੀ ਗੱਲ ਹੋਈ? ਹੋ ਸਕਦਾ ਗੋਸ਼ਾ ਜੀ ਕਮਰੇ 'ਚ ਤੀਜੇ ਬੰਦੇ ਹੋਣ, ਕਿਉਂਕਿ ਹੋਰ ਤਾਂ ਕਿਸੇ ਨੂੰ ਪਤਾ ਨਹੀਂ, ਸਿਰਫ ਇਹਨਾਂ ਨੂੰ ਪਤਾ। ਨਾਲੇ ਮੈਂ ਇਹਨਾਂ ਜੈਂਟਲਮੈਨ ਦੀ ਗੱਲ ਤੇ ਕਹੂੰਗਾ, ਕਿਸਾਨ ਐਂਥਮ ਕੱਲੇ ਸ਼੍ਰੀ ਬਰਾੜ ਨੇ ਨਹੀਂ ਗਾਇਆ, ਬਹੁਤ ਸਾਰੇ ਸਿੰਗਰਾਂ ਨੇ ਗਾਇਆ। ਬਹੁਤ ਸਾਰੇ ਸਿੰਗਰਾਂ ਨੇ, ਇੱਕ ਕੱਲਾ ਕਿਸਾਨ ਐਂਥਮ ਇੱਕ ਨੂੰ ਨਾ ਗਿਣੋ, ਜਿੰਨੇ ਵੀ ਕਿਸਾਨਾਂ ਦੇ ਹੱਕ 'ਚ ਗਾਣੇ ਬਣੇ ਆ ਸਾਰੇ ਹੀ ਮੇਰੇ ਵਾਸਤੇ ਤਾਂ ਕਿਸਾਨ ਐਂਥਮ ਹੈ, ਕਿਉਂਕਿ ਉਹਨਾਂ ਨੇ ਕਿਸਾਨਾਂ ਦੀ ਆਵਾਜ਼ ਚੱਕੀ ਹੈ। ਕਿਉਂਕਿ ਅੱਜ ਦੀ ਡੇਟ 'ਚ ਆਪਣਾ ਜਿਹੜਾ ਯੂਥ ਹੈ ਉਹ ਸਿੰਗਰਸ ਨੂੰ ਫੋਲੋ ਕਰਦਾ। ਹਾਂ ਸ਼੍ਰੀ ਬਰਾੜ ਤੇ ਪਰਚਾ ਹੋਇਆ, ਕਿਸ ਪੱਖੋਂ ਹੋਇਆ, ਕਿਹਨੇ ਕਰਾਇਆ, ਕਿਵੇਂ ਹੋਇਆ, ਮੈਨੂੰ ਉਸ ਚੀਜ਼ ਦੀ ਨਹੀਂ ਨੌਲੇਜ। ਮੈਂ ਉਸ ਚੀਜ਼ ਤੇ ਬਹਿਸ ਹੀ ਕਿਉਂ ਕਰਾਂ ਜਿਹੜਾ ਚੀਜ਼ ਬਾਰੇ ਮੈਨੂੰ ਪਤਾ ਨਹੀਂ। ਬਾਕੀ ਰਹੀ ਗੱਲ ਸਪਸ਼ਟ ਕਰਨ ਦੀ ਸਟੈਂਡ ਬਾਰੇ, ਤਾਂ ਕਾਂਗਰਸ ਪਹਿਲਾਂ ਵੀ ਕਿਸਾਨਾਂ ਦੇ ਨਾਲ ਸੀ, ਕਾਂਗਰਸ ਅੱਜ ਵੀ ਕਿਸਾਨਾਂ ਦੇ ਨਾਲ ਹੈ ਤੇ ਹਮੇਸ਼ਾ ਰਹੂਗੀ। 2022 ਕੋਈ ਏਡੀ ਵੱਡੀ ਗੱਲ ਨਹੀਂ, ਕਿਸਾਨੀ ਮੁੱਦਾ ਸਭ ਤੋਂ ਵੱਡਾ ਹੈ ਗੋਸ਼ਾ ਜੀ ਅੱਜ ਦੀ ਡੇਟ 'ਚ। ਜੀ ਨੇ ਜੇ ਪਤਾ ਕਿਉਂ ਬੋਲੇ ਸੀ ਬਿੱਟੂ ਜੀ ਬੋਲੇ ਕਿਉਂ? ਸੁਣ ਲਓ ਹੁਣ ਗੱਲ, ਸੱਚਾਈ ਸੁਣ ਲਓ। ਤੁਹਾਨੂੰ ਵੀ ਪਤਾ ਹੈ ਐਮਪੀ ਔਜਲਾ ਸਾਹਿਬ ਨੂੰ ਜਦੋਂ ਧੱਕੇ ਪਏ ਆ ਉੱਥੋਂ,
ਅਗਲੇ ਦਿਨ ਬਿੱਟੂ ਜੀ ਬੋਲੇ ਮੈਂ ਇਕੱਲੇ ਨੂੰ ਚੁਣ ਕੇ ਦੇਖਾਂਗਾ। ਦੇਖੋ ਆ ਚੀਜ਼ਾਂ ਦਾ ਤੁਸੀਂ ਨਾ ਕਰੋ। ਅੱਜ ਕਿਸਾਨਾਂ ਦੀ ਲੋੜ ਸੀ, ਤੁਸੀਂ ਕਹਿੰਦੇ ਮੈਨੂੰ ਜਿਹੜੀ ਗੱਲ ਪੁੱਛਦੇ ਤੁਸੀਂ ਮੈਨੂੰ ਇਹਦੇ ਬਾਰੇ ਜਾਣਕਾਰੀ ਨਹੀਂ। ਫਿਰ ਜਦੋਂ ਆਪਾਂ ਪ੍ਰਵਕਤਾ ਬਣੇ ਆ ਨਾ, ਜਾਣਕਾਰੀ ਲੈ ਕੇ ਆਇਆ ਕਰੋ ਕਿ ਇੱਥੇ ਜ਼ਰੂਰਤ ਹੁੰਦੀ ਹੈ। ਜੇ ਜਾਣਕਾਰੀ ਨਹੀਂ ਹੋਊਗੀ ਆਪਾਂ ਲੋਕਾਂ ਨੂੰ ਦੱਸਾਂਗੇ ਕੀ? ਇਹ ਦੱਸਣ ਜਾਣਕਾਰੀ ਹੋਣੀ ਚਾਹੀਦੀ ਉਹਦੀ ਹੈ। ਇੱਥੇ ਕਿਸਾਨੀ ਮੁੱਦਾ ਚੱਲ ਰਿਹਾ। ਤੁਹਾਡੇ ਕੋਲ ਆਪਣੀ ਜਾਣਕਾਰੀ ਹੈਗੀ, ਜਿਹੜੇ ਪਰਚੇ ਦਰਜ ਕਰਦੇ ਉਹਦੀ ਜਾਣਕਾਰੀ ਨਹੀਂ। ਬਿੱਟੂ ਜੀ ਕਿਤੇ ਨਾ ਕਿਤੇ ਬੀਜੇਪੀ ਪਹਿਲੇ ਦਿਨ ਤੋਂ ਕਹਿੰਦੀ ਆਉਂਦੀ ਆ ਵੀ ਉੱਥੇ ਵੱਖਵਾਦੀ ਬੈਠੇ, ਉੱਥੇ ਖਾਲਿਸਤਾਨੀ ਬੈਠੇ, ਉਹ ਮਾਹੌਲ ਖਰਾਬ ਕਰਨਾ ਚਾਹੁੰਦੇ ਆ। ਬਿੱਟੂ ਜੀ ਦਾ ਇਹ ਬਿਆਨ ਉਸ ਚੀਜ਼ ਨੂੰ ਕਰੋਬੋਰੇਟ ਕਰ ਰਿਹਾ। ਕਿਉਂ ਬਿੱਟੂ ਜੀ ਨੂੰ ਇਹ ਬਿਆਨ ਦੇਣਾ ਪਿਆ? ਤਾਂ ਇਹ ਕਾਂਗਰਸ ਤੇ ਬੀਜੇਪੀ ਇੱਕ ਤਰ੍ਹਾਂ ਨਾਲ ਕਿਉਂ ਖਿਚੜੀ ਹੋਏ ਪਏ ਨੇ? ਉਹਨਾਂ ਚੀਜ਼ਾਂ ਤੇ ਹੀ ਬੀਜੇਪੀ ਬਦਨਾਮ ਕਰਦੀ ਆਈ ਆ, ਉਹੀ ਚੀਜ਼ਾਂ ਬਿੱਟੂ ਜੀ ਕਹਿ ਰਹੇ ਨੇ। ਤਾਂ ਕਿਉਂ ਇਹ ਨੌਬਤ ਆਈ ਇੱਥੇ ਤੱਕ? ਮੱਕੜ ਸਾਹਿਬ, ਪੱਤਰਕਾਰ ਦੇ ਤੌਰ ਤੇ ਕਿਸ ਤਰ੍ਹਾਂ ਦੇਖਦੇ ਹੋ? ਇੱਕ ਦੂਜੇ ਤੇ ਇਲਜ਼ਾਮਬਾਜ਼ੀ ਲੱਗ ਰਹੀ ਹੈ, ਇੱਕ ਦੂਜੇ ਦੇ ਮੱਥੇ ਤੇ ਕਿਹਾ ਜਾ ਰਿਹਾ ਕਿ ਇਹ ਰਾਜ ਇੱਕ ਸਰਕਾਰ ਦਾ ਹੁੰਦਾ, ਲੇਕਿਨ ਮੈਂ ਇਹ ਦੇਖਦਾ ਵੀ ਨਾ ਲੋਕਤੰਤਰ ਦੇ ਵਿੱਚ ਲੋਕਾਂ ਦਾ ਰਾਜ ਹੁੰਦਾ ਤੇ ਇੱਕ ਕਿਸਾਨ ਅੰਦੋਲਨ ਦੇ ਵਿੱਚ ਹੁਣ ਤੱਕ 70 ਤੋਂ ਵੱਧ ਕਿਸਾਨ ਉਹਨਾਂ ਦੀ ਇੱਕ ਤਰ੍ਹਾਂ ਸ਼ਹੀਦ ਹੀ ਹੋ ਗਏ ਨੇ ਉੱਥੇ ਆਪਣੀ ਲੜਾਈਆਂ, ਹੱਕਾਂ ਦੀ ਲੜਾਈ ਲੜਦੇ। ਲੇਕਿਨ ਇੱਕ ਜਿਹੜੀ ਵਧੀਆ ਗੱਲ ਕੀ ਹੋਈ ਹੈ ਕਿ ਮੈਂ ਸਮਝਦਾ ਲੋਕਤੰਤਰ ਦਾ ਰਾਜ ਆ ਗਿਆ, ਲੋਕਾਂ ਦੀ ਆਵਾਜ਼ ਹੈ ਇੱਥੇ। ਕੋਈ ਵੀ ਜਿਹੜਾ ਹੁਣ ਅਗਰ ਤੁਸੀਂ ਗੱਲ ਕੀਤੀ ਵੀ ਸ਼੍ਰੀ ਬਰਾੜ ਤੇ ਕੇਸ ਦਰਜ ਹੋਇਆ ਜਾਂ ਤੀਕਸ਼ਣ ਸੂਦ ਦਾ ਜਿਹੜਾ ਉਹ 307 ਦਾ ਕਿਸਾਨਾਂ ਦਾ ਸੀ ਉਹ ਵਾਪਸ ਲਿੱਤੇ ਗਏ, ਉਹ ਕੀ ਹੋਇਆ? ਇਹ ਲੋਕਤੰਤਰ ਆ ਗਿਆ ਪੰਜਾਬ ਦੇ ਵਿੱਚ। ਕਿਉਂ? ਕਿਉਂਕਿ ਅਗਰ 307 ਦਾ ਪਰਚਾ ਹੁੰਦਾ ਜਿਨ੍ਹਾਂ ਦੇ ਗੋਹਾ ਸੁੱਟਿਆ ਤਾਂ ਲੋਕ ਵਿਰੋਧ ਕਰਦੇ ਨੇ। ਇੰਨਾ ਸ਼ੁਕਰ ਹੈ ਕਿ ਜਿਹੜੀ ਕਾਂਗਰਸ ਦੀ ਸਰਕਾਰ ਉਹ ਲੋਕਾਂ ਦੀ ਆਵਾਜ਼ ਸੁਣਦੀ ਪਈ ਹੈ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੀ ਜਿਹੜੀ ਹੈਗੀ ਆ ਉਹ ਆਵਾਜ਼ ਸੁਣ ਕੇ ਉਹਨੂੰ ਵਾਪਸ ਲੈ ਰਹੇ ਆ। ਸ਼੍ਰੀ ਬਰਾੜ ਦੇ ਮੁੱਦੇ 'ਚ ਵੀ ਕਾਂਗਰਸ ਹੈ ਜਿਹੜੀ ਉਹ ਘਿਰੀ ਹੈ, ਇਸ ਕਰਕੇ ਚਲੋ ਉਹ ਜ਼ਮਾਨਤ ਅਦਾਲਤ ਨੇ ਦਿੱਤੀ ਹੈ। ਤਾਂ ਮੈਂ ਸਮਝਦਾ ਕਿ ਲੋਕਾਂ ਦਾ ਰਾਜ ਆ ਗਿਆ ਤੇ ਬੜੀ ਵਧੀਆ ਗੱਲ ਹੈ ਕਿ ਹੁਣ ਲੋਕੀ ਐਕਸਪੋਜ਼ ਕਰ ਰਹੇ ਨੇ। ਅਗਰ ਕੋਈ ਕਾਂਗਰਸ ਗਲਤ ਕਰਦੀ, ਰਵਨੀਤ ਬਿੱਟੂ ਗਲਤ ਕਰਦਾ ਹੈ, ਅਸ਼ਵਨੀ ਸ਼ਰਮਾ ਦਾ ਵਿਰੋਧ ਹੋ ਰਿਹਾ ਇਸ ਕਰਕੇ ਕਿਉਂਕਿ ਲੋਕ ਚਾਹੁੰਦੇ ਨੇ। ਸਭ ਤੋਂ ਪਹਿਲੇ ਕਿਸਾਨ, ਮੈਂ ਜੇ ਅਗਰ ਇੱਥੇ ਸ਼ਹਿਰਾਂ ਦੀ ਗੱਲ ਕਰੀਏ, ਬਟ ਲੋਕਾਂ ਨੂੰ ਨਹੀਂ ਪਤਾ ਸੀਗਾ ਵੀ ਇਹ ਕਿਸਾਨੀ ਮੁੱਦਾ ਕੀ ਹੈ, ਕਿਸੇ 3 ਐਕਟ ਕੀ ਨੇ ਜਾਂ ਕੀ ਨੁਕਸਾਨ ਹੋਊਗਾ। ਲੇਕਿਨ ਅੰਦੋਲਨ ਨੇ ਸਾਰਿਆਂ ਨੂੰ ਲੋਕਾਂ ਨੂੰ ਸਮਝਾਤਾ। ਉਸ ਤੋਂ ਬਾਅਦ ਲੋਕਾਂ ਦਾ ਗੁੱਸਾ ਕਿਉਂ ਵਧਿਆ? ਅੰਦੋਲਨ ਕਰਨਾ ਹਰ ਇੱਕ ਦਾ ਹੱਕ ਹੈ, ਇਹ ਮੰਨਣਗੇ ਗੱਲ ਨੂੰ, ਠੀਕ ਹੈ। ਜੇ ਕਹਿੰਦੇ ਅਸੀਂ ਪ੍ਰੋਟੈਸਟ ਕਰਨੇ ਸੀਗੇ, ਕਿਸਾਨਾਂ ਨੇ ਵੀ ਆਪਣਾ ਪ੍ਰੋਟੈਸਟ ਕਰਨਾ ਸੀ। ਦਿੱਲੀ ਜਾਂਦਿਆਂ ਨੂੰ ਜੋ ਰੋਕਿਆ, ਜੋ ਉੱਥੇ ਹਿਊਮਨ ਰਾਈਟਸ ਦੀ ਵਾਇਓਲੇਸ਼ਨ ਹੋਈ ਹੈ, ਇਹਨਾਂ ਨੇ ਆਮ ਲੋਕਾਂ ਨੂੰ ਜਿਹੜੀ ਹੈ ਅਣਖ ਜਗਾ ਦਿੱਤੀ ਹੈ। ਤੇ ਹੁਣ ਜਿਹੜਾ ਖਮਿਆਜ਼ਾ ਉਹ ਸਰਕਾਰਾਂ ਨੂੰ ਭੁਗਤਣਾ ਪੈ ਰਿਹਾ, ਚਾਹੇ ਉਹ ਪੰਜਾਬ 'ਚ ਕਾਂਗਰਸ ਦੀ ਹੋਵੇ, ਚਾਹੇ ਉਹ ਸੈਂਟਰ 'ਚ ਬੀਜੇਪੀ ਦੀ ਹੋਵੇ। ਲੋਕ ਜਾਗ ਗਏ ਨੇ ਤੇ ਇਹ ਸਾਰੀਆਂ ਸਿਆਸੀ ਪਾਰਟੀਆਂ ਨੂੰ ਇਹਦਾ ਖਤਰਾ ਹੈ 2022 'ਚ। ਹਰ ਚੀਜ਼ ਰੋਕਿਆ ਤਾਂ ਬਾਰਡਰਾਂ ਤੇ ਬੀਜੇਪੀ ਨੇ ਨਾ ਕਿਸਾਨਾਂ ਨੂੰ ਪਾਣੀ ਦਾ ਬਚਾਅ ਚਾਹੀਏ। ਨੈਸ਼ਨਲ ਹਾਈਵੇ 'ਚ ਟੋਏ ਪੁੱਟ ਦਿੱਤੇ 15-15 ਫੁੱਟ ਦੇ, ਰੋਕਿਆ ਤਾਂ ਬੀਜੇਪੀ ਨੇ ਨਾ। ਅਧਿਕਾਰ ਨਹੀਂ ਸੀਗਾ ਪ੍ਰੋਟੈਸਟ ਕਰਨ ਦਾ, ਆਪਣੀ ਰਾਜਧਾਨੀ 'ਚ ਜਾਣ ਦਾ ਹੱਕ ਨਹੀਂ ਸੀ। ਮੈਂ ਸਨਮ ਜੀ ਪਹਿਲਾਂ ਹੀ ਗੱਲ ਕਹੀ ਵੀ ਜਦੋਂ ਮੌਕੇ ਤੇ ਜਿਹੜੇ ਅਫਸਰ ਉਸ ਮੁੱਦੇ ਨੂੰ ਡੀਲ ਕਰ ਰਹੇ ਹੁੰਦੇ ਆ ਉਹ ਕੀ ਡਿਸੀਜਨ ਮੌਕੇ ਤੇ ਖੜੇ ਪੈਰ ਲੈਂਦੇ ਆ, ਇਹ ਉਹਨਾਂ ਤੇ ਡਿਪੈਂਡ ਕਰਦਾ ਹੁੰਦਾ। IPS ਅਫਸਰ ਹੁੰਦੇ ਆ ਜਾਂ ਹੋਰ ਪ੍ਰਸ਼ਾਸਨਿਕ ਅਫਸਰ ਹੁੰਦੇ ਆ। ਗੈਸ ਦੇ ਗੋਲੇ ਹੋਮ ਮਿਨਿਸਟਰੀ ਦੀ ਇਜਾਜ਼ਤ ਤੋਂ ਬਿਨਾਂ ਨਹੀਂ ਸੁੱਟੇ ਜਾਂਦੇ। ਮੈਂ ਪਹਿਲਾਂ ਹੀ ਕਹਿ ਚੁੱਕਾ ਹਾਂ ਵੀ ਇਹ ਮੈਂ ਮਾਫੀ ਚਾਹੁੰਦਾ, ਤੁਹਾਨੂੰ ਰੋਕ ਰਿਹਾ। ਮੈਂ ਇੱਕ ਐਡ ਕਰਨਾ ਚਾਹੁੰਦਾ। ਤੁਸੀਂ ਸਾਰੇ ਪੋਲੀਟੀਕਲ ਪਾਰਟੀ ਦੇ ਨੁਮਾਇੰਦੇ ਹੋ, ਮੈਂ ਲੋਕਾਂ ਦਾ ਨੁਮਾਇੰਦਾ, ਮੈਂ ਪੱਤਰਕਾਰ ਹਾਂ। ਦੇਖੋ ਉੱਥੇ ਜੋ ਹੋਇਆ ਗਲਤ ਆ, ਤੁਸੀਂ ਥੋੜੀ ਦੇਰ ਪਹਿਲੇ ਹੀ ਮੰਨਿਆ। ਤੁਸੀਂ ਉਹਨਾਂ ਨੇ ਕਿਹਾ ਵੀ ਜੋ ਪਰਚੇ ਦਰਜ ਹੋਏ ਆ ਉਹਨਾਂ ਨੇ ਵੀ ਅਫਸਰਾਂ ਤੇ ਗੱਲ ਸੁੱਟੀ, ਪੰਜਾਬ ਸਰਕਾਰ ਦੇ ਨੁਮਾਇੰਦੇ, ਆਪਣਾ ਕਾਂਗਰਸ ਦੇ ਨੁਮਾਇੰਦੇ ਤੁਸੀਂ ਆ। ਲੇਕਿਨ ਇੱਕ ਥੋੜਾ ਜਿਹਾ ਨਾ ਵੱਡਾ ਦਿਲ ਕਰਕੇ ਮੰਨ ਲਓ ਵੀ ਸਰਕਾਰਾਂ ਦੀ ਗਲਤੀ ਸੀਗੀ। ਮੈਂ ਤਾਂ ਇਜਾਜ਼ਤ ਤੋਂ ਬਿਨਾਂ ਨਹੀਂ ਨਾ ਕਿਹਾ ਵੀ ਜੋ ਹੋਇਆ ਵਾ ਵੀ ਮੰਦਭਾਗਾ ਵਾ, ਉਹ ਨਾ ਹੁੰਦਾ ਤੇ ਚੰਗਾ ਹੁੰਦਾ। ਮੈਂ ਤਾਂ ਗੱਲ ਪਹਿਲਾਂ ਵੀ ਕਹਿ ਕੇ ਚੁੱਕਾ, ਮੈਂ ਤਾਂ ਕਿਹਾ ਵੀ ਜੇ ਨਾ ਹੁੰਦਾ ਤੇ ਉਹ ਚੰਗਾ ਹੀ ਹੁੰਦਾ। ਜੋ ਹੋਇਆ ਉਹ ਮੰਦਭਾਗਾ। ਮੈਂ ਤਾਂ ਇਹ ਕਹਿ ਰਿਹਾ, ਮੈਂ ਪਹਿਲਾਂ ਵੀ ਇਹੀ ਗੱਲ ਕਹੀ ਆ। ਮੈਂ ਉਸ ਡਿਸੀਜਨ ਨੂੰ ਸਹੀ ਨਹੀਂ ਕਹਿ ਰਿਹਾ, ਮੈਂ ਕਹਿ ਰਿਹਾ ਉਹ ਮੰਦਭਾਗਾ ਸੀ। ਜੇ ਨਾ ਹੁੰਦਾ ਤਾਂ ਚੰਗਾ। ਹੁਣ ਇਹ ਵੀ ਸ਼ਾਇਦ ਜੇ ਕਿਸਾਨਾਂ ਦੀ ਜਿਹੜੀ ਆਵਾਜ਼ ਆ ਵੀ ਕਾਨੂੰਨ ਰੱਦ ਕਰ ਦਿਓ, ਜੇ ਇੰਨਾ ਹੀ ਹੁਣ ਨਰਿੰਦਰ ਮੋਦੀ, ਅਮਿਤ ਸ਼ਾਹ, ਨਰਿੰਦਰ ਸਿੰਘ ਤੋਮਰ ਇਹ ਵੀ ਸ਼ਾਇਦ ਮੰਨ ਕੇ ਜੇ ਕਰ ਦੇਣ, ਲੋਕ ਬੀਜੇਪੀ ਨੂੰ ਥੈਂਕਸ ਕਰਨਗੇ। ਧੰਨਵਾਦ ਨਹੀਂ ਚਾਹੀਦਾ ਲੋਕਾਂ। ਇਸ ਤਰ੍ਹਾਂ ਹੁੰਦਾ ਵੀ ਪਾਰਟੀ ਦੇ ਵਿਦਿਨ ਪਾਰਟੀ ਕੀ ਹੁੰਦਾ, ਉਹਦੀ ਫੀਡਬੈਕ ਲਗਾਤਾਰ ਨੀਚੇ ਤੋਂ ਲੈ ਕੇ ਡਿਸਟ੍ਰਿਕਟ ਤੋਂ ਲੈ ਕੇ ਦਿੱਲੀ ਤੱਕ ਜਾਂਦੀ ਆ। ਸੋ ਹੁਣ ਵੀ ਅੰਦੋਲਨ ਦੇ ਵਿੱਚ ਵੀ ਰਹਿ ਕੇ ਸਾਡੀ ਸਟੇਟ ਦੀ ਲੀਡਰਸ਼ਿਪ ਹੈ, ਅਸੀਂ ਡਿਸਟ੍ਰਿਕਟ ਦੇ ਲੋਕ ਆ, ਅਸੀਂ ਸਟੇਟ ਨੂੰ ਗੱਲ ਕਰਦੇ ਹਾਂ, ਸਟੇਟ ਵਾਲੇ ਪ੍ਰਭਾਰੀ ਦੇ ਥਰੂ ਹੈ ਜਾਂ ਦਿੱਲੀ ਗੱਲ ਕਰਦੇ ਆ। ਸੋ ਇਹ ਚੈਨਲ ਚੱਲਦਾ ਰਹਿੰਦਾ। ਸੋ ਅਸੀਂ ਸਾਰੇ ਚਾਹੁੰਦੇ ਆ ਵੀ ਅੰਦੋਲਨ ਜਲਦੀ ਤੋਂ ਜਲਦੀ ਸ਼ਾਂਤਮਈ ਤਰੀਕੇ ਦੇ ਨਾਲ ਖਤਮ ਹੋਣਾ ਚਾਹੀਦਾ ਔਰ ਸਾਰੀਆਂ ਧਿਰਾਂ ਇਹਦੇ ਚੋਂ ਖੁਸ਼ ਹੋਣ। ਅਸੀਂ 70 ਤੋਂ ਵੱਧ ਕਿਸਾਨ ਸ਼ਹੀਦ ਹੋਏ। ਨਰਿੰਦਰ ਮੋਦੀ ਨੇ, ਅਮਿਤ ਸ਼ਾਹ ਨੇ ਕੋਈ ਉਹ ਕਿਸਾਨਾਂ ਦੀ ਸ਼ਹਾਦਤ ਤੇ ਕੋਈ ਦੁੱਖ ਨਹੀਂ ਪ੍ਰਗਟਾਇਆ। ਦੇਖੋ ਸ਼ਹੀਦ ਹੋਏ ਆ, ਬਹੁਤ ਮੰਦਭਾਗੀ ਘਟਨਾ। ਲੇਕਿਨ ਮੋਦੀ ਜੀ ਨੇ ਜਿਹੜੇ ਵੀ ਆਪਣੇ ਭਾਸ਼ਣ ਜਾਂ ਮਨ ਕੀ ਬਾਤ ਆਉਂਦੇ ਉਹਦੇ 'ਚੋਂ ਲਗਾਤਾਰ ਕਹਿੰਦੇ ਰਹੇ ਆ ਵੀ ਅਸੀਂ ਅੰਨਦਾਤਾ ਦਾ ਸਨਮਾਨ ਕਰਦੇ ਆ। ਉਹਨਾਂ ਨੇ ਬਾਰ-ਬਾਰ ਇਹ ਗੱਲ ਅੰਦੋਲਨ ਦੇ ਉੱਤੇ ਵੀ ਕਹੀ ਆ ਵੀ ਇਹ ਜਿੰਨੀ ਜਲਦੀ ਖਤਮ ਹੋਏਗਾ ਇਹ ਅੱਛੀ ਗੱਲ। ਲੀਡਰ ਨੇ ਦੁੱਖ ਨਹੀਂ ਪ੍ਰਗਟਾਇਆ ਕਿ ਉੱਥੇ ਜੋ ਇੰਨੀਆਂ ਸ਼ਹੀਦ ਹੋਏ ਨੇ ਉਹ ਮਾੜੇ ਆ। ਜਿਹੜੇ ਬਾਕੀ ਕਹਿੰਦੇ ਵੀ ਬਾਕੀ ਪੂਰੇ ਇੰਡੀਆ 'ਚ ਗੇੜਾ ਕੱਢ ਕੇ ਦੇਖੋ, ਕਿਸਾਨ ਬਹੁਤ ਖੁਸ਼ ਨੇ ਬਿੱਲ ਨੂੰ ਲੈ ਕੇ। ਮੈਨੂੰ ਉਹ ਦਿਖਾਓ ਤਾਂ ਸਹੀ, ਆਪਦੀ ਪਾਰਟੀ ਨੂੰ ਕੋ ਦਿਖਾਉਣ ਵੀ ਕਿਹੜੇ ਕਿਸਾਨ ਖੁਸ਼ ਨੇ। ਜਿਹੜੇ 5 ਲੱਖ ਬੰਦਾ ਇੱਕ ਬਾਰਡਰ ਤੇ ਬੈਠਾ, 20-25 ਲੱਖ ਬੰਦਾ ਬਾਰਡਰਾਂ ਤੇ ਅਲੱਗ-ਅਲੱਗ ਤੇ ਬੈਠਾ, ਮਤਲਬ ਉਹ ਗਲਤ ਨੇ। ਜਿਹੜੇ ਕਿਸਾਨ ਖੁਸ਼ ਆ ਉਹ ਕਿਸੇ ਨੂੰ ਦਿਖ ਨਹੀਂ ਰਹੇ। ਮੀਡੀਆ ਤੇ ਹੀ ਦਿਖਾ ਦਿਓ,
ਮੀਡੀਆ ਤੇ ਦਿਖਾ ਦਿਓ ਤੁਸੀਂ। ਹਰਪ ਫਾਰਮਰ ਦੀ ਫੋਟੋ ਲਾਈ ਸੀ, ਉਹ ਜਿਹੜਾ ਵੀਡੀਓ 'ਚ ਆਉਂਦਾ ਵੀ ਆਹ ਬੰਦਾ ਕਿਸਾਨ ਖੁਸ਼ ਹੈ, ਉਹਨੇ ਨਾਲ ਦੀ ਨਾਲ ਕੰਡੈਮ ਕੀਤਾ, ਉੱਤੇ ਸਟੇਜ ਤੇ ਆ ਕੇ ਬੋਲਿਆ, ਕਹਿੰਦਾ ਮੇਰੇ ਤੋਂ ਬਿਨਾਂ ਪੁੱਛੇ ਮੇਰੀ ਫੋਟੋ ਲਾਈ ਗਈ ਹੈ। ਇਹ ਗੱਲਾਂ ਦਾ ਕੋਈ ਜਵਾਬ ਮੈਂ ਆਣਾ ਇੱਕ ਮਿੰਟ ਆਣਾ, ਮੈਂ ਤੁਹਾਡੇ ਕੋਲ ਇੱਕ ਮਿੰਟ ਆਣਾ। ਕਹਿੰਦੇ ਬਿਨਾਂ ਪੁੱਛੇ ਕਿਸੇ ਦੀ ਦੂਸਰੇ ਕਿਸਾਨ ਦੀ ਫੋਟੋ ਲਾ, ਤੁਸੀਂ ਕਹਿ ਰਹੇ ਹੋ ਕਿ ਕਿਸਾਨ ਖੁਸ਼ ਨੇ। ਹਜੇ ਵੀ ਬੀਜੇਪੀ ਦਾ ਇਹੀ ਸਟੈਂਡ ਹੈ ਕਿ ਬਾਕੀ ਕਿਸਾਨ ਬਹੁਤ ਖੁਸ਼ ਨੇ, ਤਾਂ ਫਿਰ ਉਹ ਜਿਹੜੇ ਕਿਸਾਨ ਉੱਥੇ ਬੈਠੇ ਨੇ ਉਹ ਕੌਣ ਨੇ ਜੇ ਸਾਰੇ ਕਿਸਾਨ ਖੁਸ਼ ਨੇ? ਦੇਖੋ ਇੱਥੇ ਜਿਹੜੇ ਕਿਸਾਨ ਬੈਠੇ ਆ ਉਹ ਨੋ ਡਾਊਟ ਪੰਜਾਬ ਹਰਿਆਣਾ ਦੇ ਆ, ਥੋੜੇ ਜਿਹੇ ਗਿਣਤੀ 'ਚ ਯੂਪੀ ਤੋਂ ਵੀ ਆ, ਰਾਜਸਥਾਨ ਤੋਂ ਵੀ ਆ। ਹੁਣ ਇਹਨਾਂ ਨੇ ਚੰਗੀ ਬਹੁਤ ਗੱਲ ਕੀਤੀ ਕਿ ਤੁਸੀਂ ਮੰਨ ਰਹੇ ਹੋ ਕਿ ਹੈਗੇ ਆ। ਪਹਿਲਾਂ ਤਾਂ ਇਹੀ ਕਿਹਾ ਜਾ ਰਿਹਾ ਸੀ ਨਾ ਕਿ ਇਕੱਲੇ ਪੰਜਾਬ ਦੇ ਕਿਸਾਨ। ਉੱਚੀ ਬੋਲਦਾ ਹੋਵਾਂ ਇਹਦਾ ਮਤਲਬ ਇਹ ਨਹੀਂ ਆ ਵੀ ਸੱਚ ਲੁਕ ਜਾਏਗਾ, ਜੋ ਸੱਚ ਹੈਗਾ ਉਹ ਹੈਗਾ। ਰਾਜਸਥਾਨ ਦੇ ਵੀ ਥੋੜੀ ਗਿਣਤੀ 'ਚ ਬੈਠੇ ਆ, ਠੀਕ ਹੈ, ਜਾਂ ਮਹਾਰਾਸ਼ਟਰ ਤੋਂ ਆਏ ਆ। ਹੁਣ ਇਹ ਗੱਲ ਕਹਿਣਗੇ ਵੀ ਕਿਸਾਨ ਕਿਹੜੇ ਖੁਸ਼ ਆ। ਇਹਨਾਂ ਨੇ ਮੇਰੇ ਤੋਂ ਸਵਾਲ ਕੀਤਾ, ਮੈਂ ਦੱਸ ਦਿੰਦਾ। ਭੁਪਿੰਦਰ ਸਿੰਘ ਮਾਨ ਨੂੰ ਕਿਸਾਨ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਹੈ, ਉਹਨਾਂ ਨੂੰ ਜਦੋਂ ਹੀ ਸੁਪਰੀਮ ਕੋਰਟ ਦੇ ਵਿੱਚ ਮੈਂਬਰ ਬਣਾਇਆ ਗਿਆ ਛੱਡਤਾ ਨਾ, ਉਸ ਤੋਂ ਬਾਅਦ ਹੀ ਲਗਾਤਾਰ ਮੀਡੀਆ ਨੇ ਦਿਖਾਣਾ ਸ਼ੁਰੂ ਕਰਤਾ ਵੀ ਭੁਪਿੰਦਰ ਸਿੰਘ ਮਾਨ ਤਾਂ ਇਸ ਜਿਹੜਾ ਅੰਦੋਲਨ ਹੈ, ਇਹ ਜਿਹੜੇ ਕਾਨੂੰਨ ਹੈ ਉਹਨਾਂ ਦੇ ਪੱਖ ਦੇ ਵਾਲੇ ਬੋਲਣ ਵਾਲੇ ਕਿਸਾਨ ਹੈ। ਇੱਕ ਹੋਰ ਨਾਮ ਜਿਹੜਾ ਮਹਾਰਾਸ਼ਟਰ ਤੋਂ ਆਇਆ, ਮੈਨੂੰ ਨਾਮ ਧਿਆਨ 'ਚ ਨਹੀਂ, ਉਹਨਾਂ ਦੀ ਕਿਸਾਨ ਯੂਨੀਅਨ ਵੀ ਸਪੋਰਟ ਕਰਦੀ ਹੈ। ਇਹਨਾਂ ਨੇ ਐਲੀਗੇਸ਼ਨ ਲਾਇਆ, ਸੋ ਇਹ ਆਪ ਮੰਨ ਗਏ ਵੀ ਐਸੇ ਕਿਸਾਨ ਹੈਗੇ ਆ, ਐਸੀਆਂ ਕਿਸਾਨ ਯੂਨੀਅਨਾਂ ਹੈਗੀਆਂ ਜਿਹੜੀਆਂ ਸਪੋਰਟ ਕਰਦੀਆਂ। ਠੀਕ ਹੈ, ਇਹਨਾਂ ਨੂੰ ਪਸੰਦ ਨਹੀਂ ਹੈ, ਇਹਨਾਂ ਨੂੰ ਪਸੰਦ ਨਹੀਂ ਹੈ, ਉਹ ਇੱਕ ਸੈਕਿੰਡ ਇਸ਼ੂ ਹੈ, ਲੇਕਿਨ ਉਹ ਐਸੇ ਕਿਸਾਨ ਨੇਤਾ ਹੈਗੇ ਆ, ਇਹ ਤੋਂ ਕਿਸਾਨ ਨੇਤਾ ਹੈਗੇ ਆ ਭਾਰਤੀ ਮਾਨ ਵਰਗੇ, ਜਿਹੜੀਆਂ ਦੀ ਯੂਨੀਅਨ ਜਿਹੜੀ ਸਪੋਰਟ ਕਰਦੀ ਹੈ। ਸੋ ਐਸੇ ਐਲਾਨ ਬਹੁਤ ਹੈਗੇ ਆ। ਇਹ ਮਹਾਰਾਜ ਜੀ ਨੇ ਕਿਹਾ ਕਿ ਜਿਹੜਾ ਇੱਥੇ ਬਾਰਡਰ ਤੇ ਕਰਨਾਲ ਬਾਰਡਰ ਤੇ ਜੋ ਹੋਇਆ, ਮੱਧਭਾਗਾ ਹੋਇਆ ਹਰਿਆਣੇ ਦੇ ਵਿੱਚ, ਫਿਰ ਉਸ ਤੋਂ ਬਾਅਦ ਯੂਪੀ ਵੀ ਹੋਇਆ, ਉਸ ਤੋਂ ਬਾਅਦ ਰਾਜਸਥਾਨ ਦੇ ਬਾਰਡਰ ਤੇ ਵੀ ਅੱਜ ਵੀ ਚੱਲਦਾ ਪਿਆ। ਇਹ ਇੱਕ ਗੱਲ ਮੈਂ ਕਹਿ ਦਿੰਦਾ, ਮਨ ਕੀ ਬਾਤ ਦੀ ਗੱਲ ਕਰਦੇ ਆ। ਮੈਂ ਆਪਣੇ ਮਨ ਦੀ ਗੱਲ ਕਰਾਂ ਤਾਂ ਮੇਰੀ ਮਨ ਦੀ ਗੱਲ ਹੋ ਗਈ ਨਾ, ਡਿਕਟੇਟਰਸ਼ਿਪ ਹੋ ਗਈ। ਮੇਰਾ ਮਨ ਇਹ ਕਹਿੰਦਾ, ਪਰ ਗੱਲ ਤਾਂ ਲੋਕਾਂ ਦੀ ਗੱਲ ਸੀ ਨਾ। ਅੱਜ ਟਾਵਰਾਂ ਦਾ ਇਹਨਾਂ ਨੂੰ ਬੜਾ ਦੁੱਖ ਹੁੰਦਾ, ਟਾਵਰ ਟੁੱਟ ਗਿਆ। ਇੱਕ ਜਿਹੜੇ ਲੋਕ 70 ਤੋਂ ਵੱਧ ਸ਼ਹਾਦਤ ਹੋ ਗਏ ਆ, ਇੱਕ ਸਿੰਪਲ ਜੀ ਗੱਲ ਹੈ, ਬਿੱਲ ਦੇ ਵਿੱਚ ਕੋਈ ਵੱਡੀ ਗੱਲ ਨਹੀਂ। ਗਲਤੀ ਨਾਲ ਕੋਈ ਕਦਮ ਪੱਟਿਆ ਗਿਆ, ਇੱਕ ਕਦਮ ਪੱਟ ਲਿਆ ਵੀ ਚਲੋ ਠੀਕ ਆ, ਕਾਰਪੋਰੇਟ ਵੀ ਅਸੀਂ ਬਿੱਲ ਬਣਾਤਾ। ਇੱਕ ਮੈਂ ਕਹਿ ਰਿਹਾ ਵੀ ਬਿੱਲ ਮੇਰੇ ਹੱਕ 'ਚ ਨਹੀਂ, ਕਿਸਾਨ ਕਹਿ ਰਹੇ ਸਾਡੇ ਬਿੱਲ ਹੱਕ 'ਚ ਨਹੀਂ। ਉਹਨੂੰ ਰੱਦ ਕਰਨ 'ਚ ਇਹਨਾਂ ਨੂੰ ਡਰ ਕਿਸ ਗੱਲ ਦਾ ਲੱਗਦਾ, ਮੈਨੂੰ ਇਹ ਦੱਸ ਦੇਣ ਡਰ ਕੀ ਗੱਲ ਦਾ। ਛੋਟਾ ਜਿਹਾ ਕੁਐਸਚਨ ਹੈ ਬ੍ਰਦਰ, ਪਹਿਲਾਂ ਮੇਰਾ ਤੁਹਾਨੂੰ ਕੋਈ ਕੁਐਸਚਨ ਨਹੀਂ ਸੀ, ਮੇਰਾ ਕੁਐਸਚਨ ਹੁਣ ਇਹ ਹੈ, ਤੁਸੀਂ ਕਹਿੰਦੇ ਹੋ ਵੀ ਸਾਡੀ ਜਿਹੜੀ ਪਾਰਟੀ ਹੈ, ਅਸੀਂ ਡਿਸਟ੍ਰਿਕਟ ਵਾਲੇ ਸਟੇਟ ਨੂੰ ਦੱਸਦੇ ਹਾਂ, ਸਟੇਟ ਵਾਲੇ ਸੈਂਟਰ ਨੂੰ ਜਾ ਕੇ ਦੱਸਦੇ ਹੋ। ਤੁਸੀਂ ਆਪਦਾ ਸਟੈਂਡ ਸਪਸ਼ਟ ਕਰੋ, ਤੁਸੀਂ ਕੀ ਦੱਸਿਆ ਵੀ ਪੰਜਾਬ ਦਾ ਕਿਸਾਨ ਖੁਸ਼ ਹੈ ਕਿ ਨਹੀਂ ਖੁਸ਼? ਇਹ ਬਿੱਲਾਂ ਨੂੰ ਲੈ ਕੇ ਪੰਜਾਬ ਦੇ ਕਿਸਾਨ ਦਾ ਕੀ ਹੈ? ਤੁਸੀਂ ਕਹਿੰਦੇ ਹੋ ਵੀ ਮੈਂ ਮੰਨਿਆ ਵੀ ਉਹਦੇ 'ਚ, ਮੈਂ ਤਾਂ ਕਹਿ ਰਿਹਾ ਮੋਦੀ ਜੀ ਕਹਿ ਰਹੇ ਕਿਸਾਨ ਖੁਸ਼ ਹੈ, ਮੈਂ ਤਾਂ ਮੋਦੀ ਜੀ ਨੂੰ ਕਹਿੰਦਾ ਦਿਖਾਓ ਕਿਹੜਾ ਕਿਸਾਨ ਖੁਸ਼ ਹੈ। ਵੀ ਬੀਜੇਪੀ ਇਹ ਮੰਨ ਗਏ, ਇਹਨਾਂ ਦੀ ਗੱਲ ਤੋਂ ਇਹ ਗੱਲ ਕਰਦਾ, ਬੀਜੇਪੀ ਆਪ ਮੰਨ ਗਈ ਹੈ ਵੀ ਅਸੀਂ ਥੱਲੋਂ ਲੈ ਕੇ ਉੱਪਰ ਤੱਕ ਪਹੁੰਚਾਉਂਦੇ ਆ। ਸਾਰੇ ਪੰਜਾਬ ਦਾ ਘਾਟਾ, ਕਿਸਾਨਾਂ ਦਾ ਘਾਟਾ ਪੰਜਾਬ ਦੀ ਬੀਜੇਪੀ ਨੇ ਕੀਤਾ। ਅੱਜ ਜਿਹੜਾ ਪੱਖਪਾਤ ਚੱਲ ਰਿਹਾ ਨਾ, ਉਹ ਵੀ ਇਹਨਾਂ ਨੇ ਕੀਤਾ। ਤੁਸੀਂ ਕੀ ਫੀਡਬੈਕ ਦਿੱਤਾ ਇਹ ਚੀਜ਼ 'ਚ? ਕਿਸਾਨਾਂ ਦਾ ਫੀਡਬੈਕ ਇਲੈਕਸ਼ਨ ਜਦੋਂ ਇਲੈਕਸ਼ਨ ਹੁੰਦੇ, ਜਦੋਂ ਕੈਂਡੀਡੇਟ ਚੁਣਨੇ ਹੁੰਦੇ ਆ, ਤਾਂ ਜਿਹੜੀ ਲੋਕਲ ਲੀਡਰਸ਼ਿਪ ਹੁੰਦੀ ਹੈ, ਮਹੱਲੇ ਦੇ ਲੋਕ ਹੁੰਦੇ ਆ, ਉਹਨਾਂ ਨੂੰ ਪੁੱਛਿਆ ਜਾਂਦਾ ਵੀ ਕਿਹਦਾ ਜ਼ੋਰ ਹੈ। ਕਿਸਾਨਾਂ ਨੂੰ ਪੁੱਛਿਆ ਨਹੀਂ। ਸਨਮ ਜੀ, ਜਿਹੜੀ ਫੀਡਬੈਕ ਹੁੰਦੀ ਆ ਅਸੀਂ ਕੀ ਦੇਣੀ ਆ? ਪਹਿਲੀ ਗੱਲ ਤਾਂ ਇਹ ਅਸੀਂ ਕਿਸੇ ਨਾਲ ਸ਼ੇਅਰ ਕਰੀਏ ਨਾ ਕਰੀਏ, ਬਾਹਰਲੀ ਪਾਰਟੀ ਨਾਲ ਇੱਕ ਗੱਲ। ਦੂਜੀ ਗੱਲ, ਉਸ ਤੋਂ ਬਾਅਦ ਅਮੈਂਡਮੈਂਟ ਹੋਈਆਂ। ਸ਼ੁਰੂਆਤ ਦੇ ਵਿੱਚ ਇਹ ਗੱਲ ਸਾਹਮਣੇ ਆਈ ਸੀ ਵੀ MSP ਦੀ ਗਾਰੰਟੀ ਸਾਨੂੰ ਦੇ ਦਿੱਤੀ ਜਾਏ, ਇਹ ਗੱਲ ਨਾਲ ਜੋੜ ਦਿੱਤੀ ਜਾਵੇ। ਇਲੈਕਟ੍ਰਿਸਿਟੀ ਅਮੈਂਡਮੈਂਟ ਐਕਟ ਦੀ ਗੱਲ ਵੀ ਸੀਗੀ, ਉਹ ਵੀ ਸਰਕਾਰ ਜਿਹੜੀ ਸ਼ੋਧ ਕਰਨ ਨੂੰ ਤਿਆਰ ਹੋ ਗਈ। ਸਭ ਤੋਂ ਪਹਿਲਾਂ ਜਿਹੜਾ ਮੁੱਦਾ ਸੀ ਉਹਨਾਂ 'ਚ MSP ਸੀ, ਔਰ ਡਿਸਪਿਊਟ ਦੇ ਕੇਸ ਦੇ ਵਿੱਚ ਸਿਵਲ ਕੋਰਟ 'ਚ ਹੋਏਗਾ ਜਾਂ SDM ਕੋਰਟ 'ਚ ਹੋਏਗਾ, ਇਹ ਦੋ ਪ੍ਰਮੁੱਖ ਮੰਨਾਂ ਸੀ। ਇਹ ਦੋਨੋਂ ਮੰਗਾਂ ਮੰਨਣ ਨੂੰ ਸਰਕਾਰ ਤਿਆਰ ਹੋ ਗਈ, ਸ਼ੋਧ ਕਰਨ ਨੂੰ ਸਰਕਾਰ ਤਿਆਰ ਹੋ ਗਈ। ਸੋ ਇਹ ਗੱਲਾਂ ਫੀਡਬੈਕ ਕਰਕੇ ਹੀ ਹੁੰਦੀਆਂ। ਸਰਕਾਰ ਨੂੰ ਲੱਗਦਾ ਵੀ ਲੋਕਾਂ ਦੇ ਮਨ 'ਚ ਰੋਸ ਜ਼ਿਆਦਾ, ਤੇ ਇਸ ਕਰਕੇ ਜੇ ਸਰਕਾਰ ਸ਼ੋਧਾ ਕਰਨ ਆਰਡੀਨੈਂਸ ਲਿਆ, ਇੱਕ ਮਿੰਟ ਲੱਭ ਰਹੀ, ਆਰਡੀਨੈਂਸ ਲਿਆਉਣ ਤੋਂ ਪਹਿਲਾਂ ਕੀ ਕਿਸੇ ਦਾ ਫੀਡਬੈਕ ਲਿੱਤਾ ਸੀ ਲੋਕਲ ਲੈਵਲ ਤੇ? ਕੀ ਲੋਕਲ ਲੀਡਰਸ਼ਿਪ ਨੂੰ ਦਿੱਤਾ ਜਾਵੇ ਤਾਂ ਕਿ ਉਹ ਕਿਸਾਨਾਂ ਨਾਲ ਗੱਲਬਾਤ ਕਰੇ? ਕੋਈ ਭੇਜਿਆ ਤੁਸੀਂ ਫੀਡਬੈਕ? ਐਸੇ ਇੱਕ ਮਿੰਟ ਗੋਸ਼ਾ ਜੀ, ਐਜ਼ ਏ ਐਡਵੋਕੇਟ ਮੈਂ ਤੁਹਾਨੂੰ ਦੱਸ ਦਿੰਦਾ, ਚਾਹੇ ਇਹ ਖੇਤੀ ਦੇ ਬਿੱਲ ਹੋਣ, ਚਾਹੇ ਦੇਸ਼ ਦੇ ਵਿੱਚ ਕੋਈ ਵੀ ਬਿੱਲ ਬਣਦਾ ਹੋਵੇ, ਉਹਦਾ ਇੱਕ ਪ੍ਰੋਸੀਜਰ ਹੈਗਾ। ਗਵਰਨਮੈਂਟ ਆਫ ਇੰਡੀਆ ਚਾਹੇ ਸਾਡੀ ਹੈ ਚਾਹੇ ਸਾਡੇ ਤੋਂ ਪਹਿਲੀਆਂ, ਅਸੀਂ ਇੱਕ ਪ੍ਰੋਸੀਜਰ ਦੀ ਗੱਲ ਕਰ ਰਹੇ ਹਾਂ। ਪਬਲਿਕ ਤੋਂ ਆਪਣੀ ਰਾਏ ਮੰਗਣ ਦੀ ਇਨਵਾਈਟ ਕਰਦੀਆਂ, ਉਹਦਾ ਇੱਕ ਟਾਈਮ ਪੀਰੀਅਡ ਹੁੰਦਾ, ਲੋਕਾਂ ਤੋਂ ਉਹਦੇ ਬਾਰੇ ਰਾਏ ਮੰਗੀ ਜਾਂਦੀ ਹੈ। ਕਦੋਂ ਹੋਇਆ? ਬੀਜੇਪੀ ਨੇ ਕਦੋਂ ਮੰਗਾਇਆ? ਸਰਕਾਰ ਨੇ ਇਸ ਤੇ ਤੁਸੀਂ ਉਸ ਵੇਲੇ ਨਾਲ ਬੈਠੇ ਸੀ, ਤੁਸੀਂ ਪੁੱਛਣਾ ਸੀ, ਤੁਸੀਂ ਭਾਈਵਾਲ ਸੀ। ਪੰਜਾਬ 'ਚ ਤਾਂ ਤੁਸੀਂ ਰਿਪਰੈਜ਼ੈਂਟ ਕਰ ਰਹੇ ਸੀ। ਪੰਜਾਬ 'ਚੋਂ ਮੰਤਰੀ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਜਦੋਂ ਪੰਜਾਬ 'ਚ ਮੰਤਰੀ ਪਦ ਸੀ, ਪੰਜਾਬ ਦੇ ਵਿੱਚੋਂ ਮੰਤਰੀ 2022 ਦੀ ਨਾ, ਜਿਹੜੇ 2022 ਦੀ ਇਲੈਕਸ਼ਨਾਂ ਲੜਨ ਨੂੰ ਫਿਰਦੇ ਆ, ਇਹ ਕਹਿੰਦੇ ਅਸੀਂ 2022 ਚ ਸਰਕਾਰ ਬਣਾਵਾਂਗੇ। ਸਕੂਟਰ ਦੀ ਸੀਟ ਨਹੀਂ ਮਿਲਣੀ, ਇਹ ਸੀਟ ਦੀ ਗੱਲ ਕਰਦੇ ਆ। ਸਕੂਟਰ ਦੀ ਸੀਟ ਨਹੀਂ ਦੇਣੀ ਇਹਨਾਂ ਨੂੰ ਕਿਸੇ ਨੇ। ਇੱਕ ਪਿੰਡ 'ਚ ਸਕੂਟਰ ਤੇ ਬੈਠ ਕੇ ਗੇੜਾ ਲਾ ਕੇ ਦਿਖਾ ਦੇਣਾ। ਅਸੀਂ ਤਾਂ ਵਿਰੋਧ ਕੀਤਾ ਸੁਖਬੀਰ ਸਿੰਘ ਬਾਦਲ ਸਾਹਿਬ ਨੇ, ਅਸਤਾਂ ਤੋਂ ਜਾਗ ਆਣੀ ਚਾਹੀਦੀ ਸੀ। ਸਾਈਨ ਤਾਂ ਉਹਦੇ ਪਹਿਲਾਂ ਬੀਬਾ ਜੀ ਨੇ ਕੀਤੇ ਨਾ, ਸਾਈਨ ਤਾਂ ਉਹਦੇ ਪਹਿਲਾਂ ਬੀਬਾ ਜੀ। ਸਨਮ ਜੀ ਸਾਈਨ ਦਿਖਾਓ,
ਇਹ ਝੂਠ ਇਹਨਾਂ ਦੇ ਝੂਠ ਬੋਲਣਾ ਕਿਉਂ ਨਾ ਸਹੀ ਦਿਖਾਣ ਨਾ। ਬੀਬਾ ਜੀ ਨੇ ਕਿਹਾ ਮੈਂ ਸਾਰੀ ਸਿਆਸਤ ਛੱਡ ਦਾਂਗੀ ਜੇ ਸਹੀ ਦਿਖਾਣ। ਜੇ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਜਦੋਂ ਵਿਰੋਧ ਕੀਤਾ ਉਦੋਂ ਜਾਗ ਜਾਣਾ ਚਾਹੀਦਾ ਸੀ, ਜਦੋਂ ਬੀਬਾ ਜੀ ਨੇ ਅਸਤੀਫਾ ਦਿੱਤਾ ਉਦੋਂ ਜਾਗਣਾ ਚਾਹੀਦਾ। ਹੁਣ ਇਹ 2022 ਦੀਆਂ ਸੀਟਾਂ ਲੜਦੇ ਫਿਰਦੇ। ਮੈਂ ਫਿਰ ਕਹਿ ਰਿਹਾ ਸਕੂਟਰ ਦੀ ਸੀਟ ਨਹੀਂ ਮਿਲਣੀ, ਇੱਕ ਸਕੂਟਰ ਤੇ ਗੇੜਾ ਲਾ ਕੇ ਦਿਖਾ ਦੇਣ। ਬਲੇਮ ਗੇਮ ਚੱਲੀ ਜਾਣੀ ਹੈ, ਪਰ ਸਫਰ ਤਾਂ ਕਿਤੇ ਨਾ ਕਿਤੇ ਕਿਸਾਨ ਕਰ ਰਹੇ ਨੇ ਜੀ। ਇਹ ਸਾਰੀ ਬਲੇਮ ਗੇਮ ਦੇ ਵਿੱਚ ਸਿਰਫ ਤੇ ਸਿਰਫ ਕਿਸਾਨ ਸਫਰ ਕਰ ਰਹੇ ਨੇ। ਰਹਿ ਗਈ ਗੱਲ ਕਾਨੂੰਨ ਲਾਗੂ ਕਰਨ ਦੀ, ਆਰਡੀਨੈਂਸ ਜੇ ਸੰਵਿਧਾਨ ਦੇ ਵਿੱਚ ਪੜਿਆ ਜਾਵੇ, ਆਰਡੀਨੈਂਸ ਕਦੋਂ ਆਇਆ ਹੁੰਦਾ? ਬਹੁਤ ਹੀ ਐਮਰਜੈਂਸੀ ਸਿਚੁਏਸ਼ਨ ਦੇ ਵਿੱਚ। ਕੀ ਐਮਰਜੈਂਸੀ ਆ ਗਈ ਸੀ ਇੱਥੇ? ਕਿਸਾਨ ਵਧੀਆ, ਸਾਰੇ ਵਪਾਰਾਂ ਦੀ, ਸਾਰੇ ਕਾਸੇ ਦੀ ਜੀਡੀਪੀ ਡਾਊਨ ਗਈ ਸੀ, ਐਗਰੀਕਲਚਰ ਸੈਕਟਰ ਦੀ ਪਲੱਸ ਪੋਜ਼ਿਟਿਵ ਚ ਗਈ ਸੀਗੀ 4.2 ਪੋਜ਼ਿਟਿਵ ਚ ਗਈ ਸੀ। ਇਹਨਾਂ ਨੂੰ ਕਿਤੇ ਕਿਤੇ ਇਹ ਗੱਲ ਚੁੱਭਦੀ ਹੈ ਵੀ ਕਿਸਾਨ ਕੱਲਾ ਖੁਸ਼ਹਾਲ ਕਿਵੇਂ ਰਹਿ ਗਿਆ, ਅਸੀਂ ਉਹਨੂੰ ਵੀ ਥੱਲੇ ਸਿੱਟੀ। ਉਹੀ ਅੰਬਾਨੀ ਅਡਾਨੀ ਰੁੱਸਦੇ ਆ, ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ। ਸਾਡੀ ਸਾਡਾ ਦੂਜਾ ਰਹਿ ਗਿਆ, ਦੂਜਾ ਰਹਿ ਗਿਆ ਇਸੇ ਕਰਕੇ ਕਿਸਾਨੀ ਮੁੱਦਾ ਸਟੇਟ ਲਿਸਟ ਦੇ ਵਿੱਚ ਆਉਂਦਾ ਵਾ, ਸੈਂਟਰ ਉਹਦੇ ਵਿੱਚ ਦਖਲ ਨਹੀਂ ਦੇ ਸਕਦਾ। ਪਰ ਸਾਡੀ ਤਾਂ ਡੈਮੋਕ੍ਰੇਸੀ ਨੂੰ ਖਤਰਾ, ਸਾਡੇ ਫੈਡਰਲ ਸਟਰਕਚਰ ਨੂੰ ਖਤਰਾ। ਰਾਜ ਸਭਾ ਦੇ ਵਿੱਚ ਜਿਹੜੇ ਹਿਸਾਬ ਨਾਲ ਇਹਨਾਂ ਨੇ ਬਿੱਲ ਪਾਸ ਕੀਤਾ ਵਾ, ਤੁਸੀਂ ਦੇਖੋ ਡੈਮੋਕ੍ਰੈਟਿਕ ਹੈ। ਕਿਤੇ ਨਾ ਕਿਤੇ ਜਦੋਂ ਵੋਟਿੰਗ ਹੀ ਨਹੀਂ ਹੋਣੀ ਹੈਗੀ ਤਾਂ ਜੋ ਮਰਜ਼ੀ ਕਰੀ ਚਲੋ, ਡਿਕਟੇਟਰਸ਼ਿਪ ਵੱਲ ਜਾ ਰਹੇ ਆ ਅਸੀਂ। ਵੋਟਿੰਗ ਹੋ ਸਕਦੀ ਸੀ ਜੀ, ਵੋਟਿੰਗ ਹੋ ਸਕਦੀ ਸੀ ਸਰ। ਆਪਾਂ ਬਾਈਕਾਟ ਸਾਰਿਆਂ ਨੇ ਕਰਤਾ, ਬਾਈਕਾਟ ਨਹੀਂ ਕਰਨਾ ਬਣਦਾ ਸੀ। ਲਾਪਰਾ ਸਾਹਿਬ ਇਲਜ਼ਾਮ ਕਾਂਗਰਸ ਤੇ ਵੀ ਲੱਗੇ ਕਿ ਮੁੱਖ ਮੰਤਰੀ ਵੀ ਉਸ ਬੈਠਕ ਦਾ ਹਿੱਸਾ ਰਹੇ ਨੇ ਜਿਸ ਦੇ ਵਿੱਚ ਇਹ ਲਿਆਇਆ ਗਿਆ, ਉਹਨਾਂ ਦੀ ਸਲਾਹ ਲਈ ਗਈ ਹੈ। ਪਹਿਲਾਂ ਪੰਜਾਬ ਨੇ ਵੀ ਆਪਣੀ ਸਹਿਮਤੀ ਜਤਾਈ ਹੈ ਕਿ ਇਹ ਬਿੱਲ ਆਉਣੇ ਚਾਹੀਦੇ ਨੇ, ਤੇ ਕਾਂਗਰਸ ਦੇ ਪੰਜਾਬੀ ਚ ਦੋ ਗੱਲਾਂ ਦਾ ਜਵਾਬ ਦਊਂਗਾ। ਮੀਟਿੰਗ ਹੋਈ, ਤੁਸੀਂ ਦਿਖਾਓਗੇ ਭੱਬੂ ਤੇ ਸਿੱਟੋਗੇ ਦੁੱਕੀ। ਇਹ ਜਿਹੜੇ ਮੇਰੇ ਕਿਸਾਨ ਵੀਰ ਬੈਠੇ ਉੱਥੇ ਸਮਝ ਜਾਣਗੇ। ਭੱਬੂ ਦਿਖਾ ਕੇ ਦੁੱਕੀ ਸਿੱਟੀ ਗਈ ਹੈ, ਦਿਖਾਇਆ ਕੁਝ ਹੋਰ ਤੇ ਪੇਸ਼ ਕੁਝ ਹੋਰ ਕੀਤਾ ਗਿਆ। ਠੀਕ ਹੈ ਜੀ। ਦੂਸਰੀ ਗੱਲ, ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਦੋ ਘਰਾਂ ਦਾ ਮੁੰਡੂ ਬਣ ਜੇ, ਮੁੰਡੂ, ਤਾਂ ਇਹੀ ਕੁਝ ਹੋਣਾ। ਉਹ ਉਹਨਾਂ ਦੀ ਨੌਕਰੀ ਤੇ ਲੱਗਿਆ ਹੋਇਆ। ਸੋ ਪਲੀਜ਼ ਆਪਾਂ ਜਿਹੜੀ ਲੜਾਈ ਸ਼ੁਰੂ ਕੀਤੀ ਹੈ, ਇਹ ਇਤਿਹਾਸ ਹੈ। ਪੰਜਾਬੀ ਜਦੋਂ ਘਰ ਛੱਡ ਕੇ ਕੋਈ ਲੜਾਈ ਲੜਨ ਗਿਆ ਤਾਂ ਫਤਿਹ ਕਰਕੇ ਮੁੜਿਆ, ਫਤਿਹ ਕਰਕੇ ਆਵਾਂਗੇ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਗੋਸ਼ਾ ਜੀ, ਤੁਸੀਂ ਉਹਨਾਂ ਨੂੰ ਕਹਿ ਰਹੇ ਹੋ ਕਿ ਜਿੱਥੇ ਬੀਜੇਪੀ ਜਾਂਦੀ ਉਹਨਾਂ ਦਾ ਵਿਰੋਧ ਹੋ ਰਿਹਾ, ਪਰ ਜਿੱਥੇ ਅੱਜ ਕੱਲ੍ਹ ਸੁਖਬੀਰ ਬਾਦਲ ਤੇ ਬੀਬਾ ਜੀ ਜਾਂਦੇ, ਵਿਰੋਧ ਤਾਂ ਉਹਨਾਂ ਦਾ ਵੀ ਹੋ ਰਿਹਾ। ਵਿਰੋਧ ਕਰਨਾ ਵੱਡੀ ਗੱਲ ਨਹੀਂ ਹੁੰਦੀ। ਗੱਲ ਕਿਸ ਗੱਲ ਕਰਕੇ ਵਿਰੋਧ ਹੋ ਰਿਹਾ? ਕਿ ਇਹਨਾਂ ਦੀਆਂ ਪਾਰਟੀਆਂ ਵਿਰੋਧ ਕਰ ਰਹੀਆਂ ਕਿ ਆਮ ਬੰਦੇ ਕਰ ਰਹੇ? ਇਹਨਾਂ ਤਾਂ ਆਮ ਬੰਦੇ ਕਰ ਰਹੇ ਆ। ਇਹ ਜਿਹੜੇ ਪਾਰਟੀਆਂ ਬਾਜੀ ਕਾਂਗਰਸ ਵਾਲੇ ਕਹਿੰਦੇ ਨਾ ਅੱਜ ਕੈਪਟਨ ਕਿਸਾਨ ਹੀ ਕਰ ਰਹੇ ਨਾ, ਤੁਹਾਡਾ ਵੀ ਕੈਪਟਨ ਅਮਰਿੰਦਰ ਸਿੰਘ ਨਹੀਂ ਸਾਈਨ ਕੀਤੇ। ਮਨਪ੍ਰੀਤ ਸਿੰਘ ਬਾਦਲ ਸਾਹਿਬ ਗਏ ਸੀਗੇ ਉਸ ਮੀਟਿੰਗ 'ਚ, ਉਸ ਕਮੇਟੀ ਦਾ ਹਿੱਸਾ ਸੀ ਮਨਪ੍ਰੀਤ ਬਾਦਲ। ਜ਼ਰੂਰ ਦੁਖੀ ਆ, ਪਰ ਮਨਪ੍ਰੀਤ ਬਾਦਲ ਦੁਖੀ ਆ। ਇਹ ਝੂਠ ਨਾ ਕਰਨ, ਅੱਜ ਉੱਚੀ ਸਾਰੀ ਕਹਿ ਕੇ ਕਿਸਾਨ ਜਿੰਦਾਬਾਦ। ਜਾਓ ਤਾਂ ਸਹੀ ਕਿਸਾਨਾਂ 'ਚ, ਅਸੀਂ ਤਾਂ ਕਿਸਾਨਾਂ 'ਚ ਰੋਜ਼ ਜਾਂਦੇ ਆ, ਤੁਸੀਂ ਤਾਂ ਜਾ ਹੀ ਨਹੀਂ ਸਕਦੇ। ਅੱਜ ਮੈਂ ਫਿਰ ਕਹਿ ਰਿਹਾ, ਜੇ ਕਾਂਗਰਸ ਸਰਕਾਰ ਦੀ ਨੀਅਤ ਸਪਸ਼ਟ ਹੁੰਦੀ ਤੇ ਅੱਜ ਕਿਸਾਨਾਂ ਨੂੰ ਉੱਥੇ ਜਾ ਕੇ ਧਰਨਾ ਲਾਉਣ ਦੀ ਲੋੜ ਨਹੀਂ ਸੀ, ਇੱਥੇ ਹੀ ਸਾਰਾ ਹੱਲ ਹੋ ਜਾਣਾ ਸੀਗਾ। ਕਿਹਾ ਕਿ ਬੀਬਾ ਜੀ ਦੇ ਸਾਈਨ ਦਿਖਾ ਦਿਓ ਕਿੱਥੇ, ਉਸੇ ਤਰ੍ਹਾਂ ਮਨਪ੍ਰੀਤ ਬਾਦਲ ਦੇ ਵੀ ਸਾਈਨ ਦਿਖਾ ਦਿਓ। ਮਨਪ੍ਰੀਤ ਬਾਦਲ ਆਪ ਤਾਂ ਮੰਨੇ, ਅਸੀਂ ਮੀਟਿੰਗ 'ਚ ਗਏ ਆ, ਉਹ ਤਾਂ ਆਪ ਕਹਿ ਰਿਹਾ ਭੱਬੂ ਦਿਖਾ ਕੇ ਦੁੱਕੀ ਸਿੱਟਦੀ, ਉਹ ਆਪ ਹੀ ਮੰਨਦੇ ਪਏ। ਇਹ ਕਹਿੰਦੇ ਵੀ ਕਿਸਾਨ ਕੋਲ ਜਾ ਨਹੀਂ ਸਕਦੇ। ਮੇਰੀ ਬਾਈ ਬ੍ਰਦਰ ਫੇਸਬੁੱਕ ਖੋਲ ਕੇ ਦੇਖ ਲੈ ਗੋਸ਼ਾ ਜੀ, ਵੱਡੇ ਭਾਈ ਹੋ। ਮੈਂ ਕਿੰਨੀ ਵਾਰ ਉੱਥੇ ਗਿਆ, ਕਿੰਨੀ ਵਾਰ ਮੈਂ ਉੱਥੇ ਕਿੰਨੇ ਦਿਨ ਬਹਿ ਕੇ ਆਇਆ। ਇਹ ਨਾ ਕਹੋ ਵੀ ਅਸੀਂ ਜਾ ਨਹੀਂ ਸਕਦੇ, ਅਸੀਂ ਵੀ ਜਾ ਰਹੇ ਹਾਂ। ਜਿਹੜੇ ਨਹੀਂ ਜਾ ਸਕਦੇ ਆਹ ਖੜੇ ਆ, ਜਿੰਨਾ ਕਰਕੇ ਸਾਰਾ ਕਿਸਾਨ ਉੱਥੇ ਬੈਠਾ। ਤੁਸੀਂ ਬਹੁਤ ਸਹੀ ਟਾਈਮ ਤੇ ਤੁਹਾਡੀ ਪਾਰਟੀ ਦੀ ਅੱਖਾਂ ਖੁੱਲੀਆਂ, ਤੁਸੀਂ ਵੱਖ ਹੋ ਗਏ, ਬਟ ਗਲਤੀਆਂ ਤੁਹਾਡੇ ਤੋਂ ਵੀ ਹੋਈਆਂ। ਚਲੋ ਗਲਤੀਆਂ ਇਸ ਪ੍ਰੋਸੈਸ 'ਚ ਕਿਤੇ ਨਾ ਕਿਤੇ ਕਾਂਗਰਸ ਤੋਂ ਵੀ ਮਾੜੀ ਮੋਟੀ ਹੋਈ ਹੋਣੀ ਹੈ, ਪਰ ਵੱਡੀ ਪਿਕਚਰ ਇਹ ਦੇਖੋ। ਤੱਕ ਨਾ ਆਉਂਦੀ, ਸ਼ਾਇਦ ਨੌਬਤ ਇੱਥੋਂ ਤੱਕ ਨਾ ਆਉਂਦੀ ਜੇ ਅਕਾਲੀ ਦਲ ਨੇ ਪਹਿਲੇ ਦਿਨ ਤੋਂ ਆਪਣਾ ਸਟੈਂਡ ਸਪਸ਼ਟ ਕੀਤਾ ਹੁੰਦਾ। ਸਰਕਾਰ ਕਾਂਗਰਸ ਦੀ ਹੈ। ਗੋਸ਼ਾ ਜੀ, ਇੱਕ ਮਿੰਟ ਗੋਸ਼ਾ ਜੀ, ਤੁਸੀਂ ਭਾਈਵਾਲ ਸੀ, ਸੈਂਟਰ 'ਚ ਭਾਈਵਾਲ ਸੀਗੇ। ਗੋਸ਼ਾ ਜੀ, ਤੁਸੀਂ ਪਹਿਲਾਂ ਫਾਇਦੇ ਗਿਣਾਉਂਦੇ ਰਹੇ ਨੇ, ਬਾਅਦ ਵਿੱਚ ਰਾਜ ਸਭਾ ਦੇ ਅੰਦਰ 142 ਮੈਂਬਰ ਸਾਰੇ ਦੂਜੀ ਪਾਰਟੀ ਕਾਂਗਰਸ ਦੇ ਆ, 102 ਮੈਂਬਰ ਐਨਡੀਏ ਦੇ ਆ। ਉੱਥੇ VOTING ਤੋਂ ਬਾਈਕਾਟ ਕਿਉਂ ਕੀਤਾ ਸੀਗਾ? ਜਦੋਂ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਐਂਟੀ ਵੋਟ ਪਾਈ, ਉਦੋਂ ਆਮ ਆਦਮੀ ਪਾਰਟੀ ਦੇ ਵੀ ਮੈਂਬਰ ਹੈਗੇ ਸੀਗੇ ਅੰਦਰ, ਕਾਂਗਰਸ ਦੇ। ਉਹ ਕਿਉਂ ਨਹੀਂ, ਉਹਨਾਂ ਨੇ ਵਿਰੋਧ ਕਿਉਂ ਨਹੀਂ ਕੀਤਾ? ਇਹ ਦੱਸ ਇਹ ਦੱਸੋ। ਉਹਨਾਂ ਨੇ ਐਂਟੀ ਵੋਟ ਪਾਈ ਆ ਰਾਜ ਸਭਾ। ਬਿਲਕੁਲ ਤੁਸੀਂ ਉੱਥੇ ਗੋਸ਼ਾ ਜੀ ਸਾਰਾ ਰਿਕਾਰਡ ਪਿਆ ਰਾਜ ਸਭਾ 'ਚ। ਦੱਸ ਦਿਓ ਕਿ ਐਂਟੀ ਵੋਟ ਪਾਈ ਕਿਸੇ ਹੋਰ ਨੇ? ਮੈਂ ਤੁਹਾਨੂੰ ਦੱਸ ਦਿੰਦਾ, ਰਾਜ ਸਭਾ ਦੇ ਵਿੱਚ VOTING ਦਾ ਬਾਈਕਾਟ ਨਹੀਂ ਕੀਤਾ। ਅਰਵਿੰਦ ਕੇਜਰੀਵਾਲ ਜੀ ਦਾ ਰਾਜ ਸਭਾ 'ਚ ਬਿੱਲ ਜਾਣ ਤੋਂ 2 ਦਿਨ ਪਹਿਲਾਂ ਬਿਆਨ ਆਉਂਦਾ ਵਾ, ਟਵੀਟ ਕਰਦੇ ਨੇ ਉਹ ਕਿ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਰਾਜ ਸਭਾ ਦੇ ਵਿੱਚ ਇਸ ਬਿੱਲ ਦਾ ਵਿਰੋਧ ਕਰੋ। ਮਾਰਚ ਕੱਢਣ ਲੱਪੇ ਨਾ, ਆਪਾਂ ਅੰਦਰ ਤੱਕ ਕੀਤਾ ਨਹੀਂ। ਬਾਈਕਾਟ ਕਹਿੰਦੇ ਸੀ, ਬਾਈਕਾਟ ਕਰਦੇ ਬਿੱਲ ਨਹੀਂ। ਬਿੱਲ ਤਾਂ ਉਹਨਾਂ ਨੇ ਪਾਸ ਕਰ ਲਿਆ। ਤੁਸੀਂ ਰਲੀ ਮਿਲੀ ਸੀ ਨਾ, ਗੱਲ ਤਾਂ ਹੀ ਪਾਸ ਹੋ ਗਿਆ। ਜੇ ਸੁਖਬੀਰ ਸਿੰਘ ਬਾਦਲ ਸਾਹਿਬ ਵਿਰੋਧ ਕਰਦੇ, ਤੁਸੀਂ ਕਿਉਂ ਨਹੀਂ ਕਰਦੇ? ਤੁਸੀਂ ਭਾਈਵਾਲ ਸੀਗੇ। ਬਾਅਦ ਚੋਂ ਢੀਂਡਸਾ ਸਾਹਿਬ ਨੂੰ ਪਿੱਛੇ ਲੱਗਣਾ ਪਿਆ, ਬਾਅਦ ਚੋਂ ਲੱਗਣਾ ਪਿਆ ਪਿੱਛੇ। ਅਸੀਂ ਤਾਂ ਕੀਤਾ ਕੰਮ ਕਰਕੇ ਦਿਖਾਇਆ, ਅਸੀਂ ਕੀਤਾ ਤਾਂ ਹੀ ਤੁਸੀਂ ਪਿੱਛੇ ਲੱਗੇ ਹੋ। ਬਾਅਦ ਚੋਂ ਤੁਸੀਂ ਤਾਂ ਬਿੱਲ ਲਾਗੂ ਕਰਕੇ, ਤੁਸੀਂ ਤਾਂ ਬਿੱਲ ਲਾਗੂ ਕਰਕੇ ਬਾਅਦ ਚੋਂ ਤੁਸੀਂ ਕਹਿੰਦੇ ਪ੍ਰੋਸੈਸ, ਅਸੀਂ ਤਾਂ ਵਿਰੋਧ ਕੀਤਾ ਨਾ। ਅਸੀਂ ਭਾਈਵਾਲ ਰਹਿ ਕੇ ਵਿਰੋਧ ਕੀਤਾ।
ਅਸੀਂ ਤਾਂ ਪਹਿਲੇ ਭਾਈਵਾਲ ਰਹਿ ਗਏ ਵਿਰੋਧ, ਕਰਦੇ ਤੁਸੀਂ ਕਰ ਨਹੀਂ ਰਹੇ। ਸਕਦੇ। ਗੇਮ ਹੀ ਹੋਗੀ ਨਾ, ਉਹ ਤੁਹਾਡੇ ਤੇ ਸਿੱਟੀ ਜਾਂਦੇ, ਤੁਸੀਂ ਉਹਨਾਂ ਦੇ ਮੈਂ ਤਾਂ ਕਹਿੰਦਾ ਨਾ ਸਿੱਟਣ ਨਾ, ਫਿਰ ਸਾਰੇ ਨੀਅਤ ਸਾਫ਼ ਕਰਕੇ ਖੜਨ, ਨੀਅਤ ਸਾਫ਼ ਕਰਕੇ। ਜੇ ਸਨਮ ਜੀ ਜੇ ਇਹ ਨੀਅਤ ਇਹਨਾਂ ਦੀ, ਮੈਂ ਤੁਹਾਨੂੰ ਫਿਰ ਕਹਿ ਰਿਹਾ, ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਦੀ ਪੰਜਾਬ ਦੇ ਵਿੱਚ ਸੀ, ਜੇ ਇਹਨਾਂ ਦੀ ਨੀਅਤ ਸਾਫ਼ ਹੁੰਦੀ, ਬੀਜੇਪੀ ਨਾਲ ਨਾ ਰਲੀ ਹੁੰਦੀ, ਤੇ ਕਿਸਾਨਾਂ ਨੂੰ ਅੱਜ ਉੱਥੇ ਸ਼ਹਾਦਤਾਂ ਨਾ ਦੇਣੀਆਂ ਪੈਂਦੀਆਂ। ਮੈਂ ਤਾਂ ਸਾਫ਼ ਜੀ ਆਖਰੀ ਸਵਾਲ ਮੇਰਾ ਤੁਹਾਡੇ ਨਾਲ ਇਹੀ ਹੈ ਕਿ ਕਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਅਮਿਤ ਸ਼ਾਹ ਉਹ 70 ਜਿਹੜੀਆਂ ਸ਼ਹਾਦਤਾਂ ਹੋਈਆਂ ਉੱਤੇ ਕਦੋਂ ਦੁੱਖ ਪ੍ਰਗਟਾਣਗੇ? ਦੇਖੋ, ਦੁੱਖ ਪ੍ਰਗਟਾਵੇ, ਦੁੱਖ ਸਾਨੂੰ ਹੈ, ਮਾਹੌਲ ਸੁਖਾਵਾਂ ਹੋਵੇ, 70 ਤੋਂ ਇਹ ਨੰਬਰ ਵਧੇ ਨਾ। ਸਭ ਬੀਜੇਪੀ ਦਾ ਲੀਡਰ ਸਾਹਮਣੇ ਨਹੀਂ ਆ ਰਿਹਾ ਨਾ, ਉਹ ਕਹਿ ਰਿਹਾ ਕਿ ਸਾਨੂੰ ਦੁੱਖ ਹੈ, ਉੱਥੇ ਮੌਤਾਂ ਹੋ ਰਹੀਆਂ ਨੇ, ਸ਼ਹਾਦਤਾਂ ਹੋ ਰਹੀਆਂ ਨੇ, ਕੋਈ ਸਾਹਮਣੇ ਨਹੀਂ ਆਇਆ। ਐਸਾ ਕੁਝ ਨਹੀਂ ਹੈ। ਸਾਡੇ ਪ੍ਰਦੇਸ਼ ਪ੍ਰਧਾਨ ਨੇ ਵੀ ਕਈ ਵਾਰੀ ਪ੍ਰੈਸ ਦੇ ਰਾਹੀਂ ਇਹ ਗੱਲ ਮੀਡੀਆ ਦੇ ਵਿੱਚ, ਮੇਰੇ ਤੋਂ ਇਕੱਲੇ ਤੋਂ ਸਵਾਲ ਨਹੀਂ ਆਉਂਦਾ, ਸਾਡੇ ਪ੍ਰਦੇਸ਼ ਪ੍ਰਧਾਨ ਜਦੋਂ ਵੀ ਜਿੱਥੇ ਜਾਂਦੇ ਆ ਜਾਂ ਹੋਰ ਲੀਡਰ ਜਾਂਦੇ ਆ, ਮੀਡੀਆ ਵੱਲੋਂ ਲਗਾਤਾਰ ਇਹ ਸਵਾਲ ਆਉਂਦਾ, ਔਰ ਸਾਡੇ ਲੀਡਰਾਂ ਨੇ ਸਮੇਂ-ਸਮੇਂ ਸਿਰ ਦੁੱਖ ਪ੍ਰਗਟਾਇਆ। 70 ਤੋਂ ਇਹ ਗਿਣਤੀ ਇੱਕ ਵੀ, ਉਹ ਗੱਲ ਸੁਣ ਲੈ, ਗੱਲ ਬੋਲਣ ਦਿਓ, 70 ਤੋਂ ਇਹ ਗਿਣਤੀ ਵਧੇ ਨਾ। ਸਭ ਤੋਂ ਪਹਿਲਾਂ ਤਾਂ ਅਸੀਂ ਇਹੀ ਚਾਹਾਂਗੇ, 70 ਤੋਂ ਪਹਿਲਾਂ ਮੋਦੀ ਸਾਹਿਬ ਦੁਨੀਆ ਦੇਸ਼ ਦੇ ਪ੍ਰਧਾਨ ਮੰਤਰੀ ਆ, ਹੋਰ ਵੀ ਮਸਲੇ ਆ, ਉਹਨਾਂ ਨੇ ਜੇ ਗੱਲ ਕਰ ਲਈ ਹੈ, ਕੋਈ ਮਾੜੀ ਗੱਲ ਨਹੀਂ ਕੀਤੀ, ਤੇ ਅਸੀਂ ਚਾਹੁੰਦੇ ਆ ਵੀ ਇਹ ਗਿਣਤੀ 70 ਤੋਂ ਵਧੇ ਨਾ, ਔਰ ਇਹ ਜਲਦੀ ਤੋਂ ਜਲਦੀ ਇਹ ਮਸਲਾ 70 ਇਹ ਮਸਲਾ ਜਲਦੀ ਤੋਂ ਜਲਦੀ ਹੱਲ ਹੋਵੇ, ਸ਼ਾਂਤਮਈ ਤਰੀਕੇ ਨਾਲ ਹੱਲ ਹੋਵੇ। ਸਾਡੀ ਇਹੀ ਕੋਸ਼ਿਸ਼ ਹੈ, ਸਾਡੀ ਇਹੀ ਅਰਦਾਸ ਹੈ ਵੀ ਜਲਦੀ ਤੋਂ ਜਲਦੀ ਇਹ ਮਸਲਾ। ਕੈਨੇਡਾ ਦੇ ਪ੍ਰਧਾਨ ਮੰਤਰੀ ਜਦੋਂ ਜਸਟਿਨ ਟਰੂਡੋ ਕਹਿੰਦੇ ਆ ਕਿ ਅਸੀਂ ਕਿਸਾਨਾਂ ਦੇ ਨਾਲ ਆ, ਉਦੋਂ ਤੁਸੀਂ ਕਹਿੰਦੇ ਹੋ ਸਾਡੇ ਇੰਟਰਨੈਸ਼ਨਲ ਮਸਲੇ ਦੇ ਵਿੱਚ ਦਖਲ ਨਾ ਦਿਓ। ਇੰਗਲੈਂਡ ਦੇ ਸੰਸਦ ਆਪਣੇ ਪ੍ਰਧਾਨ ਮੰਤਰੀ ਰਾਹੀਂ ਪੱਤਰ ਲਿਖਦੇ ਨੇ, ਉਦੋਂ ਕਹਿੰਦੇ ਹੋ ਤੁਸੀਂ ਸਾਡੇ ਇੰਟਰਨੈਸ਼ਨਲ ਮਾਮਲੇ ਦਖਲ ਨਾ ਦਿਓ। ਪਰ ਜਦੋਂ ਵਾਈਟ ਹਾਊਸ 'ਚ ਹਮਲਾ ਹੁੰਦਾ ਤਾਂ ਮੋਦੀ ਸਾਹਿਬ ਉੱਥੇ ਟਵੀਟ ਕਰਦੇ ਆ ਕਿ ਐਦਾਂ ਨਹੀਂ ਹੋਣਾ ਚਾਹੀਦਾ, ਕਿ ਤੁਹਾਨੂੰ ਵੀ ਨਹੀਂ ਫਿਰ ਉੱਥੇ ਚਾਹੀਦਾ, ਤੁਹਾਨੂੰ ਵੀ ਫਿਰ ਦੂਜਿਆਂ ਦੇ ਇੰਟਰਨੈਸ਼ਨਲ ਮਾਮਲੇ ਦਖਲ ਨਹੀਂ ਇਹਨਾਂ ਦੇ ਉੱਤੇ ਦੁੱਖ ਪ੍ਰਗਟਾ ਦੇਣਾ ਕੋਈ ਮਾੜੀ ਗੱਲ ਨਹੀਂ ਹੁੰਦੀ। ਹਿੰਸਾ ਹੋਈ ਆ, ਦੁੱਖ ਪ੍ਰਗਟਾਣਾ ਕੋਈ ਮਾੜੀ ਹਿੰਸਾ ਇੱਥੇ ਵੀ ਤਾਂ ਹੋਈ ਹੈ ਨਾ, ਹਿੰਸਾ ਇੱਥੇ ਵੀ ਹੋਈ ਹੈ। ਹਿੰਸਾ ਕਿੰਨੀ ਹਿੰਸਾ ਹੋਈ ਹੈ, ਕਿੰਨੀ ਜ਼ਿਆਦਾ ਹਿੰਸਾ ਹੋਈ ਹੈ। ਜਦੋਂ ਦਿੱਲੀ ਜਾ ਰਹੇ ਸੀ, ਜਦੋਂ ਕਿਸਾਨ ਦਿੱਲੀ ਜਾ ਰਹੇ ਸੀ, ਕਿੰਨੀ ਹਿੰਸਾ ਹੋਈ ਹੈ। ਮੈਂ ਤੁਸੀਂ ਫੇਰ ਬਾਰ-ਬਾਰ ਤੁਸੀਂ ਚੌਥੀ ਵਾਰੀ ਪੁੱਛ ਲਓ, ਮੈਂ ਪੰਜਵੀਂ ਵਾਰੀ ਵੀ ਇਹੀ ਜਵਾਬ ਦਊਂਗਾ ਵੀ ਜੋ ਹੋਇਆ ਉਹ ਮੰਦਭਾਗਾ ਹੋਇਆ, ਉਹ ਨਹੀਂ ਹੋਣਾ ਚਾਹੀਦਾ ਸੀ। ਤੁਸੀਂ ਹਰ 10 ਮਿੰਟ ਬਾਅਦ ਮੈਨੂੰ ਪੁੱਛੋਗੇ, ਮੈਂ 10 ਮਿੰਟ ਬਾਅਦ ਵੀ ਇਹੀ ਗੱਲ ਕਰਾਂਗਾ। ਅਮਰੀਕਾ 'ਚ ਹਿੰਸਾ ਹੋਈ, ਉੱਥੇ ਦੁੱਖ ਪ੍ਰਗਟਾਣਾ, ਤੁਸੀਂ ਕਿਹਾ ਅਮਰੀਕਾ 'ਚ ਇੱਕ ਮਿੰਟ ਤੁਸੀਂ ਕਿਹਾ ਅਮਰੀਕਾ 'ਚ ਹਿੰਸਾ ਹੋਈ, ਉੱਥੇ ਦੁੱਖ ਪ੍ਰਗਟਾਣਾ ਬਣਦਾ ਸੀ, ਪਰ ਪਹਿਲਾਂ ਆਪਣੀ ਦੇਸ਼ ਦਾ ਵੀ ਤਾਂ ਦੁੱਖ ਪ੍ਰਗਟਾ ਲਓ ਨਾ। ਵੀ ਕਿਹਾ ਮੀਡੀਆ ਦੇ ਰਾਹੀਂ ਪ੍ਰਧਾਨ ਮੰਤਰੀ ਜੀ, ਕ੍ਰਿਸ਼ੀ ਮੰਤਰੀ ਜੀ, ਸਾਡੀ ਸਟੇਟ ਦੇ ਲੀਡਰਸ਼ਿਪ ਨੇ ਬਾਰ-ਬਾਰ ਇੱਕ ਸਵਾਲ ਕੱਲਾ ਮੇਰੇ ਅੱਗੇ ਨਹੀਂ ਆਂਦਾ, ਇਹ ਸਵਾਲ ਕੱਲਾ ਮੈਨੂੰ ਨਹੀਂ ਆਂਦਾ, ਇਹ ਸਮੇਂ-ਸਮੇਂ ਸਿਰ ਦੇਸ਼ ਦਾ ਮੀਡੀਆ ਸਵਾਲ ਉਹਨਾਂ ਨੂੰ ਕਰਦਾ, ਔਰ ਸਾਰਿਆਂ ਨੂੰ ਇਸ ਗੱਲ ਦਾ ਦੁੱਖ ਹੈ, ਔਰ ਅਸੀਂ ਚਾਹੁੰਦੇ ਹਾਂ ਵੀ 70 ਤੋਂ ਇਹ ਗਿਣਤੀ ਬਿਲਕੁਲ ਨਾ ਵਧੇ। ਹਰ ਚੀਜ਼ ਜੇ ਦੁੱਖ ਹੁੰਦਾ ਨਾ, ਤੇ ਇੱਕ ਛੋਟੀ ਜੀ ਗੱਲ ਹੈ ਕਿ ਸਿਰਫ ਇਹੀ ਗੱਲ ਕਰਨੀ ਸੀ ਵੀ ਬਿੱਲ ਰੱਦ, ਤੇ ਸਾਰੇ ਜਿਹੜੇ ਕਿਸਾਨ ਆ ਖੁਸ਼ੀ-ਖੁਸ਼ੀ ਘਰ ਆ ਜਾਣੇ ਸੀਗੇ, ਪਰ ਤੁਸੀਂ ਖੁਸ਼ੀ-ਖੁਸ਼ੀ ਕਿਸਾਨ ਘਰ ਨਹੀਂ ਲੈਣਾ ਚਾਹੁੰਦੇ। ਤੁਸੀਂ 70 ਸ਼ਹਾਦਤਾਂ ਤੇ ਵੀ ਅੱਜ ਵੀ ਸਿਆਸਤ ਕਰ ਰਹੇ ਹੋ, ਤੁਸੀਂ ਅੱਗੋਂ ਵੀ ਚਾਹੇ 140 ਜਣ, ਤੁਹਾਨੂੰ ਕੋਈ ਨਹੀਂ, ਜਿੱਦਾਂ ਉਹ ਕਹਿ ਰਹੇ ਨਾ ਕਿ ਛੋਟੀਆਂ-ਮੋਟੀਆਂ ਗੱਲਾਂ ਤੁਹਾਡੇ ਵਾਸਤੇ ਤਾਂ ਬਹੁਤ ਛੋਟੀ-ਮੋਟੀ ਗੱਲ ਹੈ। ਇਸ ਕਰਕੇ ਮੈਂ ਬੇਨਤੀ ਕਰਦਾ ਕਿ ਲੋਕਾਂ ਦੀ ਗੱਲ ਸੁਣ ਲਓ। ਅੱਜ ਲੋਕ ਸੜਕਾਂ ਤੇ ਕਦੀ ਜਾ ਕੇ ਦੇਖ ਲੈਣਾ, ਤੁਹਾਨੂੰ ਤਾਂ ਜਾਣ ਤੋਂ ਵੀ ਡਰ ਲੱਗਦਾ ਨਾ, ਇੱਕ ਵਾਰੀ ਜਾ ਕੇ ਤੁਸੀਂ ਇੱਕ ਕੰਮ ਕਰੋ, ਆਪਣਾ ਭੇਸ ਬਦਲ ਕੇ ਸੜਕਾਂ ਤੇ ਜਾਣ, ਭੇਸ ਬਦਲ ਕੇ ਜਾਣ, ਇਹਨਾਂ ਨੂੰ ਪਤਾ ਲੱਗੇ ਕਿੱਦਾਂ ਬੱਚੇ ਬੈਠੇ ਆ, ਕਿੱਦਾਂ ਬੱਚੇ ਮਨ ਕੀ ਬਾਤ ਭੇਸ ਬਦਲ ਕੇ ਮੈਂ ਕਹਿੰਦਾ ਤੁਸੀਂ ਰਕਾਬਗੰਜ ਆਏ ਹੋ, ਅਸੀਂ ਤਾਂ ਵੀ ਵੈਲਕਮ ਕੀਤਾ। ਮੋਦੀ ਜੀ ਦਾ ਮੈਂ ਬਿਆਨ ਸੁਣ ਰਿਹਾ ਸੀ, ਮੋਦੀ ਜੀ ਕਹਿੰਦੇ ਕਿਤੇ ਇੱਕ ਬੱਸ ਵੀ ਖਾਈ 'ਚ ਡਿੱਗਦੀ ਆ ਨਾ, ਮੈਂ ਰਾਤ ਨੂੰ ਫੋਨ ਕਰਕੇ ਪੁੱਛਦਾ ਵੀ ਨਿਕਲੇ ਬਾਹਰ। 70 ਦੇ ਕਰੀਬ ਮੌਤਾਂ ਹੋ ਗਈਆਂ, ਹੋਰ ਪਤਾ ਨਹੀਂ ਹਜੇ ਕੀ ਉੱਥੇ ਪਾਣਾ ਵਾਪਰਨਾ, ਕੀ ਹੋਣਾ ਵਾ। ਇੱਕ ਵਾਰੀ ਮੋਦੀ ਜੀ ਨੇ ਬਿਆਨ ਦਿੱਤਾ। ਹਰਸ਼ ਜੀ ਮੈਂ ਇੰਨੀ ਗੱਲ ਕਹੂੰਗਾ, ਹਰਸ਼ ਜੀ ਸਿੰਘ ਸੀ ਨਾ, ਸੁਰਜੀਤ ਪਾਤਰ ਜੀ ਦੀ ਇੱਕ ਲਾਈਨ ਆ, ਵੱਜੀ ਜੇ ਤੇਰੇ ਕਾਲਜੇ ਹਜੇ ਛੁਰੀ ਨਹੀਂ ਤਾਂ ਇਹ ਨਾ ਸਮਝੀ ਕਿ ਸ਼ਹਿਰ ਦੀ ਹਾਲਤ ਬੁਰੀ ਨਹੀਂ। ਇਹ ਨਾ ਸੋਚੋ ਵੀ ਕਿਸਾਨ ਕੱਲਾ ਉੱਥੇ ਬੈਠਾ, ਜੇ ਕਿਸਾਨ ਉੱਥੇ ਔਖਾ ਬੈਠਾ ਨਾ, ਕਿਸਾਨ ਭੁੱਖਾ ਮਰੂਗਾ, ਸ਼ਹਿਰ ਵਾਸੀ ਉਹਨੇ ਭੁੱਖੇ ਮਾਰਨਗੇ, ਹਰੇਕ ਵਰਗ ਉਹਨਾਂ ਭੁੱਖਾ ਮਰੂਗਾ। ਪੰਜਾਬ ਤਾਂ ਖਾਸ ਕਰਕੇ ਕਿਸਾਨੀ ਪ੍ਰਧਾਨ ਸੂਬਾ। ਆਖਰੀ ਸਵਾਲ ਹੈ ਕਿ ਹੁਣ ਕਾਂਗਰਸ ਦਾ ਸਟੈਂਡ ਕੀ ਹੈ, ਕਿ ਉਹ ਕਿਸਾਨਾਂ ਦੇ ਨਾਲ ਹੈ ਕਿ ਨਹੀਂ, ਕਿਉਂਕਿ ਪਰਚੇ ਦਰਜ ਕਾਂਗਰਸ ਦੀ ਸਰਕਾਰ 'ਚ ਹੀ ਹੋ ਰਹੇ ਨੇ। ਜੇ ਤੁਸੀਂ ਕਹਿ ਰਹੇ ਹੋ ਕਿ ਨੀਚੇ ਵਾਲੇ ਅਫਸਰ ਦੋਸ਼ੀ ਨੇ ਤਾਂ ਉਹਨਾਂ ਨੂੰ ਸਜ਼ਾ ਵੀ ਦਿਓ, ਫਿਰ ਉਹ ਵੀ ਤੁਹਾਡਾ ਹੀ ਕੰਮ ਹੈ। ਬਿਲਕੁਲ ਦਵਾਂਗੇ ਅਸੀਂ, ਬਿਲਕੁਲ ਕਾਂਗਰਸ ਕਿਸਾਨਾਂ ਦੇ ਨਾਲ ਆ। ਮੈਂ ਨਿੱਜੀ ਤੌਰ ਤੇ ਪਾਰਟੀਬਾਜ਼ੀ ਤੋਂ ਉੱਪਰ ਮੈਂ ਕਿਸਾਨਾਂ ਦੇ ਨਾਲ ਆ, ਤੇ ਇਹਨਾਂ ਤਿੰਨਾਂ ਨੂੰ ਮੈਂ ਕਹਿੰਦਾ, ਮੈਂ ਪਰਸੋਂ ਨੂੰ ਨਿਕਲ ਰਿਹਾ ਸਿੰਘੂ ਤੇ, ਮੇਰੀ ਗੱਡੀ 'ਚ ਬੈਠਣ, ਮੈਂ ਇਹਨਾਂ ਨੂੰ ਹਾਲਾਤ ਦਿਖਾ ਲਿਆਉਣਾ। ਗੋਸਾ ਜੀ ਤਾਂ ਚਲੋ ਗਏ ਆ, ਉਹ ਬ੍ਰਦਰ ਕਹਿੰਦਾ ਵੀ ਮੈਂ ਉੱਥੇ ਜਾ ਕੇ ਸ਼ਾਇਦ ਤੁਹਾਡੇ ਦਿਲ 'ਚ ਆ ਜਾਵੇ ਵੀ ਮੈਂ ਸਿੱਧਾ ਮੋਦੀ ਜੀ ਕੋਲ ਚਲੇ ਜਾਵਾਂ। ਹੋ ਸਕਦਾ ਵੀ ਤੁਸੀਂ ਉਹ ਜਾ ਕੇ ਧਰਨਾ ਲਾ ਦਿਓ ਬੀਜੇਪੀ ਕਰ ਲੈ ਦੇ ਬਾਹਰ। ਜੇ ਉੱਥੇ ਤੁਸੀਂ ਹਾਲਾਤ ਦੇਖ ਲਓ ਨਾ, ਹਾਲਾਤ ਕੀ ਹੈ ਉੱਥੇ, ਕੋਈ ਪਿਕਨਿਕ ਨਹੀਂ ਚੱਲ ਰਹੀ ਉੱਥੇ, ਪਰਿਵਾਰਾਂ ਦੇ ਪਰਿਵਾਰ ਉੱਥੇ, ਪਿੰਡਾਂ ਦੇ ਪਿੰਡ, ਡਾਰਾਂ ਦੀਆਂ ਡਾਰਾਂ, ਸਾਰੇ ਉੱਥੇ ਕੋੜਮੇ, ਸਾਰਾ ਕੁਝ, ਮਤਲਬ ਹਰ ਬੰਦਾ ਯਾਰ ਉੱਥੇ ਬੈਠਾ। ਤੁਸੀਂ ਜਾ ਕੇ ਦੇਖੋ ਤਾਂ ਸਹੀ। ਫੇਰ ਵੀ ਗੱਲਾਂ ਇੱਥੇ ਆ ਰਹੀਆਂ ਜੀ 2022 'ਚ ਅਸੀਂ ਸਿਚੁਏਸ਼ਨ ਇਹ ਕਰ ਦਾਂਗੇ ਜੀ, ਉਹ ਕਰ ਦਾਂਗੇ। ਸ਼ਰਮ ਹੈ ਯਾਰ, ਫਿੱਟ ਲਾਹਣਤ ਹੈ ਯਾਰ। ਪੰਜਾਬੀ 'ਚ ਫੁੱਦੂ ਬਣਾਉਣਾ ਛੱਡ ਦਿਓ, ਸਪਸ਼ਟ ਗੱਲ ਆ, ਪੰਜਾਬੀ 'ਚ ਫੁੱਦੂ ਬਣਾਉਣਾ ਛੱਡ ਦਿਓ। ਹੁਣ ਤਾਂ ਮੁੱਦਿਆਂ ਤੇ ਆ ਜਾਓ, ਹੁਣ ਤਾਂ ਲੋਕਾਂ ਦੀ ਜਿਹੜੇ ਸੇਵਾ ਕਰਦੇ ਹੋ ਵੀ ਅਸੀਂ ਲੋਕਾਂ ਦੀ ਸੇਵਾ ਕਰਦੇ, ਹੁਣ ਲੋਕ ਸੇਵਾ ਤੇ ਆ ਜਾਓ। ਬਹੁਤ ਬਹੁਤ ਧੰਨਵਾਦ ਜੀ। ਤਾਂ ਇਹ ਤੁਸੀਂ ਸਾਰਿਆਂ ਨੂੰ ਸੁਣਿਆ, ਆਮ ਆਦਮੀ ਪਾਰਟੀ, ਬੀਜੇਪੀ, ਅਕਾਲੀ ਦਲ,
ਕਾਂਗਰਸ ਨੂੰ ਹਰੇਕ ਦੀ ਤੁਸੀਂ ਗੱਲ ਸੁਣੀ ਪਰ ਕੋਈ ਵੀ ਸਿੱਟਾ ਇੱਥੇ ਵੀ ਨਹੀਂ ਨਿਕਲਿਆ। ਜਿਸ ਤਰ੍ਹਾਂ ਕਿਸਾਨਾਂ ਦੀ ਮੀਟਿੰਗ ਦਾ ਕੋਈ ਸਿੱਟਾ ਨਹੀਂ ਨਿਕਲਦਾ, ਇਹਨਾਂ ਦੇ ਵੀ ਕੋਈ ਮੰਨਣ ਨੂੰ ਤਿਆਰ ਨਹੀਂ ਕਿ ਕਿਸ ਦੀ ਗਲਤੀ ਹੈ। ਬੀਜੇਪੀ ਕਹਿੰਦੀ ਹੈ ਕਿ ਕਾਂਗਰਸ ਦੀ ਗਲਤੀ ਹੈ, ਕਾਂਗਰਸ ਕਹਿੰਦੀ ਹੈ ਬੀਜੇਪੀ ਦੀ ਗਲਤੀ ਹੈ। ਵਿੱਚੋਂ ਆਮ ਆਦਮੀ ਪਾਰਟੀ ਵੀ ਲਾਹਾ ਲੈਣ ਨੂੰ ਫਿਰ ਰਹੀ ਹੈ ਕਿਉਂਕਿ ਉਹ ਵੀ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਉਹ ਵੀ ਕਿਸਾਨਾਂ ਦੇ ਧਰਨੇ 'ਚ ਉੱਥੇ ਗਏ, ਉੱਥੇ ਫ੍ਰੀ ਵਾਈਫਾਈ ਲੱਗ ਰਹੇ ਨੇ। ਤਾਂ ਹੁਣ ਆਉਣ ਵਾਲੇ ਸਮੇਂ ਦੇਖਦੇ ਹਾਂ ਕਿਸ ਨੂੰ ਫਾਇਦਾ ਹੁੰਦਾ ਤੇ ਕਿਸਾਨਾਂ ਦਾ ਵਿਚਕਾਰ ਕੀ ਬਣੇਗਾ। ਤਾਂ ਵਧੇਰੇ ਅਪਡੇਟਸ ਸੀ ਸਾਨੂੰ ਜੁੜੇ ਰਹੋ। ਲੁਧਿਆਣਾ ਤੋਂ ਸਨਮਜੀਤ ਸਿੰਘ, ਕੈਮਰਾਮੈਨ ਸਤਵੰਤ ਮਠਾੜੂ ਦੇ ਨਾਲ, ਲੁਧਿਆਣਾ ਟਾਈਮਸ। ਵਧੇਰੇ ਜਾਣਕਾਰੀ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਬਲਿਕ ਟਾਈਮਸ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ।